जुड़े ने उन्होंने वालों दसिया जा रहा है कि हाँ सब ठीक ठाक है। तो आप हुण कंटिन्यू करांगे ते मैं चाहुंदा इंट्रो जिहड़ी है आपां अपने ब्लड प्रेशर की वो दोबारा दस दईए क्योंकि आवाज पहला नहीं गई। सो दोस्तों ये साडा प्रोग्राम बहुत अज दा खास है, अहम है, इहनूं शेयर जरूर कर दिओ। टैक्नीकल इशू करके आवाज की प्रॉब्लम सी पर हुण आपां वो ठीक कर लईए। अज दा प्रोग्राम साडा हैगा जी जिहड़ा ब्लड प्रेशर वध जांदा है घट जांदा है उहदे नाल बड़े नुकसान हुंदे ने, मौत तक हो जाती है, हार्ट अटैक तक हो जाता है। सो ਉਹਦੇ ਤੋਂ ਕਿਵੇਂ ਬਚਿਆ ਜਾ ਸਕਦਾ, ਬਲੱਡ ਪ੍ਰੈਸ਼ਰ ਆਖਰ ਵਧਣ ਕਿਉਂ ਲੱਗਦਾ ਹੈ, ਇਹ ਸਾਰੀਆਂ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਕਰਨੀਆਂ। ਸਾਡੇ ਨਾਲ ਬਹੁਤ ਸਾਡੇ ਖਾਸ ਕਮਲਪ੍ਰੀਤ ਸਿੰਘ ਜੀ ਜੋ ਨਿਊਟ੍ਰੀਸ਼ਨ ਨੇ, ਹੈਲਥ ਐਕਸਪਰਟ ਨੇ, ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਇੱਕ ਬੋਡੀ ਦੇ ਵਿੱਚ, ਹਿਊਮਨ ਬੋਡੀ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ, ਆਖਰ ਕਿਉਂ ਅਸੀਂ ਬਿਮਾਰੀਆਂ ਵੱਲ ਵੱਧਦੇ ਹਾਂ, ਉਹ ਚੰਗੀ ਤਰ੍ਹਾਂ ਜਾਣਦੇ ਨੇ, ਬੜੀ ਉਹਨਾਂ ਦੀ ਪੜਤਾਲ ਖੋਜ ਹੈ। ਸੋ ਸਾਡੇ ਨਾਲ ਜੁੜ ਚੁੱਕੇ ਨੇ ਅੱਜ ਕਮਲਪ੍ਰੀਤ ਸਿੰਘ ਜੀ। ਮੈਂ ਸਭ ਤੋਂ ਪਹਿਲਾਂ ਚਾਹੁੰਦਾ ਆਪਾਂ ਇੰਟਰੋ ਦੇ ਦਈਏ, ਬਲੱਡ ਪ੍ਰੈਸ਼ਰ ਹੁੰਦਾ ਕਿਵੇਂ ਆ, ਇਹ ਹੈ ਕੀ ਹੈ, ਕਿਉਂ ਕਿਹਾ ਜਾਂਦਾ ਵੀ ਮੈਨੂੰ ਬੀਪੀ ਦੀ ਬਿਮਾਰੀ ਹੋ ਗਈ ਹੈ, ਆਖਰ ਹੈ ਕੀ ਬਲੱਡ ਪ੍ਰੈਸ਼ਰ? ਜੀ ਇੱਥੇ ਸਾਨੂੰ ਸਮਝਣਾ ਪਊਗਾ ਕਿ ਹਾਈ ਬਲੱਡ ਪ੍ਰੈਸ਼ਰ ਕੀ ਹੁੰਦਾ ਹੈ। ਉਸ ਤੋਂ ਪਹਿਲਾਂ ਸਾਨੂੰ ਬਲੱਡ ਪ੍ਰੈਸ਼ਰ ਨੂੰ ਸਮਝਣਾ ਪਊਗਾ। ਬਲੱਡ ਪ੍ਰੈਸ਼ਰ ਕੀ ਹੁੰਦਾ ਹੈ, ਸਾਡਾ ਜਿਹੜਾ ਦਿਲ ਹੈਗਾ ਉਹ ਮੁੱਠੀ ਜਿੰਨਾ ਉਹਦੇ ਸਾਈਜ਼ ਹੁੰਦਾ ਹੈ, ਉਹ ਰਿਲੈਕਸ ਤੇ ਸਪੇਸ ਕਰਦਾ ਹੈ ਬਲੱਡ ਨੂੰ ਪੰਪ ਕਰਨ ਵਾਸਤੇ, ਸਾਰੀ ਬੋਡੀ ਦੇ ਹਿੱਸੇ ਵਿੱਚ ਪਹੁੰਚਾਉਣ ਵਾਸਤੇ। ਤੇ ਇਹ ਜਿਹੜਾ ਬਲੱਡ ਪੰਪਿੰਗ ਹੁੰਦੀ ਹੈ ਇਹ ਨਾੜੀਆਂ ਦੇ ਥਰੂ ਜਾਂਦੀ ਹੈ, ਤੇ ਜਿਹੜਾ ਨਾੜੀ ਸਾਡੇ ਖੂਨ ਨੂੰ ਦਿਲ ਤੋਂ ਲੈ ਕੇ ਬੋਡੀ ਦੇ ਹਰ ਹਿੱਸੇ ਵਿੱਚ ਲੈ ਕੇ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਆਰਟਰੀਜ਼। ਹੁਣ ਜਿਹੜਾ ਇਹ ਬਲੱਡ ਜਦ ਹਾਰਟ ਸਾਡਾ ਸਕਵੀਜ਼ ਕਰਦਾ ਹੈ, ਤੇ ਸਕਵੀਜ਼ ਕਰਨ ਦੇ ਵੇਲੇ ਜਿਹੜਾ ਉਹ ਆਪਣੀ ਫੋਰਸ ਦੇ ਨਾਲ ਖੂਨ ਨੂੰ ਨਾੜੀਆਂ ਵਿੱਚ ਭੇਜਦਾ ਆ, ਉਹ ਫੋਰਸ ਜਿਹੜੀ ਹੈਗੀ, ਉਹ ਜਿਹੜਾ ਜ਼ੋਰ ਹੈ ਖੂਨ ਦਾ, ਉਹ ਸਾਡੀ ਆਰਟਰੀਜ਼ ਨਾੜੀਆਂ ਤੇ ਪੈਂਦਾ ਹੈ। ਹੁਣ ਜਿਹੜੀ ਉਹ ਫੋਰਸ ਹੈ, ਜਿਸ ਵੀ ਇਹ ਜਗ੍ਹਾ ਤੇ ਫੋਰਸ ਪਾਊਗੀ ਉੱਥੇ ਇੱਕ ਪ੍ਰੈਸ਼ਰ ਬਣੂਗਾ। ਜੀ ਬਿਲਕੁਲ। ਸੋ ਜਿਹੜਾ ਇਹ ਖੂਨ ਦਾ ਫੋਰਸ ਸਾਡੀ ਨਾੜੀਆਂ ਤੇ ਪੈਂਦਾ, ਇਹਨੂੰ ਕਿਹਾ ਜਾਂਦਾ ਹੈ ਬਲੱਡ ਪ੍ਰੈਸ਼ਰ। ਤੇ ਆਪਣੇ ਆਪ ਵਿੱਚ ਇਹ ਕੋਈ ਬਿਮਾਰੀ ਨਹੀਂ ਹੈਗੀ। ਤੇ ਕਿਉਂ ਬਿਮਾਰੀ ਨਹੀਂ ਹੈਗੀ, ਮੈਂ ਤੁਹਾਨੂੰ ਇਸ ਤਰ੍ਹਾਂ ਐਕਸਪਲੇਨ ਕਰਦਾ ਹਾਂ ਕਿ ਫੋਰ ਐਗਜ਼ਾਮਪਲ ਅਸੀਂ ਰੇਸ ਲਗਾਉਣ ਜਾ ਰਹੇ ਹਾਂ। ਰੇਸ ਲਗਾਉਣ ਦੇ ਵੇਲੇ ਸਾਨੂੰ ਆਪਣੀ ਬੋਡੀ ਦਾ ਪੂਰਾ ਜ਼ੋਰ ਲਗਾਉਣਾ ਹੈ, ਪੂਰੀ ਸ਼ਕਤੀ ਦੇ ਨਾਲ ਆਪਾਂ ਨੂੰ ਭੱਜਣਾ ਹੈ ਤਾਂ ਕਿ ਅਸੀਂ ਜਿੱਤ ਸਕੀਏ। ਹੁਣ ਜੇ ਅਸੀਂ ਲਾਈਨ ਤੇ ਖੜੇ ਹਾਂ, ਉੱਥੇ 3, 2, 1 ਸਿਗਨਲ ਹੋ ਰਿਹਾ ਤੇ ਗੋ ਕਹਿ ਰਿਹਾ ਤੇ ਆਪਾਂ ਨੂੰ ਭੱਜਣਾ ਹੈ। ਉਸ ਵੇਲੇ ਜਦ 3, 2, 1 ਹੋਏਗਾ, ਉਸ ਵੇਲੇ ਸਾਡੇ ਦਿਲ ਦੀ ਧੜਕਨ ਤੇਜ਼ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਬੋਡੀ ਵਿੱਚ ਪੂਰਾ ਆਕਸੀਜਨ ਤੇ ਨਿਊਟ੍ਰੀਐਂਟਸ ਨੂੰ ਹਰ ਹਿੱਸੇ ਵਿੱਚ ਪਹੁੰਚਾ ਸਕੀਏ ਤੇ એનર્ਜੀ ਨੂੰ ਬਰਨ ਕਰਕੇ ਉਸ ਰੇਸ ਵਿੱਚ ਜਿੱਤ ਸਕੀਏ। ਜੇ ਹੁਣ ਉੱਥੇ ਸਾਡਾ ਬੀਪੀ ਠੰਡਾ ਹੀ ਰਹਿ ਗਿਆ, ਆਪਣਾ ਵਧਿਆ ਨਹੀਂ ਬੀਪੀ, ਹਾਰਟ ਬੀਟ ਵਧੀ ਨਹੀਂ, ਤੇ ਆਪਾਂ ਕੀ ਹੋਏਗਾ ਕਿ ਉੱਥੇ ਸਲੋ ਹੀ ਭੱਜ ਪਾਵਾਂਗੇ, ਉਨੀ ਸਪੀਡ ਦੇ ਨਾਲ ਨਹੀਂ ਭੱਜ ਪਾਵਾਂਗੇ। ਐਜ਼ ਅ ਰਿਜ਼ਲਟ ਆਪਾਂ ਉਸ ਰੇਸ ਨੂੰ ਜਿੱਤ ਨਹੀਂ ਪਾਵਾਂਗੇ। ਸੋ ਉਸ ਕੰਡੀਸ਼ਨ ਵਿੱਚ ਬੀਪੀ ਦਾ ਵਧਣਾ ਹੀ ਸਾਡੇ ਵਾਸਤੇ ਵਧੀਆ ਹੈਗਾ। ਇਸੇ ਤਰ੍ਹਾਂ ਇੱਕ ਕੋਈ ਐਗਜ਼ਾਮਪਲ ਹੋਰ ਦਿੰਦਾ ਆ। ਫੋਰ ਐਗਜ਼ਾਮਪਲ ਹੁਣ ਆਪਾਂ ਬੈਠੇ ਹੋਏ ਹਾਂ ਸਟੂਡੀਓ ਵਿੱਚ, ਇੱਥੇ ਆਪਾਂ ਗੱਲ ਕਰਦੇ ਪਏ ਹਾਂ। ਜੇ ਸਾਡੇ ਲਾਗੇ ਛਾਗੇ ਇੱਥੇ ਕੋਈ ਮੰਨ ਲਓ ਵੈਸੇ ਤਾਂ ਨਾ ਹੀ ਆਏ, ਪਰ ਜੇ ਸੱਪ ਆ ਗਿਆ ਹੁਣ ਸੱਪ ਆ ਗਿਆ ਤੇ ਸਾਨੂੰ ਜਾਂ ਤਾਂ ਸੱਪ ਨੂੰ ਮਾਰਨਾ ਪਊਗਾ ਜਾਂ ਉੱਥੋਂ ਭੱਜਣਾ ਪਊਗਾ, ਨਹੀਂ ਤਾਂ ਇੱਕ ਬੰਦਾ ਦਾ ਟੱਕਰ ਹੋ ਗਈ ਤੇ ਫਿਰ ਕੰਮ ਖਰਾਬ ਹੋ ਸਕਦਾ ਹੈ ਨਾ। ਸੋ ਹੁਣ ਜਿਹੜਾ ਉਹ ਸੱਪ ਆ ਉਹ ਸਾਡੇ ਮਾਈਂਡ ਨੂੰ ਟ੍ਰਿਗਰ ਕਰੇਗਾ ਕਿ ਬਈ ਖਤਰੇ ਦੀ ਘੰਟੀ ਵੱਜੇਗੀ ਔਰ ਉੱਥੋਂ ਭੱਜਣ ਦਾ ਸਿਸਟਮ ਸਟਾਰਟ ਹੋਏਗਾ। ਤੇ ਉਹ ਜਿਹੜਾ ਖਤਰੇ ਦੀ ਘੰਟੀ ਵਧਾਉਣ ਵਾਸਤੇ ਬਲੱਡ ਪ੍ਰੈਸ਼ਰ ਇੱਕ ਚੀਜ਼ ਹੈ ਜਿਹੜਾ ਸਾਡੀ ਦਿਲ ਦੀ ਧੜਕਨ ਨੂੰ ਤੇਜ਼ ਕਰ ਦਿੰਦਾ ਹੈ। ਐਜ਼ ਅ ਰਿਜ਼ਲਟ ਆਪਾਂ ਪ੍ਰਿਪੇਅਰ ਹੋ ਜਾਂਦੇ ਹਾਂ ਭੱਜਣ ਵਾਸਤੇ। ਠੀਕ ਹੈ, ਠੀਕ ਹੈ। ਸੋ ਜੇ ਉਸ ਕੰਡੀਸ਼ਨ ਵਿੱਚ ਵੀ ਆਪਾਂ ਨਹੀਂ ਪ੍ਰਿਪੇਅਰ ਹੋਏ ਤੇ ਆਪਾਂ ਸੋਚੀ ਚੱਲ ਕੋਈ ਨਹੀਂ, ਸੱਪ ਹੀ ਤਾਂ ਹੈਗਾ, ਤੇ ਆਪਣਾ ਕੰਮ ਖਰਾਬ ਵੀ ਹੋ ਸਕਦਾ ਹੈ ਨਾ। ਸੋ ਇਸ ਤਰ੍ਹਾਂ ਜਿਹੜਾ ਮਾਈਂਡ ਆ, ਇਹ ਬ੍ਰੇਨ ਆ, ਇਹ ਆਪਣੇ ਆਪ ਨੂੰ ਪ੍ਰੈਸ਼ਰ ਨੂੰ ਵਧਾਉਂਦਾ ਘਟਾਉਂਦਾ ਰਹਿੰਦਾ ਆ, ਫਲਕਚੁਏਸ਼ਨ ਕਰਦਾ ਰਹਿੰਦਾ ਡਿਪੈਂਡਿੰਗ ਔਨ ਦਾ ਸਿਚੁਏਸ਼ਨ। ਹੁਣ ਦਿਨ ਵੇਲੇ ਪ੍ਰੈਸ਼ਰ ਅਲੱਗ ਹੋਊਗਾ, ਰਾਤ ਵੇਲੇ ਅਲੱਗ ਹੋਊਗਾ, ਸਵਸਥ ਅਵਸਥਾ ਵਿੱਚ ਅਲੱਗ ਹੋਊਗਾ, ਬਿਮਾਰੀ ਵਿੱਚ ਅਲੱਗ ਹੋਊਗਾ, ਬੱਚੇ ਨੂੰ ਅਲੱਗ ਪ੍ਰਕਾਰ ਦਾ ਹੋਏਗਾ, ਬਜ਼ੁਰਗ ਅਵਸਥਾ ਵਿੱਚ ਅਲੱਗ ਹੋਏਗਾ, ਸਰਦੀ ਵਿੱਚ ਅਲੱਗ, ਗਰਮੀ ਵਿੱਚ ਅਲੱਗ, ਈਵਨ ਇੱਥੇ ਤੱਕ ਕਿ ਲੈਫਟ ਹੱਥ ਵਿੱਚ ਅਲੱਗ ਹੋਊਗਾ ਤੇ ਰਾਈਟ ਵਿੱਚ ਅਲੱਗ ਹੋਊਗਾ। ਅੱਛਾ, ਇਹਨਾਂ ਵੀ ਫਰਕ ਹੁੰਦਾ? ਇੰਨਾ ਵੀ ਫਰਕ ਹੁੰਦਾ ਆ। ਸੋ ਇਹ ਮੈਂ ਕਹਿ ਰਿਹਾ ਸੀ ਕਿ ਆਪਣੇ ਆਪ ਇਹ ਕੋਈ ਬਿਮਾਰੀ ਨਹੀਂ ਹੈਗੀ। ਸੋ ਇਹ ਨਾਰਮਲ ਪ੍ਰੋਸੀਜਰ ਹੈ। ਲੇਕਿਨ ਜਦ ਇੱਕ ਸੇਫ ਲਿਮਿਟ ਤੋਂ ਉੱਤੇ ਲਗਾਤਾਰ ਰਹਿਣ ਲੱਗ ਪੈਂਦਾ ਹੈ ਕਿ ਮੰਨ ਲਓ ਕਿ 180, 190, 200 ਇਸ ਤਰ੍ਹਾਂ ਲਗਾਤਾਰ ਰਹਿਣ ਲੱਗ ਪੈਂਦਾ, ਇਹਦਾ ਮਤਲਬ ਹੈ ਕਿ ਸਾਡੀ ਬੋਡੀ ਵਿੱਚ ਜਾਂ ਹਾਰਟ ਦੀ ਨਾੜੀਆਂ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਬਲੌਕੇਜ ਹੈਗੀ, ਜਾਂ ਫਿਰ ਖੂਨ ਗਾੜਾ ਹੋ ਗਿਆ ਜਿਸ ਕਰਕੇ ਇੰਨਾ ਜ਼ਿਆਦਾ ਪ੍ਰੈਸ਼ਰ ਬਣ ਰਿਹਾ ਹੈ। ਤੇ ਇਹ ਥੋੜੀ ਸਾਡੇ ਵਾਸਤੇ ਖਤਰੇ ਦੀ ਘੰਟੀ ਹੋਣੀ ਚਾਹੀਦੀ ਹੈ। ਸੋ ਹੁਣ ਜੇ ਤੁਸੀਂ ਗੱਲ ਕੀਤੀ ਹੈ ਕਿ ਆਮ ਤਾਂ ਚਲੋ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਤਾਂ ਇੱਕ ਹਿਊਮਨ ਬੋਡੀ ਦਾ ਹਿੱਸਾ ਹੈਗਾ, ਪਾਰਟ ਹੈਗਾ, ਸਾਡੇ ਬਲੱਡ ਦੌੜਦਾ ਹੈ ਨਾੜੀਆਂ ਦੇ ਵਿੱਚ, ਸਿਰ ਤੋਂ ਲੈ ਕੇ ਪੈਰਾਂ ਤੱਕ ਦੌੜਦਾ ਹੈ। ਪਰ ਜਦੋਂ ਇਹਦੀ ਲਿਮਿਟ ਵੱਧ ਜਾਂਦੀ ਹੈ ਜਾਂ ਫਿਰ ਘਟ ਜਾਂਦੀ ਹੈ, ਫਿਰ ਇਹ ਨੁਕਸਾਨਦੇਹ ਹੈਗਾ। ਸੋ ਇਹ ਲਿਮਿਟ ਵੱਧਦੀ ਕਿੱਦਾਂ? ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਬੀਪੀ ਆਪਣੀ ਜਿਹੜੀ ਹੱਦ ਹੈ ਉਹ ਤੋਂ ਵੱਧ ਕੇ ਕਿਵੇਂ ਪਾਰ ਹੋ ਜਾਂਦਾ, ਕਿਵੇਂ ਹਾਈ ਹੋ ਜਾਂਦਾ? ਜੀ ਜੀ, ਬਹੁਤ ਵਧੀਆ ਸਵਾਲ ਹੈਗਾ। ਤੇ ਲਿਮਿਟ ਕਿਵੇਂ ਕ੍ਰਾਸ ਕਰ ਦਿੰਦਾ ਹੈ, ਉਸ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਪਊਗਾ ਕਿ ਲਿਮਿਟ ਹੈ ਕੀ ਐਕਚੁਅਲੀ ਵਿੱਚ, ਹੈ ਨਾ। ਕਿ ਨਾਰਮਲ ਰੇਂਜ ਕੀ ਹੈਗਾ ਉਹ ਸਾਨੂੰ ਪਤਾ ਲੱਗੇਗਾ ਤਾਂ ਹੀ ਆਪਾਂ ਦੱਸ ਸਕਦੇ ਹਾਂ ਕਿ ਹਾਈ ਹੋਇਆ ਹੈ ਕਿ ਨਹੀਂ ਹੋਇਆ ਹੈ। ਕਈ ਵਾਰੀ ਕੀ ਹੁੰਦਾ ਹੈ, ਸਾਡਾ ਬਲੱਡ ਪ੍ਰੈਸ਼ਰ ਹਾਈ ਹੋਇਆ ਹੀ ਨਹੀਂ ਹੁੰਦਾ, ਪਰ ਫਿਰ ਵੀ ਅਸੀਂ ਬਲੱਡ ਪ੍ਰੈਸ਼ਰ ਦੀ ਗੋਲੀਆਂ ਖਾ ਰਹੇ ਹੁੰਦੇ ਆ, ਤਾਂ ਉਹਦੇ ਨਾਲ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹਾਂ। ਅੱਜ ਸਾਡਾ ਕਿਸੇ ਤੋਂ ਵੀ ਪੁੱਛੋ ਕਿ ਬੀਪੀ ਕਿੰਨਾ ਨਾਰਮਲ ਹੋਣਾ ਚਾਹੀਦਾ ਹੈ, ਸਾਰੇ ਜਾਣਦੇ ਆ ਕਿ 120 ਉੱਤੇ ਵਾਲਾ ਤੇ 80 ਥੱਲੇ ਵਾਲਾ। ਉੱਤੇ ਵਾਲਾ ਸਿਸਟੋਲਿਕ ਹੁੰਦਾ, ਥੱਲੇ ਵਾਲਾ ਡਾਇਸਟੋਲਿਕ ਹੁੰਦਾ ਹੈ।
ਜੀ ਉਹਦੇ ਸਾਇੰਸ ਬਾਰੇ ਮੈਂ ਸੋਚਦਾ ਸੀਗਾ ਕਿ ਇੰਨਾ ਉਹ ਸਭ ਕੁਝ ਕਨਫਿਊਜ਼ਿੰਗ ਕਰਨ ਤੋਂ ਬਜਾਏ ਸਿੰਪਲ ਲੈਂਗੁਏਜ ਵਿੱਚ ਆਪਾਂ ਸਮਝੀਏ, ਤੇ ਉੱਤੇ ਬਿਲਕੁਲ ਵਾਲਾ ਜਿਹੜਾ ਹੈਗਾ 120, ਥੱਲੇ ਵਾਲਾ 80, ਇਹਨੂੰ ਨਾਰਮਲ ਅੱਜ ਦੀ ਡੇਟ ਵਿੱਚ ਮੰਨਿਆ ਜਾਂਦਾ ਆ। ਠੀਕ ਹੈ। ਲੇਕਿਨ 1997 ਤੋਂ ਪਹਿਲਾਂ ਦੀ ਗੱਲ ਕਰੀਏ, ਅਸੀਂ 1997 ਤੋਂ ਪਹਿਲਾਂ ਦੀ ਗੱਲ ਕਰੀਏ, ਤੇ ਉਸ ਵੇਲੇ 160/100 ਨਾਰਮਲ ਮੰਨਿਆ ਜਾਂਦਾ ਸੀਗਾ। ਅੱਛਾ ਜੀ। ਫਿਰ ਕੀ ਹੋਇਆ 1997 ਤੋਂ ਬਾਅਦ ਇਹਨਾਂ ਨੇ ਕਿਹਾ ਨਹੀਂ, 160/100 ਨਹੀਂ, 140/90 ਹੋਣਾ ਚਾਹੀਦਾ ਹੈ। ਓਕੇ, ਸੋ ਇਹ ਲਿਮਿਟ ਜਿਹੜੀ ਘਟਾ ਦਿੱਤੀ ਗਈ। ਹਾਂ, ਲਿਮਿਟ ਘਟਾ ਦਿੱਤੀ ਗਈ, ਤੇ ਹੁਣ ਵੇਲੇ 120/80 ਹੋ ਗਿਆ, ਤੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਹੈ ਇਹਨਾਂ ਨੇ 115/75 ਕਰ ਦੇਣਾ, ਤੇ ਉਸ ਵੇਲੇ ਤਾਂ ਫਿਰ ਉਹੀ ਸਵਸਥ ਰਹੇਗਾ, ਉਹਨੂੰ ਹੀ ਬੀਪੀ ਦੀ ਪ੍ਰੋਬਲਮ ਨਹੀਂ ਹੋਏਗੀ, ਜਿਹੜਾ ਕਦੀ ਬੀਪੀ ਚੈੱਕ ਹੀ ਨਹੀਂ ਕਰੂਗਾ। ਨਹੀਂ ਤਾਂ ਜੋ ਵੀ ਬੀਪੀ ਚੈੱਕ ਕਰੂਗਾ ਕਿਤੇ ਨਾ ਕਿਤੇ ਤਾਂ ਜਾ ਕੇ ਫਸੀ ਜਾਊਗਾ। ਸੋ ਇਹ ਮਤਲਬ ਇਹ ਲਿਮਿਟ ਹੁਣ ਜੀ ਹਾਂਜੀ, ਮੈਂ ਕਹਿੰਦਾ ਸੀਗਾ ਕਿ ਇਹ ਜਿਹੜੀ ਲਿਮਿਟ ਹੁਣ ਘਟਾਈ ਗਈ ਹੈਗੀ, ਇਹ ਕਿਸ ਬੇਸਿਸ ਤੇ ਘਟਾਈ ਗਈ ਹੈ, ਸਮਝਣ ਦਾ ਯਤਨ ਕਰੀਏ ਕਿ ਜੇ ਉਹਨਾਂ ਨੇ ਬੀਪੀ ਦੀ ਦਵਾਈਆਂ ਨੂੰ ਵੇਚਣਾ ਆ, ਹੁਣ ਬੀਪੀ ਦੀ ਦਵਾਈਆਂ ਵੇਚਣ ਵਾਸਤੇ ਬੀਪੀ ਦੇ ਪੇਸ਼ੈਂਟ ਹੋਣੇ ਚਾਹੀਦੇ ਆ, ਤੇ ਪੇਸ਼ੈਂਟ ਕਿੱਦਾਂ ਲੋਕੀ ਬਣਨਗੇ, ਤੇ ਉਹ ਆંકੜੇ ਨੂੰ ਘਟਾ ਕੇ ਬੀਪੀ ਦੇ ਪੇਸ਼ੈਂਟ ਬਣਾ ਲਏ ਗਏ ਕਿ 160 ਤੋਂ ਪਹਿਲਾਂ 140 ਤੇ ਆ ਗਏ, 140 ਤੋਂ 120 ਤੇ ਆ ਗਏ, ਜੇ ਅੱਗੇ ਜਾ ਕੇ ਹੋਰ ਘਟਾ ਦੇਣਗੇ ਤੇ ਸਾਰੇ ਬੀਪੀ ਦੇ ਪੇਸ਼ੈਂਟ ਬਣ ਜਾਣਗੇ। ਸੋ ਇਸ ਤਰ੍ਹਾਂ ਰਾਤੋਂ ਰਾਤ ਹੀ ਇਹਨਾਂ ਨੇ ਬੀਪੀ ਦੇ ਪੇਸ਼ੈਂਟਸ ਵਧਾ ਲਏ। ਇੱਕ ਤਾਂ ਇਹ ਹੋ ਗਈ ਗੱਲ ਕਿ ਹੁਣ ਨਾਰਮਲ ਰੇਂਜ ਹੈ ਕਿੰਨੀ। ਜੇ ਅਸੀਂ 2013 ਦੀ ਕੋਕਰੇਨ ਸਾਇੰਸ ਦੀ ਜਿਹੜਾ ਜਰਨਲ ਹੈਗਾ, ਉਸ ਦੀ ਰਿਪੋਰਟ ਅਗਰ ਚੈੱਕ ਕਰੀਏ, ਉਹਨਾਂ ਨੇ ਇੱਕ ਰਿਸਰਚ ਕੀਤਾ ਸੀਗਾ। ਅੱਛਾ ਜੀ। ਉਸ ਰਿਸਰਚ ਵਿੱਚ ਲਗਭਗ 10,000 ਬੰਦਿਆਂ ਵਿੱਚ ਉਹਨਾਂ ਨੇ ਰਿਸਰਚ ਕੀਤਾ। ਅੱਧੇ ਬੰਦਿਆਂ ਨੂੰ ਉਹਨਾਂ ਨੇ ਲੋ ਬਲੱਡ ਪ੍ਰੈਸ਼ਰ ਦੀ ਕੈਟਾਗਰੀ ਵਿੱਚ ਰੱਖਿਆ, ਤੇ ਬਾਕੀਆਂ ਨੂੰ ਹਾਈ ਪ੍ਰੈਸ਼ਰ ਵਿੱਚ ਰੱਖਿਆ। ਜਿਵੇਂ ਕਿ 140 ਤੋਂ ਲੈ ਕੇ 160 ਵਾਲੇ ਵੀ ਦੇਖੇ, ਤੇ ਜਿਹੜੇ ਲੋਕੀ 130 ਤੋਂ ਥੱਲੇ ਜਿਨ੍ਹਾਂ ਦਾ ਪ੍ਰੈਸ਼ਰ ਸੀਗਾ ਉਹਨਾਂ ਨੂੰ ਵੀ ਵੇਖਿਆ। ਤੇ ਹੋਇਆ ਕੀ, ਪਾਇਆ ਇਹ ਗਿਆ ਕਿ ਜਿਹੜੇ ਲੋਕੀ 140 ਤੋਂ 160 ਵਾਲੇ ਸੀਗੇ ਉਹਨਾਂ ਵਿੱਚ, ਤੇ ਜਿਹੜੇ 130 ਤੋਂ ਥੱਲੇ ਵਾਲੇ ਸੀਗੇ ਉਹਨਾਂ ਵਿੱਚ ਉਨੀ ਹੀ ਮੌਤਾਂ ਸੀਗੀਆਂ, ਉਨੇ ਹੀ ਦਿਲ ਦੀ ਪ੍ਰੋਬਲਮ ਸੀਗੀ ਜਿਹੜੀ ਘੱਟ ਵਾਲੇ ਵਿੱਚ ਸੀ ਤੇ ਜਿੰਨੀ ਵੱਧ ਵਾਲੇ ਵਿੱਚ। ਦੈਟ ਮੀਨਸ ਕਿ ਦਵਾਈਆਂ ਖਾ ਕੇ ਆਪਣੇ ਆਪ ਦਾ ਬਲੱਡ ਪ੍ਰੈਸ਼ਰ ਘਟਾਉਣ ਦਾ ਕੋਈ ਖਾਸ ਫਾਇਦਾ ਉੱਥੇ ਮਿਲਿਆ ਨਹੀਂ, ਬਲਕਿ ਜਿਹੜੇ ਲੋਕੀ ਆਪਣਾ ਦਵਾਈ ਦੇ ਨਾਲ ਬਲੱਡ ਪ੍ਰੈਸ਼ਰ ਘਟਾ ਰਹੇ ਸੀ, ਉਹਨਾਂ ਨੂੰ ਹੋਰ ਸਾਈਡ ਇਫੈਕਟ ਆਉਣ ਲੱਗ ਪਏ ਜਿਹੜੇ 140 160 ਵਾਲਿਆਂ ਵਿੱਚ ਨਹੀਂ ਸੀਗਾ। ਠੀਕ ਹੈ, ਠੀਕ ਹੈ। ਸੋ ਉਹਦੀ ਕੰਕਲੂਜਨ ਇਹ ਨਿਕਲੀ ਸੀਗੀ ਕਿ ਜੇ ਤੁਹਾਡਾ ਬਲੱਡ ਪ੍ਰੈਸ਼ਰ 159 ਤੱਕ ਹੈਗਾ ਉੱਤੇ ਵਾਲਾ, ਤੇ ਥੱਲੇ ਵਾਲਾ 99 ਤੱਕ ਹੈਗਾ, ਤਾਂ ਤੁਸੀਂ ਬੀਪੀ ਦੀ ਪ੍ਰੋਬਲਮ ਵਿੱਚ ਨਹੀਂ ਹੈਗੇ ਹੋ, ਤੁਹਾਡਾ ਬਲੱਡ ਪ੍ਰੈਸ਼ਰ ਨਾਰਮਲ ਰੇਂਜ ਵਿੱਚ ਹੈਗਾ। ਠੀਕ ਹੈ। ਸੋ ਇੱਥੇ ਹੁਣ ਜੇ ਹੁਣ ਆਪਾਂ ਇੱਥੇ ਗੱਲ ਕਰੀਏ ਵੀ ਇੱਕ ਬਲੱਡ ਪ੍ਰੈਸ਼ਰ ਦੀ ਜਿਹੜੀ ਹੈ, ਆਪਾਂ ਕਹਿੰਦੇ ਵੀ ਆਮ ਜਿਹੜੀ ਰੇਂਜ ਹੈ, ਤੁਹਾਡੇ ਮੁਤਾਬਕ ਕੀ ਹੋਣੀ ਚਾਹੀਦੀ ਹੈ, ਕਿੱਥੋਂ ਤੱਕ ਜਾਇਜ਼ ਹੈਗਾ, ਵੀ ਆਪਾਂ ਨੂੰ ਕੋਈ ਖਤਰਾ ਨਹੀਂ ਜਾਂ ਫਿਰ ਆਮ ਹੈ ਜਿਵੇਂ ਤੁਸੀਂ ਕਹਿ ਰਹੇ ਹੋ, ਕੀ ਹੈਗੀ ਇਹਦੇ ਬਾਰੇ ਦੱਸ ਦਈਏ ਆਪਾਂ ਆਪਣੇ ਦਰਸ਼ਕਾਂ ਨੂੰ। ਜੀ ਬਿਲਕੁਲ, ਇੱਥੇ ਬਹੁਤ ਵਧੀਆ ਗੱਲ ਹੈਗੀ ਕਿ ਸਾਨੂੰ ਇਹ ਸਮਝਣਾ ਪਊਗਾ, ਜਿੱਦਾਂ ਆਪਾਂ ਪਿਛਲੀ ਵੀਡੀਓ ਵਿੱਚ ਵੀ ਗੱਲ ਕੀਤਾ ਸੀਗਾ, ਕਿ ਸਾਨੂੰ ਓਵਰ ਰਿਲਾਇੰਸ ਔਨ ਟੈਕਨੋਲੋਜੀ ਨਹੀਂ ਕਰਨਾ ਚਾਹੀਦਾ। ਜਿਹੜਾ ਅਸਲੀ ਡਾਇਗਨੋਸਿਸ ਹੈ ਉਹ ਕੋਈ ਨੰਬਰ ਨਹੀਂ ਹੈ, ਉਹ ਕੋਈ ਆંકੜਾ ਨਹੀਂ ਹੈ। ਸਾਡਾ ਸਰੀਰ, ਸਾਡਾ ਬ੍ਰੇਨ ਭਗਵਾਨ ਨੇ ਏਦਾਂ ਬਣਾਇਆ ਹੈ ਕਿ ਸਾਨੂੰ ਦੱਸ ਸਕਦਾ ਹੈ ਕਿ ਸਰੀਰ ਵਿੱਚ ਕੋਈ ਪ੍ਰੋਬਲਮ ਹੈਗੀ ਆ। ਫੋਰ ਐਗਜ਼ਾਮਪਲ, ਮੈਨੂੰ ਥਕਾਨ ਮਹਿਸੂਸ ਹੋ ਰਹੀ ਹੈ, ਮੇਰੇ ਤੋਂ ਨਾਰਮਲ ਦੇ ਕੰਮ ਕੀਤੇ ਨਹੀਂ ਜਾ ਰਹੇ, ਮੈਂ ਸੀੜੀਆਂ ਚੜਨ ਲੱਗਿਆ ਤੇ ਮੇਰੀ ਸਾਂਸ ਫੁੱਲ ਜਾਂਦੀ ਹੈ, ਮੈਂ ਭੱਜ ਰਿਹਾ ਤਾਂ ਸਾਂਸ ਫੁੱਲ ਰਹੀ ਹੈ, ਜੇ ਮੈਂ ਕੋਈ ਸਮਾਨ ਚੱਕ ਕੇ ਲੈ ਕੇ ਆ ਰਿਹਾ ਮਾਰਕੀਟ ਤੋਂ ਤਾਂ ਮੇਰਾ ਥੋੜਾ ਜਲਦੀ ਸਾਹ ਫੁੱਲ ਜਾਂਦੀ ਹੈ। ਸੋ ਜੇ ਇਸ ਤਰ੍ਹਾਂ ਦੀ ਕੰਡੀਸ਼ਨ ਹੈ, ਦੈਟ ਮੀਨਸ ਕਿ ਸਾਡੇ ਸਰੀਰ ਵਿੱਚ ਕੁਛ ਨਾ ਕੁਛ ਹੈਲਥ ਇਸ਼ੂ ਹੈਗਾ ਆ। ਹੁਣ ਬਲੱਡ ਪ੍ਰੈਸ਼ਰ ਅਗਰ ਨਾਰਮਲ ਵੀ ਹੋਵੇ, ਬਲੱਡ ਪ੍ਰੈਸ਼ਰ ਨਾਰਮਲ ਹੈ ਲੇਕਿਨ ਫਿਰ ਵੀ ਸੀੜੀਆਂ ਚੜਨ ਵਿੱਚ ਦਿੱਕਤ ਹੋ ਰਹੀ ਹੈ, ਫਿਰ ਵੀ ਥਕਾ ਲੱਗ ਰਿਹਾ ਆ, ਤੇ ਉਸ ਤਰ੍ਹਾਂ ਦਾ ਨਾਰਮਲ ਸਾਨੂੰ ਨਹੀਂ ਚਾਹੀਦਾ। ਸਾਨੂੰ ਚਾਹੀਦਾ ਕਿ ਬਲੱਡ ਪ੍ਰੈਸ਼ਰ ਅਗਰ ਹਾਈ ਵੀ ਹੋ ਜਾਵੇ ਲੇਕਿਨ ਅਸੀਂ ਫਿਰ ਵੀ ਫੁਰਤੀਲੇ ਹੋਈਏ, ਫਿਰ ਵੀ ਸਾਰੇ ਕੰਮ ਅਸੀਂ ਕਰ ਪਾ ਰਹੇ ਹੋਈਏ, ਸਾਡੀ ਹੈਲਥ ਵਧੀਆ ਹੋਵੇ, એનર્ਜੀ ਵਧੀਆ ਹੋਵੇ, ਮੂਡ ਵਧੀਆ ਹੋਵੇ, ਉਸ ਵੇਲੇ ਫਿਰ ਆંકੜਾ ਮੈਟਰ ਨਹੀਂ ਕਰਦਾ। ਫੋਰ ਐਗਜ਼ਾਮਪਲ, ਮੈਂ ਇੱਕ ਉਦਾਹਰਨ ਦੇ ਕੇ ਸਮਝਾਉਂਦਾ ਆ। ਅਸੀਂ ਤਾਜ ਮਹਿਲ ਜਾ ਰਹੇ ਹਾਂ, ਆਪਾਂ ਗੂਗਲ ਮੈਪ ਤੇ ਪਾਇਆ ਤਾਜ ਮਹਿਲ, ਗੂਗਲ ਮੈਪ ਸਾਨੂੰ ਕਹੇਗਾ ਕਿ ਹੁਣ ਲੈਫਟ ਮੁੜਨਾ ਹੈ, ਫਿਰ ਕਹੇਗਾ ਰਾਈਟ ਮੁੜਨਾ ਹੈ, ਫਿਰ ਕਹੇਗਾ ਕਿ 2 ਕਿਲੋਮੀਟਰ ਰਹਿ ਗਏ ਤਾਜ ਮਹਿਲ ਆਉਣ ਵਿੱਚ, ਲੇਕਿਨ ਸਾਨੂੰ ਸਾਹਮਣੇ ਤਾਜ ਮਹਿਲ ਦਿਖਦਾ ਪਿਆ ਆ। ਲੋਕੀ ਦੱਸ ਵੀ ਰਹੇ ਨੇ ਕਿ ਤਾਜ ਮਹਿਲ ਆ ਕੇ 30 ਰੁਪਏ ਦੀ ਫੋਟੋਗ੍ਰਾਫ ਲੈ ਲਓ, ਹਨਾ, ਆਪਾਂ ਨੂੰ ਸੁਣਾਈ ਵੀ ਦੇ ਰਿਹਾ, ਦਿਖ ਵੀ ਰਿਹਾ, ਲੇਕਿਨ ਗੂਗਲ ਮੈਪ ਕਹਿ ਰਿਹਾ ਕਿ ਨਹੀਂ, ਅਜੇ 2 ਕਿਲੋਮੀਟਰ ਹੋਰ ਅੱਗੇ ਹੈਗਾ, ਤੇ ਅਸੀਂ ਆਪਣੀ ਅੱਖਾਂ ਤੋਂ ਵਿਸ਼ਵਾਸ ਨਹੀਂ ਕੀਤਾ, ਜੋ ਸਾਨੂੰ ਸੁਣ ਰਿਹਾ ਸੀ ਉਸ ਤੇ ਵਿਸ਼ਵਾਸ ਨਹੀਂ ਕੀਤਾ। ਆਪਾਂ ਕਿਹਾ ਚਲ ਗੂਗਲ ਮੈਪ ਤਾਂ ਸਹੀ ਦੱਸ ਰਿਹਾ ਹੋਏਗਾ, ਗੂਗਲ ਮੈਪ ਨੇ ਕਿਹਾ 2 ਕਿਲੋਮੀਟਰ ਅੱਗੇ ਜਾਓ, ਅਸੀਂ ਹੋਰ 2 ਕਿਲੋਮੀਟਰ ਅੱਗੇ ਲੈ ਗਏ, ਉੱਥੇ ਆਈ ਝੋਪੜੀ ਨੂੰ ਉਸਨੇ ਕਿਹਾ ਤਾਜ ਮਹਿਲ ਹੈਗਾ, ਤੇ ਅਸੀਂ ਉਹਦੇ ਵਿੱਚ ਵੜ ਗਏ। ਸੋ ਉਹ ਅਸੀਂ ਓਵਰ ਰਿਲਾਇੰਸ ਔਨ ਟੈਕਨੋਲੋਜੀ ਜਿਹੜੀ ਕਰਦੇ ਪਏ ਆ, ਉਹ ਇਸ ਦਾ ਇਹ ਕਾਰਨ ਹੈ। ਹੁਣ ਆਪਾਂ ਦੇਖੀਏ ਜਿਹੜੀ ਕੋਕਰੇਨ ਦੀ ਰਿਪੋਰਟ ਸੀਗੀ, ਇਹ ਜਿਹੜੀ ਰਿਪੋਰਟ ਆਉਂਦੀ ਹੈ, ਇਹ ਕੋਈ ਵੀ ਫਾਰਮਾਸਿਊਟੀਕਲ ਕੰਪਨੀ, ਦਵਾਈਆਂ ਵੇਚਣ ਵਾਲੀ ਕੰਪਨੀ ਤੋਂ ਅਨਅਫੈਕਟਡ ਹੁੰਦੀ ਹੈ। ਅਨਅਫੈਕਟਡ ਮਤਲਬ ਉਹਨਾਂ ਦੀ ਇਹਦੇ ਵਿੱਚ ਕੋਈ ਉਹ ਨਹੀਂ ਹੁੰਦੀ, ਮਤਲਬ ਹਿੱਸਾਦਾਰੀ ਨਹੀਂ ਹੁੰਦੀ। ਤੋ ਜੇ ਉਹਨਾਂ ਨੇ ਦਿਖਾ ਦਿੱਤਾ ਕਿ ਤੁਹਾਡਾ ਅਗਰ ਬਲੱਡ ਪ੍ਰੈਸ਼ਰ 160/100 ਹੈਗਾ ਤਾਂ ਤੁਸੀਂ ਨਾਰਮਲ ਰੇਂਜ ਵਿੱਚ ਹੈਗੇ ਹੋ। ਹੁਣ ਜਿਵੇਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਤੁਹਾਡੀ ਜਿਹੜੀ ਬੋਡੀ ਹੈਗੀ, ਉਹ ਸਵੇਰੇ ਵਾਲਾ ਪ੍ਰੈਸ਼ਰ ਅਲੱਗ ਹੋਊਗਾ, ਰਾਤ ਵਾਲਾ ਅਲੱਗ ਹੋਊਗਾ, ਉਮਰ ਦੇ ਹਿਸਾਬ ਨਾਲ ਅਲੱਗ ਹੋਊਗਾ, ਸਰਦੀ ਗਰਮੀ ਦੇ ਹਿਸਾਬ ਨਾਲ ਅਲੱਗ ਹੋਊਗਾ। ਤੋ ਇਸ ਕਰਕੇ ਕੋਈ ਫਿਕਸ ਰੇਂਜ ਨਹੀਂ ਬਣ ਸਕਦੀ। ਲੇਕਿਨ ਜੇ ਅਸੀਂ ਔਨ ਐਨ ਐਵਰੇਜ ਮੰਨ ਲਈਏ, ਔਨ ਐਨ ਐਵਰੇਜ
ਜੇ ਸਾਡਾ ਉੱਤੇ ਵਾਲਾ 150 ਦੇ ਆਸ-ਪਾਸ ਹੈਗਾ, ਥੱਲੇ ਵਾਲਾ 95 ਦੇ ਕੋਲ ਹੈਗਾ, ਤੇ ਅਸੀਂ ਸੇਫ ਰੇਂਜ ਵਿੱਚ ਹੈਗੇ ਆ, ਆਪਾਂ ਨੂੰ ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਲੇਕਿਨ ਮੇਨ ਜਿਹੜੀ ਚੀਜ਼ ਸਾਨੂੰ ਦੇਖਣ ਵਾਲੀ ਹੈ, ਕਿ ਮੈਨੂੰ ਥੱਕਾ ਲੱਗ ਰਿਹਾ ਹੈ, ਕਿ ਮੈਨੂੰ ਸਿਰ ਵਿੱਚ ਦਰਦ ਹੋ ਰਿਹਾ ਹੈ, ਕਿ ਮੈਨੂੰ ਸਮਾਨ ਉਠਾਉਣ ਵਾਲੀ ਦਿੱਕਤ ਹੁੰਦੀ ਹੈ, ਕਿਆ ਮੈਨੂੰ ਭੱਜਦੇ ਵੇਲੇ ਸਾਹ ਫੁੱਲਣ ਲੱਗ ਜਾਂਦੀ ਹੈ। ਜੇ ਇਸ ਤਰ੍ਹਾਂ ਦੀ ਪ੍ਰੋਬਲਮ ਹੈ, ਦੈਟ ਮੀਨਸ ਕਿ ਸਾਨੂੰ ਹੈਲਥ ਇਸ਼ੂ ਕੋਈ ਨਾ ਕੋਈ ਹੈਗਾ। ਪ੍ਰੈਸ਼ਰ ਵੱਧ ਹੋਵੇ ਘੱਟ ਹੋਵੇ, ਸ਼ੂਗਰ ਵੱਧ ਹੋਵੇ ਘੱਟ ਹੋਵੇ, ਉਹ ਮੈਟਰ ਨਹੀਂ ਕਰਦਾ, ਪਰ ਸਾਡੀ ਹੈਲਥ ਤੇ એનર્ਜੀ ਵਧੀਆ ਹੋਣੀ ਚਾਹੀਦੀ ਹੈ। क्या बात है, बिल्कुल। तो फिर जेकर ਤੁਹਾਨੂੰ ਇਸ ਤਰ੍ਹਾਂ ਦਾ ਲੱਗਦਾ ਹੈ ਤੇ ਲੱਛਣ ਹੈ ਨੇ, ਫਿਰ ਤੁਹਾਨੂੰ ਕੰਟਰੋਲ ਕਰਨਾ ਚਾਹੀਦਾ, ਦੇਖਣਾ ਚਾਹੀਦਾ ਵੀ ਆਖਰ ਵਾਪਰ ਕੀ ਰਿਹਾ, ਬਾਡੀ ਦੇ ਵਿੱਚ ਹੋ ਕੀ ਰਿਹਾ। ਸੋ ਸਾਵਧਾਨ ਰਹਿਣਾ ਵੀ ਬੜਾ ਜ਼ਰੂਰੀ ਹੁੰਦਾ ਜੀ। ਸੋ ਕਮਲਪ੍ਰੀਤ ਸਿੰਘ ਜੀ, ਆਪਾਂ ਜੇਕਰ ਗੱਲ ਕਰੀਏ ਹਾਈ ਬਲੱਡ ਪ੍ਰੈਸ਼ਰ ਦੀ, ਕਿ ਆਪਣੀ ਰੇਂਜ ਤੋਂ ਇਹ ਲਿਮਿਟ ਤੋਂ ਕ੍ਰਾਸ ਹੋ ਜਾਂਦਾ ਹੈ ਤੇ ਫਿਰ ਪ੍ਰੋਬਲਮ ਵੀ ਆਉਣ ਲੱਗ ਪੈਂਦੀ ਹੈ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਉਹਦੇ ਕੋਈ ਵੀ ਸਿੰਪਟਮਸ ਹੋ ਸਕਦੇ ਨੇ, ਅਖੀਰ ਮੌਤ ਵੀ ਕਈਆਂ ਦੀ ਹੋ ਜਾਂਦੀ ਹੈ, ਹਾਰਟ ਅਟੈਕ ਤੱਕ ਹੋ ਜਾਂਦੇ ਨੇ। ਸੋ ਹੁਣ ਜੇ ਹਾਈ ਬਲੱਡ ਪ੍ਰੈਸ਼ਰ ਦੀ ਗੱਲ ਕਰੀਏ ਤਾਂ ਕਿਹੜੀਆਂ ਮਾੜੀਆਂ ਆਦਤਾਂ ਨੇ ਸਾਡੀਆਂ ਆਮ ਘਰੇਲੂ ਜ਼ਿੰਦਗੀ ਦੇ ਵਿੱਚ, ਜਿਹਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਲਿਮਿਟ ਤੋਂ ਵੱਧ ਜਾਂਦਾ ਹੈ। ਸੋ ਆਪਾਂ ਜੇ ਲੋਅ ਦੀ ਵੀ ਤੁਸੀਂ ਗੱਲ ਕਰਨੀ ਹੈ, ਘੱਟ ਕਿਉਂ ਜਾਂਦਾ, ਉਹ ਵੀ ਤੁਸੀਂ ਨਾਲੋਂ ਨਾਲ ਹੀ ਕਰ ਸਕਦੇ ਹੋ ਜੀ। ਜੀ, ਬਹੁਤ ਵਧੀਆ ਸਵਾਲ ਤੇ ਆਪ ਜੀ ਨੇ ਪੁੱਛਿਆ ਕਿ ਇੱਥੇ ਹਾਈ ਇੱਕ ਲਿਮਿਟ ਤੋਂ ਉੱਤੇ ਕਿਉਂ ਹੋ ਜਾਂਦਾ ਆ। ਦੇਖੋ, ਇੱਥੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਆ ਦੋ ਕਮਿਊਨਿਟੀਜ਼ ਦਾ। ਇੱਕ ਕਮਿਊਨਿਟੀ ਹੈਗੀ ਅੰਡਮਾਨ ਨਿਕੋਬਾਰ ਆਈਲੈਂਡ, ਜਿਹੜੀ ਆਪਣੀ ਕੰਟਰੀ ਦਾ ਆਈਲੈਂਡ ਪਲੇਸ ਹੈਗਾ। ਉੱਥੇ ਕੀ ਹੁੰਦਾ ਹੈ, ਉੱਥੇ ਕੁਝ ਲੋਕੀ ਰਹਿੰਦੇ ਆ ਜਾਰਾਵਾਜ਼, ਜਿਨ੍ਹਾਂ ਦਾ ਨਾਮ ਹੈ ਜਾਰਾਵਾਜ਼। ਅੱਛਾ ਜੀ। ਤੇ ਉਹ ਲੋਕੀ ਉੱਥੋਂ ਕਦੀ ਬਾਹਰ ਨਹੀਂ ਗਏ, ਕੋਈ ਉੱਥੇ ਜਾਂਦਾ ਨਹੀਂ ਅੰਡਮਾਨ ਨਿਕੋਬਾਰ। ਉੱਥੇ ਗਵਰਨਮੈਂਟ ਨੇ ਸਪੈਸ਼ਲ ਪ੍ਰੋਟੈਕਸ਼ਨ ਉਹਨਾਂ ਨੂੰ ਦਿੱਤਾ ਹੋਇਆ ਹੈ, ਕਿਉਂਕਿ ਉਹ ਥੋੜੇ ਆਦੀਵਾਸੀ ਜਿੱਦਾਂ ਹੁੰਦੇ ਆ ਨਾ, ਉਸ ਤਰ੍ਹਾਂ ਰਹਿੰਦੇ ਆ। ਓਕੇ। ਹੁਣ ਉੱਥੇ ਉਹਨਾਂ ਨੇ ਕੁਝ ਡਾਕਟਰ ਉਹਨਾਂ ਵਾਸਤੇ ਸਪੈਸ਼ਲ ਰੱਖੇ ਹੋਏ ਆ, ਜਿੱਦਾਂ ਕਿ ਆਰਸੀ ਕਰ ਨਾਮ ਦੇ ਡਾਕਟਰ ਸੀਗੇ, ਜਿਹੜੇ ਮੇਰੇ ਟ੍ਰੇਨਰ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਨੂੰ ਮਿਲੇ ਸੀਗੇ। ਤੇ ਉਹਨਾਂ ਨੂੰ ਪੁੱਛਿਆ ਕਿ ਬਈ ਦੱਸੋ ਕਿ ਉੱਥੇ ਦੇ ਲੋਕੀ ਜਿਹੜੇ ਨੇ, ਉਹਨਾਂ ਦਾ ਬਲੱਡ ਪ੍ਰੈਸ਼ਰ ਕਿੰਨਾ ਹੁੰਦਾ ਹੈ, ਕਿ ਉਹਨਾਂ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੈਗੀ, ਕਦੀ ਉਹਨਾਂ ਦਾ ਸਟ੍ਰੋਕ ਆਇਆ ਜਾਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ। ਤੇ ਡਾਕਟਰ ਉਹਨਾਂ ਨੇ ਦੱਸਿਆ ਕਿ ਬਈ ਉੱਥੇ ਨਾ ਤਾਂ ਕਿਸੇ ਨੂੰ ਹਾਰਟ ਅਟੈਕ ਆਇਆ, ਨਾ ਕਦੀ ਕੋਈ ਸਟ੍ਰੋਕ ਆਉਂਦਾ ਆ। ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ, ਦੇਖੋ ਕਿੰਨਾ ਹੁੰਦਾ ਹੈ, ਉਹਨਾਂ ਦਾ ਬਲੱਡ ਪ੍ਰੈਸ਼ਰ ਹੁੰਦਾ 100/60। ਅੱਛਾ। 100/60 ਹੁੰਦਾ ਹੈ, ਜਿਹਨੂੰ ਆਪਾਂ ਥੋੜਾ ਲੋ ਰੇਂਜ ਵਿੱਚ ਹੀ ਮੰਨ ਲੈਂਦੇ ਆ। ਤੇ ਉਹਦੇ ਹੋਣ ਦੇ ਬਾਵਜੂਦ ਉਹਨਾਂ ਨੂੰ ਕਦੀ ਕੋਈ ਹਾਰਟ ਦੀ ਪ੍ਰੋਬਲਮ ਨਹੀਂ ਆਈ। ਮਤਲਬ ਉਹ ਦੁਨੀਆ ਦੇ ਨਾਲ ਅਟੈਚ ਹੀ ਨਹੀਂ, ਇੱਕ ਆਈਲੈਂਡ ਤੇ ਉਹ ਰਹਿ ਰਹੇ ਨੇ, ਮਤਲਬ ਕਿ ਕੋਈ ਸਮੱਸਿਆ ਨਹੀਂ, ਕੋਈ ਲੈਣ ਦੇਣ ਨਹੀਂ, ਕੋਈ ਫਾਸਟ ਫੂਡ ਨਹੀਂ, ਕੋਈ ਕੋਲਡ ਡਰਿੰਕ ਨਹੀਂ, ਜਾਂ ਫਿਰ ਕੋਈ ਟੈਨਸ਼ਨਾਂ ਨਹੀਂ ਹੈਗੀਆਂ। ਆਹ ਸਾਰਾ ਕੁਝ ਤੁਸੀਂ ਕਹਿ ਰਹੇ ਹੋ ਜੀ। ਉੱਥੇ ਖਾਸ ਗੱਲ ਜਿਹੜੀ ਪਾਈ ਗਈ ਸੀਗੀ ਕਿ ਉੱਥੇ ਉਹ ਕਿਸ ਤਰ੍ਹਾਂ ਦਾ ਭੋਜਨ ਛਕਦੇ ਆ, ਜਿਸ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦੀ ਕਦੀ ਪ੍ਰੋਬਲਮ ਆਈ ਨਹੀਂ, ਕਦੀ ਉਹਨਾਂ ਦਾ ਬੀਪੀ ਹਾਈ ਹੋਇਆ ਹੀ ਨਹੀਂ, ਕਦੀ ਉਹਨਾਂ ਦਾ ਹਾਰਟ ਅਟੈਕ ਆਇਆ ਹੀ ਨਹੀਂ, ਸਟ੍ਰੋਕ ਆਇਆ ਹੀ ਨਹੀਂ। ਉੱਥੇ ਖਾਸ ਗੱਲ ਇਹ ਪਾਈ ਗਈ ਕਿ ਉਹਨਾਂ ਦਾ 95% ਜਿਹੜਾ ਭੋਜਨ ਹੈਗਾ ਉਹ ਕੱਚਾ ਹੈਗਾ। ਓਕੇ, ਠੀਕ ਹੈ। ਹਾਂ, ਉਹ ਕਦੀ ਭੋਜਨ ਨੂੰ ਪਕਾਉਂਦੇ ਨਹੀਂ ਹੈਗੇ, ਜਿੱਦਾਂ ਉਹ ਫਲ ਫਰੂਟ ਮਿਲਦੇ ਆ ਪੇੜਾਂ ਵਿੱਚੋਂ, ਉਦਾਂ ਹੀ ਛਕ ਲੈਂਦੇ ਆ। ਠੀਕ ਹੈ। ਹੁੰਦਾ ਕੀ ਹੈ ਕਿ ਜਿਹੜਾ ਫਰੂਟਸ ਵਿੱਚ ਕੀ ਹੁੰਦਾ ਹੈ, ਪੋਟੈਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਤੇ ਸੋਡੀਅਮ ਬਹੁਤ ਘੱਟ ਹੁੰਦਾ ਹੈ। ਠੀਕ ਹੈ। ਇਸੇ ਤਰ੍ਹਾਂ ਦੁਨੀਆ ਦੇ ਕਈ ਹੋਰ ਵੀ ਦੇਸ਼ ਨੇ, ਜਿੱਦਾਂ ਕਿ ਟੈਕਸਸ ਵਿੱਚ ਤਾਮਾਹਾਰਨੋ ਇੰਡੀਅਨਸ ਹੈਗੇ ਨੇ, ਉੱਥੇ ਵੀ ਲੋਕਾਂ ਵਿੱਚ ਦੇਖਿਆ ਗਿਆ ਕਿ ਹਾਰਟ ਦੀ ਡਿਜ਼ੀਜ਼ ਬਿਲਕੁਲ ਨਹੀਂ ਹੈਗੀ, ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਬਿਲਕੁਲ ਨਹੀਂ ਹੈਗੀ। ਤੇ ਉੱਥੇ ਵੀ ਇਹੀ ਚੀਜ਼ ਪਾਈ ਗਈ ਕਿ ਉੱਥੇ ਵੀ ਲੋਕੀ ਕੱਚਾ ਭੋਜਨ ਜ਼ਿਆਦਾ ਛਕਦੇ ਆ। ਓਕੇ, ਠੀਕ ਹੈ। ਸੋ ਐਜ਼ ਅ ਰਿਜ਼ਲਟ ਆਪਾਂ ਨੂੰ ਇਹ ਦੇਖਿਆ ਕਿ ਜਿਨ੍ਹਾਂ ਦੀ ਡਾਈਟ ਵਿੱਚ ਕੇ ਫੈਕਟਰ ਜ਼ਿਆਦਾ ਹੋਊਗਾ, ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਨਹੀਂ ਆਏਗੀ, ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨਹੀਂ ਆਏਗੀ। ਹੁਣ ਇਹ ਕੇ ਫੈਕਟਰ ਹੁੰਦਾ ਕੀ ਹੈ? ਇਹ ਕੇ ਫੈਕਟਰ ਹੁੰਦਾ ਹੈ ਪੋਟੈਸ਼ੀਅਮ ਫੈਕਟਰ, ਯਾਨੀ ਕਿ ਕਿੰਨਾ ਤੁਹਾਡੀ ਬੋਡੀ ਵਿੱਚ ਪੋਟੈਸ਼ੀਅਮ ਹੈਗਾ ਕੰਪੇਅਰ ਟੂ ਦ ਸੋਡੀਅਮ ਲੈਵਲ। ਮਤਲਬ ਸੋਡੀਅਮ ਜਿਹੜਾ ਹੁੰਦਾ ਆ, ਜਿਹੜਾ ਜਿਹਨੂੰ ਆਪਾਂ ਆਮ ਭਾਸ਼ਾ ਵਿੱਚ ਕਹਿੰਦੇ ਕਿ ਨਮਕ ਵਿੱਚ ਸੋਡੀਅਮ ਹੁੰਦਾ ਹੈ, ਤੇ ਜਿਹੜਾ ਆਪਾਂ ਨਮਕ ਖਾਂਦੇ ਆ ਜਾਂ ਸੋਡੀਅਮ ਖਾਂਦੇ ਆ, ਉਹਦੀ ਮਾਤਰਾ ਵਿੱਚ ਕਿੰਨਾ ਪੋਟੈਸ਼ੀਅਮ ਸਾਡੀ ਬੋਡੀ ਵਿੱਚ ਹੈਗਾ। ਠੀਕ ਹੈ ਜੀ। ਜਿਹੜਾ ਵੀ ਖਾਣਾ ਭਗਵਾਨ ਨੇ ਬਣਾਇਆ ਆਪਣੇ ਓਰੀਜਨਲ ਸਟੇਟ ਵਿੱਚ, ਜਿਵੇਂ ਕਿ ਫਰੂਟਸ, ਵੈਜੀਟੇਬਲ, ਇਹਨਾਂ ਸਾਰਿਆਂ ਵਿੱਚ, ਨਾਰੀਅਲ ਪਾਣੀ, ਇਹਨਾਂ ਵਿੱਚ ਬਹੁਤ ਜ਼ਿਆਦਾ ਹੀ ਪੋਟੈਸ਼ੀਅਮ ਹੁੰਦਾ ਹੈ ਤੇ ਸੋਡੀਅਮ ਬਹੁਤ ਘੱਟ ਹੁੰਦਾ ਹੈ। ਲੇਕਿਨ ਜਿਹੜਾ ਵੀ ਖਾਣਾ ਫੈਕਟਰੀਆਂ ਵਿੱਚ ਬਣਦਾ ਹੈ, ਡਿੱਬੇ ਬੰਦ ਫੈਕਟਰੀਆਂ ਵਿੱਚ, ਨੂਡਲਸ, ਪਾਸਤਾ, ਚਿਪਸ, ਕੁਰਕੁਰੇ, ਪੈਟੀਜ਼, ਬਰਗਰਸ, ਜੇ ਵੀ ਚੀਜ਼ਾਂ ਨੇ, ਇਹਨਾਂ ਵਿੱਚ ਸੋਡੀਅਮ ਬਹੁਤ ਜ਼ਿਆਦਾ ਹੁੰਦਾ ਹੈ ਤੇ ਪੋਟੈਸ਼ੀਅਮ ਬਹੁਤ ਘੱਟ ਹੁੰਦਾ ਹੈ। ਤੋ ਇੱਥੇ ਸਾਨੂੰ ਸਮਝਣ ਦੀ ਲੋੜ ਹੈਗੀ ਕਿ ਜਿਨ੍ਹਾਂ ਲੋਕਾਂ ਵਿੱਚ ਕਦੀ ਹਾਰਟ ਦੀ ਪ੍ਰੋਬਲਮ ਨਹੀਂ ਦੇਖੀ ਗਈ, ਉਹ ਪੋਟੈਸ਼ੀਅਮ ਵਾਲਾ ਭੋਜਨ ਖਾਂਦੇ ਆ, ਤੇ ਜਿਨ੍ਹਾਂ ਵਿੱਚ ਹਾਰਟ ਦੀ ਪ੍ਰੋਬਲਮ ਦੇਖੀ ਜਾ ਰਹੀ ਹੈ, ਉਹ ਸੋਡੀਅਮ ਵਾਲਾ ਭੋਜਨ ਖਾਂਦੇ ਆ। ਤੇ ਇੱਥੇ ਸਮਝਣ ਦੀ ਗੱਲ ਹੈ ਕਿ ਜਿਹੜਾ ਸਾਡਾ ਲਾਈਫ ਸਟਾਈਲ ਹੈ, ਸਾਡੀ ਡਾਈਟ ਆ, ਇਹਦੇ ਵਿੱਚ ਜਿਹੜਾ ਬਾਹਰ ਦਾ ਭੋਜਨ ਇੰਨਾ ਵੜ ਚੁੱਕਿਆ ਆ, ਜਿਸ ਕਰਕੇ ਸਾਡੀ ਬੋਡੀ ਵਿੱਚ ਸੋਡੀਅਮ ਲੈਵਲ ਬਹੁਤ ਹਾਈ ਹੋ ਚੁੱਕਿਆ। ਐਜ਼ ਅ ਰਿਜ਼ਲਟ ਸਾਨੂੰ ਹਾਰਟ ਦੀ ਪ੍ਰੋਬਲਮ, ਬੀਪੀ ਦੀ ਪ੍ਰੋਬਲਮ ਇਹ ਆਉਣ ਲੱਗ ਪਈਆਂ ਨੇ। ਕੀ ਬਾਤ ਹੈ। ਠੀਕ ਹੈ, ਠੀਕ ਹੈ। ਸੋ ਜਿਵੇਂ ਜਿਵੇਂ ਆਪਾਂ ਕਹਿੰਦੇ ਵੀ ਟੈਕਨੀਕ ਵੱਧਦੀ ਜਾ ਰਹੀ ਹੈ, ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਨੇ, ਖਾਣ ਪੀਣ ਦੇ ਵੀ ਨਵੀਆਂ ਡਿਸ਼ਸ ਤਿਆਰ ਕਰ ਦਿੱਤੀਆਂ ਗਈਆਂ, ਰੈਸਟੋਰੈਂਟ ਬਣ ਗਏ। ਸੋ ਉਹਦੇ ਵਿੱਚ ਫਰਾਈਡ ਚੀਜ਼ਾਂ ਜਿਹੜੀਆਂ ਸਾਨੂੰ ਮਿਲ ਰਹੀਆਂ। ਸੋ ਬਹੁਤ ਕੁਝ ਐਸਾ ਜਿਹੜਾ ਹੈ, ਆਪਾਂ ਨਾਲ ਟੈਕਨੋਲੋਜੀ ਦੇ ਨਾਲ ਸਾਡਾ ਫੂਡ ਵੀ ਜਿਹੜਾ ਉਹ ਬਦਲ ਚੁੱਕਿਆ, ਤੇ ਜਿਹੜਾ ਵੱਡਾ ਕਾਰਨ ਬਣਦਾ ਹੈ ਬਲੱਡ ਪ੍ਰੈਸ਼ਰ ਦਾ, ਤੇ ਉਸ ਤੋਂ ਬਾਅਦ ਹਾਰਟ ਡਿਜ਼ੀਜ਼ ਜਿਹੜੀ ਹੈ ਉਹ ਹੋਣ ਦਾ। ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਜੀ ਬਿਲਕੁਲ, ਜੀ ਬਿਲਕੁਲ। ਇੱਥੇ ਇੱਕ ਚੀਜ਼ ਹੋਰ ਸਮਝਣ ਵਾਲੀ ਹੈਗੀ
ਕਿ ਆਪਾਂ ਸੋਚਦੇ ਹਾਂ ਕਿ ਸਾਡਾ ਬੀਪੀ ਹਾਈ ਹੈਗਾ, ਜਿਸ ਕਰਕੇ ਸਾਨੂੰ ਹਾਰਟ ਦੀ ਪ੍ਰੋਬਲਮ ਆ ਸਕਦੀ ਹੈ, ਬ੍ਰੇਨ ਹੈਮਰੇਜ ਹੋ ਸਕਦਾ ਹੈ ਜਾਂ ਹਾਰਟ ਡਿਜ਼ੀਜ਼ ਆ ਸਕਦੀ ਹੈ। ਪਰ ਮੈਂ ਇਸ ਨੂੰ ਇਸ ਤਰ੍ਹਾਂ ਵੇਖਦਾ ਹਾਂ ਕਿ ਸਾਨੂੰ ਹਾਰਟ ਦੀ ਪ੍ਰੋਬਲਮ ਆ ਚੁੱਕੀ ਹੈ, ਸਾਡੀ ਸਟ੍ਰੋਕ ਦੀ ਚਾਂਸਸ ਹੈਗੀਆਂ, ਇਸ ਕਰਕੇ ਸਾਡਾ ਬੀਪੀ ਹਾਈ ਹੈਗਾ। ਓਕੇ, ਠੀਕ ਹੈ। ਸੋ ਇਹਦਾ ਮਤਲਬ ਹੈ ਕਿ ਸਾਨੂੰ ਜੇ ਬੀਪੀ ਨੂੰ ਨਾਰਮਲ ਕਰਨਾ ਹੈ ਤਾਂ ਸਾਨੂੰ ਆਪਣੀ ਹਾਰਟ ਦੀ ਜਿਹੜੀ ਪ੍ਰੋਬਲਮ ਆਈ ਹੋਈ ਹੈ ਉਹਨੂੰ ਠੀਕ ਕਰਨਾ ਪਊਗਾ। ਕਿਉਂਕਿ ਬੀਪੀ ਹਾਈ ਹੋਣ ਦੇ ਮੇਨ ਜਿਹੜੇ ਦੋ ਕਾਰਨ ਨੇ, ਇੱਕ ਤਾਂ ਹੈਗਾ ਖੂਨ ਦਾ ਗਾੜਾ ਹੋਣਾ, ਦੂਜਾ ਹੈਗਾ ਸਾਡੀ ਨਾੜੀਆਂ ਵਿੱਚ ਬਲੋਕੇਜ ਹੋ ਜਾਣਾ। ਠੀਕ ਹੈ। ਸੋ ਸਾਡੀ ਹਾਰਟ ਵਿੱਚ, ਸਾਡੀ ਨਾੜੀਆਂ ਵਿੱਚ ਆਲਰੇਡੀ ਬਲੋਕੇਜ ਆ ਚੁੱਕੀ ਹੈ, ਜਿਸ ਕਰਕੇ ਸਾਨੂੰ ਬੀਪੀ ਹਾਈ ਹੋ ਰਿਹਾ ਹੈ। ਜੇ ਆਪਾਂ ਬੀਪੀ ਨੂੰ ਨਾਰਮਲ ਕਰਨਾ ਹੈ ਤੇ ਬਲੋਕੇਜ ਨੂੰ ਕੱਢ ਦਈਏ ਜਾਂ ਖੂਨ ਨੂੰ ਨਾਰਮਲ ਕਰ ਦਈਏ ਤੇ ਆਟੋਮੈਟਿਕਲੀ ਬੀਪੀ ਠੀਕ ਹੋ ਜਾਏਗਾ। ਸੋ ਮੈਂ ਐਗਜ਼ਾਮਪਲ ਦਿੰਦਾ ਹਾਂ ਇੱਕ ਸਿੰਪਲ ਜਿਹਾ, ਜਿਵੇਂ ਸਾਡੇ ਕੋਲ ਇੱਕ ਪਾਣੀ ਦਾ ਪਾਈਪ ਹੈਗਾ, ਪਾਈਪ ਦੇ ਨਾਲ ਆਪਾਂ ਪਾਣੀ ਵਿੱਚ, ਗਾਰਡਨ ਵਿੱਚ ਪਾਣੀ ਪਾ ਰਹੇ ਹਾਂ। ਹੁਣ ਜੇ ਸਾਨੂੰ ਤੇਜ਼ੀ ਨਾਲ ਪਾਣੀ ਸੁੱਟਣਾ ਹੈ ਤੇ ਆਪਾਂ ਉਹਨੂੰ ਦਬਾ ਦਿੰਦੇ ਹਾਂ ਤਾਂ ਪ੍ਰੈਸ਼ਰ ਵੱਧ ਜਾਂਦਾ ਹੈ। ਬਿਲਕੁਲ। ਇਸੇ ਤਰ੍ਹਾਂ ਕੀ ਹੈ, ਸਾਡੀ ਨਾੜੀਆਂ ਵਿੱਚ ਜਿਹੜਾ ਖੂਨ ਟਰੈਵਲ ਕਰ ਰਿਹਾ ਹੈ, ਜਦੋਂ ਉਹਦੇ ਵਿੱਚ ਬਲੋਕੇਜ ਹੋ ਜਾਂਦੀ ਹੈ ਤੇ ਉਹ ਪ੍ਰੈਸ਼ਰ ਵੱਧ ਜਾਂਦਾ ਹੈ, ਕਿਉਂਕਿ ਜਗ੍ਹਾ ਘੱਟ ਰਹਿ ਜਾਂਦੀ ਹੈ। ਜੇ ਹੁਣ ਆਪਾਂ ਉਸ ਪਾਈਪ ਨੂੰ ਛੱਡ ਦਈਏ ਢਿੱਲਾ ਤੇ ਫਿਰ ਨਾਰਮਲ ਸਪੀਡ ਨਾਲ ਪ੍ਰੈਸ਼ਰ ਨਾਲ ਚੱਲ ਪੈਂਦਾ। ਇਸੇ ਤਰ੍ਹਾਂ ਜੇ ਆਪਾਂ ਬਲੋਕੇਜ ਨਾੜੀਆਂ ਵਿੱਚੋਂ ਕੱਢ ਦਈਏ ਤੇ ਸਾਡਾ ਬਲੱਡ ਪ੍ਰੈਸ਼ਰ ਵੀ ਨਾਰਮਲ ਹੋ ਜਾਂਦਾ ਹੈ। ਕੀ ਬਾਤ ਹੈ, ਬਿਲਕੁਲ ਬਿਲਕੁਲ। ਵਾਕਈ ਜੀ ਇਹ ਗੱਲਾਂ ਬਹੁਤ ਜ਼ਰੂਰੀ ਨੇ, ਖਾਸ ਤੌਰ ਤੇ ਸਾਡੇ ਦਰਸ਼ਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈਗਾ ਇਹਦੇ ਬਾਰੇ। ਸਾਡੀ ਕਮਿਊਨਿਟੀ ਪੰਜਾਬੀ, ਅਸੀਂ ਬਹੁਤ ਜ਼ਿਆਦਾ ਕਹਿ ਲਈਏ ਕਿ ਵੱਡੀ ਮਾਤਰਾ ਦੇ ਵਿੱਚ ਬਲੱਡ ਪ੍ਰੈਸ਼ਰ ਤੇ ਸ਼ੂਗਰ ਤੋਂ ਜੂਝ ਰਹੇ ਹਾਂ। ਹਰ ਘਰ ਦੇ ਵਿੱਚ ਇਹ ਬਿਮਾਰੀਆਂ ਤਾਂ ਲਗਭਗ ਹੈਗੀਆਂ। ਪਹਿਲਾਂ ਇਹ ਹੁੰਦਾ ਸੀ ਕਿ ਬਜ਼ੁਰਗ ਅਵਸਥਾ ਦੇ ਵਿੱਚ ਜਾ ਕੇ ਬਿਮਾਰੀਆਂ ਜਿਹੜੀਆਂ ਬੰਦੇ ਨੂੰ ਲੱਗਣ ਲੱਗਦੀਆਂ ਸੀ, ਪਰ ਅੱਜ ਜਵਾਨ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਆ ਚੁੱਕੀ ਹੈ। ਜਿੱਥੇ ਸ਼ੂਗਰ ਦੀ ਗੱਲ ਆਪਾਂ ਕਰਦੇ ਹਾਂ, ਉੱਥੇ ਬਲੱਡ ਪ੍ਰੈਸ਼ਰ ਵੀ ਆਮ ਹੋ ਚੱਲਿਆ। ਦਰਸ਼ਕੋ, ਇਹ ਪ੍ਰੋਗਰਾਮ ਤੁਹਾਡੇ ਵਾਸਤੇ ਖਾਸ ਤੌਰ ਦੇ ਉੱਤੇ ਅਸੀਂ ਲਿਆਂਦਾ। ਬਹੁਤ ਕੰਮ ਦੀਆਂ ਗੱਲਾਂ ਨੇ ਇਹਦੇ ਵਿੱਚ। ਆਖਰ ਕਿਹੜੀਆਂ ਐਸੀਆਂ ਸਾਡੀਆਂ ਮਾੜੀਆਂ ਆਦਤਾਂ ਨੇ ਜਿਹਦੇ ਕਰਕੇ ਸਰੀਰ ਬਿਮਾਰੀਆਂ ਦੇ ਨਾਲ ਜੂਝਣ ਲੱਗਦਾ। ਸੋ ਆਪਾਂ ਇਸ ਪ੍ਰੋਗਰਾਮ 'ਚ ਇਹ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਪਰ ਆਪਣਾ ਫਰਜ਼ ਸਮਝ ਕੇ ਇਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਦੋਸਤਾਂ ਮਿੱਤਰਾਂ ਤੱਕ ਪ੍ਰੋਗਰਾਮ ਦੇ ਵਿੱਚ ਹੋਣ ਵਾਲੀਆਂ ਗੱਲਾਂ ਜਿਹੜੀਆਂ ਨੇ ਪਹੁੰਚ ਸਕਣ। ਸੋ ਆਪਾਂ ਨਾਲੋਂ ਨਾਲ ਇਹ ਗੱਲਾਂ ਬਾਤਾਂ ਜਿਹੜੀਆਂ ਹੋਰ ਕਰਦੇ ਜਾਵਾਂਗੇ। ਸੋ ਇਹ ਹਾਈ ਬਲੱਡ ਪ੍ਰੈਸ਼ਰ ਦੀ ਆਪਾਂ ਗੱਲ ਕੀਤੀ ਹੈ ਤੇ ਇੱਕ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ, ਮਤਲਬ ਕਿ ਘਟ ਜਾਂਦਾ ਜੀ। ਉੱਥੇ ਕਈ ਵਾਰ ਬੰਦੇ ਨੂੰ ਚੱਕਰ ਆਉਣ ਲੱਗਦੇ ਆ, ਬੰਦਾ ਡਿੱਗ ਜਾਂਦਾ, ਜ਼ਮੀਨ ਦੇ ਉੱਤੇ ਡਿੱਗ ਜਾਂਦਾ। ਤੇ ਲੋ ਬਲੱਡ ਪ੍ਰੈਸ਼ਰ ਕਹਿੰਦੇ ਆ ਕਿ ਉਹਦਾ ਵੀ ਉਨਾ ਹੀ ਖਤਰਾ ਜਿੰਨਾ ਹਾਈ ਦਾ, ਉਹਦੇ ਨਾਲ ਵੀ ਕੁਛ ਨਾ ਕੁਛ ਹੋ ਸਕਦਾ, ਬੰਦੇ ਦੀ ਮੌਤ ਤੱਕ ਵੀ ਜਾ ਸਕਦੀ ਹੈ ਗੱਲ। ਸੋ ਇਹ ਜਿਹੜਾ ਬਲੱਡ ਪ੍ਰੈਸ਼ਰ ਦਾ ਘਟ ਜਾਣਾ, ਇਹਨੂੰ ਕਿਸ ਤਰ੍ਹਾਂ ਸਮਝਦੇ ਆ ਆਪਾਂ ਕਿ ਇਹ ਕਿਸ ਤਰ੍ਹਾਂ ਹੁੰਦਾ ਹੈ ਹਿਊਮਨ ਬੋਡੀ ਦੇ ਵਿੱਚ, ਜਾਂ ਫਿਰ ਇਹ ਵੀ ਇਨਸਾਨ ਦੀਆਂ ਮਾੜੀਆਂ ਜਿਹੜੀਆਂ ਆਦਤਾਂ ਆਪਾਂ ਰੋਜ਼ਾਨਾ ਦੀਆਂ ਅਪਣਾਈਆਂ ਹੋਈਆਂ ਉਹਦੇ ਕਰਕੇ ਸਾਰਾ ਕੁਝ ਹੁੰਦਾ? ਜੀ ਬਿਲਕੁਲ, ਜਿਵੇਂ ਕਿ ਤੁਸੀਂ ਦੱਸਿਆ ਕਿ ਸਾਡਾ ਡਾਈਟ ਦਾ ਨਿਊਟ੍ਰੀਸ਼ਨ ਨਹੀਂ ਪ੍ਰੋਵਾਈਡ ਕਰ ਪਾ ਰਿਹਾ, ਐਜ਼ ਅ ਰਿਜ਼ਲਟ ਸਾਡੀ ਬੋਡੀ ਜਿਹੜੀ ਆਰਗਨਸ ਨੇ ਉਹ ਉਸ ਤਰ੍ਹਾਂ ਫੰਕਸ਼ਨ ਨਹੀਂ ਕਰ ਪਾਉਂਦੇ ਜਿਸ ਤਰ੍ਹਾਂ ਉਹਨਾਂ ਨੂੰ ਕਰਨਾ ਚਾਹੀਦਾ ਆ। ਦਿਲ ਨੂੰ ਜਿੰਨੀ ਸਟਰੈਂਥ ਚਾਹੀਦੀ ਹੈ ਬਲੱਡ ਨੂੰ ਪੰਪ ਕਰਨ ਵਾਸਤੇ, ਉਨੀ ਉਹਨਾਂ ਦੇ ਕੋਲ, ਉਨੀ ਬੋਡੀ ਵਿੱਚ ਜਾਨ ਨਹੀਂ ਹੈਗੀ, ਉਨੀ એનર્ਜੀ ਨਹੀਂ ਹੈਗੀ, ਉਨੇ ਨਿਊਟ੍ਰੀਐਂਟਸ ਨਹੀਂ ਹੈਗੇ। ਐਜ਼ ਅ ਰਿਜ਼ਲਟ ਜਾਂ ਫਿਰ ਬਲੋਕੇजेस ਆ ਚੁੱਕੀਆਂ ਨੇ, ਟੌਕਸਿਨਸ ਭਰ ਚੁੱਕੇ ਨੇ, ਜਿਸ ਕਰਕੇ ਉਹ ਉਸ ਤਰ੍ਹਾਂ ਫੰਕਸ਼ਨ ਨਹੀਂ ਕਰ ਪਾ ਰਿਹਾ ਜਿਸ ਤਰ੍ਹਾਂ ਉਹਨੂੰ ਕਰਨਾ ਚਾਹੀਦਾ ਆ। ਸੋ ਜੇ ਅਸੀਂ ਚਾਹੁੰਦੇ ਹਾਂ ਕਿ ਸਾਰਾ ਨਿਊਟ੍ਰੀਸ਼ਨ ਬੋਡੀ ਵਿੱਚ ਪਹੁੰਚੇ ਤੇ ਸਾਨੂੰ ਆਪਣੀ ਡਾਈਟ ਤੇ ਲਾਈਫ ਸਟਾਈਲ ਨੂੰ ਸੁਧਾਰਨਾ ਪਊਗਾ। ਤੇ ਉਹਦੇ ਨਾਲ ਕੀ ਹੋਊਗਾ ਕਿ ਸਾਡਾ ਜਿਹੜਾ ਹਾਰਟ ਆ, ਜੇ ਉਹ ਜ਼ਿਆਦਾ ਪ੍ਰੈਸ਼ਰ ਨਾਲ ਪੰਪ ਕਰਦਾ ਪਿਆ ਤੇ ਉਹ ਨਾਰਮਲ ਪ੍ਰੈਸ਼ਰ ਨਾਲ ਪੰਪ ਕਰੂਗਾ, ਤੇ ਜੇ ਘੱਟ ਨਾਲ ਕਰਦਾ ਪਿਆ ਤਾਂ ਵੀ ਨਾਰਮਲ ਨਾਲ ਕਰੂਗਾ। ਤੇ ਉਹ ਬੇਸਿਕਲੀ ਗੱਲ ਹੈ ਕਿ ਸਾਡੀ ਡਾਈਟ ਤੇ ਲਾਈਫ ਸਟਾਈਲ ਦੇ ਉੱਤੇ। ਸੋ ਇਹ ਵੀ ਆਪਾਂ ਕਹਿ ਲਈਏ ਵੀ ਗੱਲ ਘੁੰਮ ਘੁਮਾ ਕੇ ਉੱਥੇ ਆ ਜਾਂਦੀ ਹੈ ਵੀ ਸਾਡਾ ਲਾਈਫ ਸਟਾਈਲ ਕਿਹੋ ਜਿਹਾ ਹੈਗਾ, ਤੇ ਆਪਾਂ ਉਹਨੂੰ ਠੀਕ ਕਰ ਲਈਏ ਤਾਂ ਫਿਰ ਉਹ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਕਰ ਸਕਦੇ ਹਾਂ। ਦੋਸਤੋ, ਤੁਹਾਡਾ ਕੋਈ ਸਵਾਲ ਹੋਵੇ ਬਲੱਡ ਪ੍ਰੈਸ਼ਰ ਨੂੰ ਲੈ ਕੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ, ਤੇ ਅਸੀਂ ਲਾਈਵ ਇਹ ਸਵਾਲ ਜਿਹੜਾ ਹੈ ਕਮਲਪ੍ਰੀਤ ਸਿੰਘ ਹੋਰਾਂ ਦੇ ਕੋਲੋਂ ਪੁੱਛਾਂਗੇ। ਤੁਹਾਡਾ ਜਵਾਬ ਜਿਹੜਾ ਤੁਹਾਨੂੰ ਜਿਹੜਾ ਜਵਾਬ ਹੈ ਉਹ ਲਾਈਵ ਦੇਣ ਦੀ ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਜਿੱਥੇ ਵੀ ਕਿਹੋ ਜਿਹਾ ਵੀ ਕੋਈ ਸਵਾਲ ਆਉਂਦਾ ਹੋਵੇ ਤੁਹਾਡੇ ਮਨ ਦੇ ਵਿੱਚ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਰ ਸਕਦੇ ਹੋ। ਦਰਸ਼ਕੋ, ਬੜਾ ਖਾਸ ਪ੍ਰੋਗਰਾਮ ਹੈ ਸਾਡਾ। ਸਾਡੀ ਪ੍ਰਾਈਡ ਪੰਜਾਬ ਟੀਵੀ ਦੀ ਟੀਮ, ਜਿਹੜੀ ਸਾਰੀ ਟੀਮ ਹੈ, ਉਹਨਾਂ ਦਾ ਇਹੀ ਮਕਸਦ ਹੁੰਦਾ ਵੀ ਪ੍ਰੋਗਰਾਮ ਐਸੇ ਹੀ ਬਿਨਾਂ ਗੱਲ ਤੋਂ ਪੇਸ਼ ਕੀਤੇ ਜਾਣ। ਕੋਈ ਨਾ ਕੋਈ ਵਿੱਚ ਗੱਲਬਾਤ ਹੋਣੀ ਚਾਹੀਦੀ ਹੈ, ਜਾਣਕਾਰੀ ਭਰਪੂਰ ਪ੍ਰੋਗਰਾਮ ਹੋਣੇ ਚਾਹੀਦੇ ਨੇ। ਸੋ ਇਸੇ ਕਰਕੇ ਹਫ਼ਤਾਵਾਰੀ ਪ੍ਰੋਗਰਾਮ ਅਸੀਂ ਰੱਖਿਆ ਹੋਇਆ ਕਿ ਜਿਹਦੇ ਵਿੱਚ ਅਸੀਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਦੇ ਬਾਰੇ ਗੱਲ ਕਰਦੇ ਹਾਂ। ਅਗਲੇ ਹਫ਼ਤੇ ਵੀ ਇਸੇ ਤਰ੍ਹਾਂ ਦਾ ਆਪਾਂ ਇੱਕ ਪ੍ਰੋਗਰਾਮ ਲੈ ਕੇ ਆਉਣਾ। ਸੋ ਅੱਜ ਆਪਾਂ ਗੱਲ ਕਰ ਰਹੇ ਹਾਂ ਹਾਈ ਬਲੱਡ ਪ੍ਰੈਸ਼ਰ ਦੀ, ਲੋ ਬਲੱਡ ਪ੍ਰੈਸ਼ਰ ਦੀ, ਕੀ ਨੁਕਸਾਨ ਨੇ, ਕਿਵੇਂ ਇਹ ਸਾਰਾ ਕੁਝ ਹੁੰਦਾ ਹੈ, ਕਿਹੜੀਆਂ ਮਾੜੀਆਂ ਆਦਤਾਂ ਨੇ, ਕਿਹੜੀਆਂ ਚੰਗੀਆਂ ਆਦਤਾਂ ਨੇ। ਸੋ ਕਮਲਪ੍ਰੀਤ ਸਿੰਘ ਜੀ, ਅਗਲਾ ਸਵਾਲ ਤਾਂ ਫਿਰ ਇਹੀ ਬਣਦਾ ਵੀ ਆਹ ਗੱਲਾਂ ਕਰਕੇ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਵੱਧ ਜਾਂਦਾ, ਰੇਂਜ ਤੋਂ ਪਾਰ ਹੋ ਜਾਂਦਾ ਜਾਂ ਫਿਰ ਡਾਊਨ ਵੀ ਹੋ ਜਾਂਦਾ। ਸੋ ਹੁਣ ਅਗਲਾ ਸਵਾਲ ਸਾਰੇ ਹੀ ਦਰਸ਼ਕਾਂ ਦੇ ਮਨ ਦੇ ਵਿੱਚ ਇਹ ਆਉਂਦਾ ਹੋਊਗਾ ਵੀ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੈ ਜਾਂ ਫਿਰ ਹਜੇ ਉਹ ਤੰਦਰੁਸਤ ਵੀ ਨੇ, ਆਪਾਂ ਇਹ ਵੀ ਕਹਿ ਲਈਏ, ਸੋ ਕਿਵੇਂ ਆਪਾਂ ਇਸ ਤੋਂ ਬਚ ਸਕਦੇ ਹਾਂ? ਮੇਨ ਜਿਹੜੀ ਵੱਡੀ ਗੱਲ ਹੈ ਵੀ ਆਪਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਕਿਵੇਂ ਬਚ ਸਕਦੇ ਹਾਂ, ਕਿਉਂਕਿ ਜਦੋਂ ਇਹਨੂੰ ਡਾਇਗਨੋਸ ਕਰਵਾ ਲਈਦਾ ਆਪਾਂ ਤਾਂ ਡਾਕਟਰਾਂ ਵੱਲੋਂ ਪੱਕੀ ਤੁਹਾਨੂੰ ਇੱਕ ਟੈਬਲੇਟ ਗੋਲੀ ਜਿਹੜੀ ਉਹ ਲਾ ਦਿੱਤੀ ਜਾਂਦੀ ਹੈ ਵੀ ਆਹ ਤੈਨੂੰ ਖਾਣੀ ਪੈਣੀ ਹੈ। ਸੋ ਸਾਰੀ ਉਮਰ ਚੱਲਦੀ ਹੈ ਤੇ ਮੈਨੂੰ ਲੱਗਦਾ ਵੀ ਉਹ ਬਾਅਦ ਵਿੱਚ ਵੱਧ ਵੀ ਜਾਂਦੀ ਹੈ, 1 ਤੋਂ 2 ਕਰ ਦਿੰਦੇ ਨੇ ਤੇ 2 ਤੋਂ 4 ਵੀ ਕਰ ਦਿੰਦੇ ਹੋਣਗੇ ਸ਼ਾਇਦ।
ਸੋ ਆਪਾਂ ਜੇਕਰ ਉੱਥੇ ਤੱਕ ਪਹੁੰਚੀਏ ਨਾ ਤਾਂ ਉਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਜੀ ਬਹੁਤ ਵਧੀਆ ਸਵਾਲ ਹੈਗਾ। ਪਹਿਲੀ ਗੱਲ ਤਾਂ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਸੀਗਾ ਕਿ ਡਾਕਟਰਾਂ ਨੇ ਤੇ ਇੱਥੇ ਬੰਦੇ ਨੂੰ ਜਿਹੜਾ ਬੀਪੀ ਦਾ ਪ੍ਰੋਬਲਮ ਨਹੀਂ ਵੀ ਸੀਗੀ ਤਾਂ ਵੀ ਬਣਾ ਕੇ ਉਹਨੂੰ ਦਵਾਈ ਦੇ ਦੇਣੀ ਹੈ। ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਕਿ ਜੇ 150 ਤੱਕ ਵੀ ਸਾਡਾ ਬੀਪੀ ਆ ਰਿਹਾ ਹੈ ਤਾਂ ਵੀ ਉਹ ਕੋਈ ਹਾਈ ਬੀਪੀ ਨਹੀਂ ਹੈਗਾ ਜੀ। ਠੀਕ ਹੈ। ਮੇਨ ਗੱਲ ਹੈਗੀ ਕਿ ਸਾਨੂੰ ਕੋਈ ਦਿੱਕਤ ਲਾਈਫ ਵਿੱਚ ਆ ਰਹੀ ਹੈ ਕਿ ਨਹੀਂ, ਕਿ ਸਾਨੂੰ એનર્ਜੀ ਘੱਟ ਲੱਗ ਰਹੀ ਹੈ, ਥਕਾਨ ਹੋ ਰਹੀ ਹੈ ਜਾਂ ਸਿਰ ਵਿੱਚ ਦਰਦ ਹੋ ਰਿਹਾ ਨੈਚੁਰਲੀ, ਜੇ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਦੈਟ ਮੀਨਸ ਕਿ ਹੈਲਥ ਇਸ਼ੂ ਹੈਗਾ ਤੇ ਉਹਦਾ ਸੋਲੂਸ਼ਨ ਦਵਾਈ ਨਹੀਂ ਹੈਗੀ। ਕਿਉਂਕਿ ਦਵਾਈ ਕੀ ਕਰਦੀ ਹੈ, ਜਿਵੇਂ ਕਿ ਆਪਾਂ ਪਹਿਲਾਂ ਗੱਲ ਸਮਝ ਕੇ ਹਟੇ ਹਾਂ ਕਿ ਬਲੌਕੇਜ ਕਰਕੇ ਉਹ ਬੀਪੀ ਹਾਈ ਹੋ ਰਿਹਾ ਸੀਗਾ ਜੀ ਜੇ ਬਿਲਕੁਲ। ਆਪਾਂ ਉਸ ਬਲੌਕੇਜ ਨੂੰ ਕੱਢ ਦਈਏ ਤੇ ਬੀਪੀ ਨਾਰਮਲ ਹੋ ਜਾਏਗਾ। ਜਿਹੜੀ ਦਵਾਈ ਹੈਗੀ ਉਹ ਉਸ ਬਲੌਕੇਜ ਨੂੰ ਨਹੀਂ ਕੱਢ ਰਹੀ, ਉਹ ਕਿਸੇ ਤਰ੍ਹਾਂ ਹਾਰਟ ਨੂੰ ਮਜਬੂਰ ਕਰ ਰਹੀ ਹੈ ਕਿ ਤੂੰ ਆਪਣਾ ਪ੍ਰੈਸ਼ਰ ਘੱਟ ਲਗਾ, ਆਪਣਾ ਜ਼ੋਰ ਘੱਟ ਲਗਾ। ਉਹਦੇ ਨਾਲ ਕੀ ਹੋ ਰਿਹਾ, ਤੁਹਾਡੇ ਦਿਲ ਜਿਸ ਤਰ੍ਹਾਂ ਭਗਵਾਨ ਨੇ ਬਣਾਇਆ ਸੀ ਵਰਕ ਕਰਨ ਵਾਸਤੇ ਉਸ ਤਰ੍ਹਾਂ ਵਰਕ ਨਹੀਂ ਕਰ ਰਿਹਾ, ਉਹ ਦਵਾਈ ਦੇ ਆਸਰੇ ਚੱਲਣ ਲੱਗ ਪਿਆ। ਫੋਰ ਐਗਜ਼ਾਮਪਲ ਤੁਸੀਂ ਗੱਡੀ ਚਲਾ ਰਹੇ ਹੋ, ਹੁਣ ਗੱਡੀ ਚਲਾ ਰਹੇ ਹੋ, ਤੁਹਾਨੂੰ ਪਤਾ ਹੈ ਕਿ ਤੁਸੀਂ ਲੈਫਟ ਟਰਨ ਕਰਨਾ ਹੈ, ਕਿੱਦਾਂ ਟਰਨ ਕਰਨਾ ਹੈ। ਜੇ ਆਪਣਾ ਸਟੀਅਰਿੰਗ ਵੀਲ ਤੁਸੀਂ ਪਿੱਛੇ ਵਾਲੀ ਸੀਟ ਵਿੱਚ ਵੀ ਲਗਵਾ ਦੋਗੇ ਤੇ ਕੋਈ ਪਿੱਛੋਂ ਵੀ ਡਰਾਈਵ ਕਰ ਪਾਏਗਾ ਤਾਂ ਐਕਸੀਡੈਂਟ ਤਾਂ ਹੋਏਗਾ ਹੀ। ਤੇ ਸਾਡੇ ਬ੍ਰੇਨ ਨੇ ਡਿਸਾਈਡ ਕਰਨਾ ਹੈ ਕਿ ਪ੍ਰੈਸ਼ਰ ਕਿੰਨਾ ਹੋਣਾ ਚਾਹੀਦਾ ਹੈ, ਕਿੰਨਾ ਮੈਨੂੰ ਕਿਸ ਵੇਲੇ ਲੋੜ ਹੈਗੀ। ਜੇ ਹੁਣ ਦਵਾਈ ਆਪਾਂ ਖਾ ਲੈਂਦੇ ਆ, ਦਵਾਈ ਕੀ ਕਰਦੀ ਹੈ, ਬ੍ਰੇਨ ਨੂੰ ਬਾਈਪਾਸ ਕਰਕੇ ਆਪਣੇ ਆਪ ਕੰਮ ਕਰਨ ਲੱਗ ਪੈਂਦੀ ਹੈ। ਠੀਕ ਹੈ, ਠੀਕ ਹੈ। ਉਹ ਕਹਿੰਦੀ ਹੈ ਕਿ ਨਹੀਂ ਇੰਨਾ ਕਰਨਾ, ਇਹਨੂੰ ਬਲੱਡ ਪ੍ਰੈਸ਼ਰ ਨੂੰ ਘਟਾਉਣਾ ਹੀ ਘਟਾਉਣਾ ਹੈ। ਉਹਦੇ ਨਾਲ ਚਾਹੇ ਬਲੌਕੇਜ ਘਟੇ ਨਾ ਘਟੇ ਸਾਨੂੰ ਫਰਕ ਨਹੀਂ ਪੈਂਦਾ। ਸੋ ਐਜ਼ ਅ ਰਿਜ਼ਲਟ ਕੀ ਹੁੰਦਾ ਹੈ, ਉਹ ਬਲੌਕੇਜ ਕਦੀ ਵੀ ਨਹੀਂ ਹਟਦੀ। ਤੇ ਜਿਵੇਂ ਤੁਸੀਂ ਦੱਸਿਆ ਕਿ ਹੁਣੇ ਕੁਝ ਟਾਈਮ ਵਾਸਤੇ ਬੀਪੀ ਨਾਰਮਲ ਮਤਲਬ ਘੱਟ ਰੇਂਜ ਆ ਜਾਂਦਾ ਹੈ, ਫਿਰ ਕੀ ਹੁੰਦਾ ਹੈ ਕਿ ਜਿਹੜਾ ਹਾਰਟ ਆ, ਬ੍ਰੇਨ ਆ, ਉਹ ਵੀ ਆਪਣੇ ਆਪ ਨੂੰ ਜਿੰਦਾ ਰੱਖਣਾ ਚਾਹੁੰਦਾ ਆ ਤੇ ਉਹ ਆਪਣੇ ਹਿਸਾਬ ਨਾਲ ਪ੍ਰੈਸ਼ਰ ਲਗਾਉਂਦਾ, ਫਿਰ ਉਹ ਵਧਣਾ ਸ਼ੁਰੂ ਹੋ ਜਾਂਦਾ, ਫਿਰ ਡਾਕਟਰ ਇੱਕ ਗੋਲੀ ਹੋਰ ਵਧਾ ਦਿੰਦਾ ਹੈ। ਸੋ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ ਤੇ ਉਹ ਹੁੰਦਾ ਕੀ ਹੈ, ਉਹ ਹਾਰਟ ਤੇ ਜ਼ੋਰ ਪੈ ਕੇ ਬਿਮਾਰੀ ਵੱਧਦੀ ਜਾਂਦੀ ਹੈ, ਨਾਲ 3-4 ਬਿਮਾਰੀਆਂ ਹੋਰ ਲੱਗ ਜਾਂਦੀਆਂ ਨੇ। ਮੈਂ ਤੁਹਾਨੂੰ ਸਿੰਪਲ ਜਿਹਾ ਐਗਜ਼ਾਮਪਲ ਦਿੰਦਾ ਹਾਂ। ਜਦ ਆਪਾਂ ਟ੍ਰੀਟਮੈਂਟ ਕਰਾਉਣ ਦੇ ਸਾਡੇ ਕੋਲ 2 ਆਪਸ਼ਨ ਹੁੰਦੇ ਆ। ਪਹਿਲਾ ਆਪਸ਼ਨ ਤਾਂ ਕੀ ਹੁੰਦਾ ਕਿ ਆਪਾਂ ਡਾਕਟਰ ਕੋਲ ਜਾਈਏ ਕਿ ਬਈ ਕੀ ਹੋਇਆ, ਪਰੇਸ਼ਾਨੀ ਕੀ ਹੋਈ, ਸਾਡੇ ਸਿਰ ਵਿੱਚ ਦਰਦ ਹੋ ਰਿਹਾ ਹੈ, ਚੱਕਰ ਤੇ ਆ ਰਿਹਾ ਹੈ ਮਾੜਾ ਮੋਟਾ, ਹੈ ਨਾ। ਉੱਥੇ ਗਏ, ਉਹਨੇ ਚਾਰ ਚੀਜ਼ਾਂ ਚੈੱਕ ਕਰ ਰਹੀਆਂ ਨੇ, ਬੀਪੀ ਚੈੱਕ ਕਰੂਗਾ, ਸ਼ੂਗਰ ਚੈੱਕ ਕਰੂਗਾ, ਤੇ ਹੋਏਗਾ ਕਿ 80% ਇਹ ਅਮਰੀਕਨ ਜਰਨਲ ਆਫ ਕਾਰਡੀਓਲੋਜੀ ਵਿੱਚ ਪਾਇਆ ਗਿਆ ਹੈ ਕਿ ਜਦ ਪੇਸ਼ੈਂਟ ਡਾਕਟਰ ਕੋਲ ਜਾਂਦਾ ਹੈ ਤੇ 80% ਪੇਸ਼ੈਂਟਸ ਦੀ ਤਾਂ ਉੱਥੇ ਡਾਕਟਰ ਦੇ ਅੱਗੇ ਜਾ ਕੇ ਬੀਪੀ ਰੀਡਿੰਗ ਵੱਧਦੀ ਜਾਂਦੀ ਹੈ। ਜੀ ਜੀ। ਇਹਨੂੰ ਵਾਈਟ ਕੋਟ ਸਿੰਡਰੋਮ ਕਿਹਾ ਜਾਂਦਾ ਹੈ ਕਿ ਸਫੇਦ ਕੋਟ ਦੇ ਬੰਦੇ ਨੂੰ ਵੇਖ ਕੇ ਆਪਣਾ ਬੀਪੀ ਹਾਈ ਹੋ ਜਾਣਾ। ਸੋ ਖਤਰੇ ਦੀ ਘੰਟੀ ਦਿਮਾਗ ਵਜਾ ਦਿੰਦਾ ਹੈ ਕਿ ਬਾਈ ਇੱਥੋਂ ਭੱਜ ਲੈ ਨਹੀਂ ਤਾਂ ਤੂੰ ਫਸਿਆ ਜਾਊਗਾ, ਹੈਨਾ। ਪਰ ਆਪਣੇ ਦਿਮਾਗ ਦੀ ਸੁਣਦੇ ਨਹੀਂ ਹੈਗੇ, ਆਪਾਂ ਕਹਿੰਦੇ ਨਹੀਂ ਡਾਕਟਰ ਨੇ ਸਾਨੂੰ ਦੱਸਣਾ ਆ। ਉੱਥੋਂ ਆਪਾਂ ਜੇ ਨਿਕਲ ਜਾਂਦੇ ਸਾਡਾ ਬੀਪੀ ਨਾਰਮਲ ਹੋ ਜਾਂਦਾ, ਉਹ ਆਪਾਂ ਉੱਥੇ ਬੈਠੇ ਰਹੇ ਤੇ ਸਾਡਾ ਬੀਪੀ ਹਾਈ ਹੋ ਗਿਆ ਤੇ ਉਹਨੇ ਫਿਰ ਕੀ ਕਿਹਾ ਕਿ ਵੀ ਤੁਹਾਡਾ ਤਾਂ ਬੀਪੀ ਹਾਈ ਹੈ। ਤੇ ਮੈਂ ਤਾਂ ਹੈਰਾਨ ਆ ਗਿਆ, ਤੁਸੀਂ ਹਸਪੀਟਲ ਆ ਕਿੱਦਾਂ ਗਏ, ਤੁਹਾਨੂੰ ਤਾਂ ਕਦੇ ਵੀ ਸਟ੍ਰੋਕ ਆ ਸਕਦਾ ਹੈ, ਤੁਹਾਨੂੰ ਹੈਮਰੇਜ ਹੋ ਸਕਦੀ ਹੈ, ਤੇ ਤੁਸੀਂ ਹੁਣੇ ਹੀ ਆਪਣਾ ਦਵਾਈ ਲਓ। ਤੇ ਨਾਲ ਕਦੀ ਮੋਸਟਲੀ ਕੇਸ ਵਿੱਚ ਕੀ ਦੇਖਿਆ ਗਿਆ ਹੈ ਕਿ ਜਿਹੜੇ ਡਾਕਟਰ ਬਹੁਤ ਜ਼ਿਆਦਾ ਹੀ ਪੈਸੇ ਦੇ ਚੱਕਰ ਵਿੱਚ ਹੁੰਦੇ ਆ, ਉਹ ਕੀ ਕਰਦੇ ਆ, ਦਵਾਈ ਦੀ ਜਗ੍ਹਾ ਸਿੱਧਾ ਕਹਿੰਦੇ ਆ ਕਿ ਤੁਸੀਂ ਆਪਣਾ ਐਂਜੀਓਪਲਾਸਟੀ ਕਰਾਓ ਤੇ ਤੁਸੀਂ ਆਪਣੀ ਤੁਹਾਡਾ ਕਦੇ ਵੀ ਸਰਜਰੀ ਕਰਾਉਣੀ ਪੈ ਸਕਦੀ ਹੈ। ਇਸ ਤਰ੍ਹਾਂ ਵੀ ਹੋ ਜਾਂਦਾ ਹੈ। ਕਿਉਂਕਿ ਮੈਂ ਤੁਹਾਨੂੰ ਲਾਈਵ ਐਗਜ਼ਾਮਪਲ ਦਿੰਦਾ ਆ। ਮੇਰੇ ਗੁੜਗਾਉਂ ਇੱਕ ਫਰੈਂਡ ਸੀਗੇ, ਉਹਨਾਂ ਨਾਲ ਕੀ ਹੋਇਆ ਕਿ ਉਹ ਇਦਾਂ ਹੀ ਹਸਪੀਟਲ ਗਏ ਚੈੱਕਅਪ ਕਰਾਉਣ ਵਾਸਤੇ ਤੇ ਉਹਨਾਂ ਨੂੰ ਟੈਸਟ ਕਰਾਏ ਤੇ ਕਹਿੰਦੇ ਵੀ ਤੁਹਾਨੂੰ ਤਾਂ 80% ਬਲੌਕੇਜ ਹੈਗੀ, ਇੰਨੀ ਬਲੌਕੇਜ ਹੈਗੀ, ਤੁਸੀਂ ਆਪਣਾ ਹੁਣੇ ਹੀ ਸਟੈਂਟ ਪਵਾ ਲਓ ਤੇ ਨਹੀਂ ਤਾਂ ਤੁਹਾਨੂੰ ਕੁਝ ਵੀ ਹੋ ਸਕਦਾ ਕਿਸੇ ਵੀ ਵੇਲੇ। ਉਹ ਸੋਚ ਰਿਹਾ ਕਿ ਵੀ ਮੈਂ ਤਾਂ ਚੰਗਾ ਭਲਾ, ਮੈਨੂੰ ਕੁਝ ਨਹੀਂ ਹੋਇਆ, ਤੇ ਇਹ ਕਹਿ ਰਹੇ ਕਿ ਵੀ ਮੈਂ ਤਾਂ ਬਈ ਹੁਣ ਜਾਣ ਨਹੀਂ ਲੱਗਿਆ ਤੇ ਮੈਂ ਸਟੈਂਟ ਪਵਾ ਲਾਂ। ਤੇ ਉੱਥੇ ਉਹਨਾਂ ਦਾ ਲੱਗੇ ਹਰ ਖੜੇ ਪੈਰੀ ਉਹਨਾਂ ਦਾ ਸਟੰਟ ਪਾਤਾ ਤੇ ਅੰਦਰ ਆਪਰੇਸ਼ਨ ਕਰ ਲਾ, 2 ਲੱਖ ਰੁਪਏ ਬਣਾ, ਪਤਾ ਨਹੀਂ ਕਿੰਨੇ ਲੱਖ ਦੀ ਹੁੰਦੀ ਹੈ ਆਪਰੇਸ਼ਨ, ਉਹਨੇ ਪੈਸੇ ਉਹਨਾਂ ਨੇ ਕਮਾ ਲਏ, ਜਦ ਕੀ ਉਹ ਚੰਗੇ ਭਲੇ ਸੀਗੇ। ਸੋ ਇਹ ਤਾਂ ਸਿਰਫ ਇੱਕ ਐਗਜ਼ਾਮਪਲ ਹੈ। ਇਹ ਦੁਨੀਆ ਦੇ ਹਸਪਤਾਲਾਂ ਵਿੱਚ ਬਹੁਤ ਜਗ੍ਹਾ ਵਿੱਚ ਇਦਾਂ ਹੀ ਹੁੰਦਾ ਹੈ, ਚੰਗੇ ਭਲੇ ਬੰਦੇ ਦਾ ਹਾਰਟ ਖੋਲ ਕੇ ਉਹਦੇ ਵਿੱਚ ਸਟੈਂਟ ਫਿਟ ਕਰ ਦਿੱਤਾ ਜਾਂਦਾ ਹੈ। ਕਮਲਪ੍ਰੀਤ ਸਿੰਘ ਜੀ, ਆਪਣੇ ਨਾਲ ਆਪਾਂ ਸਵਾਲ ਵੀ ਲੈ ਲਈਏ। ਪੰਮੀ ਜੈਸਲ ਜੀ ਉਹ ਸਵਾਲ ਪੁੱਛ ਰਹੇ ਨੇ, ਕਹਿੰਦੇ ਹਾਰਟ ਬੀਟ ਜਿਹੜੀ ਆ ਉਹ ਬੜੀ ਤੇਜ਼ ਹੁੰਦੀ ਹੈ ਉਹਨਾਂ ਦੀ, ਸੋ ਉਹਦਾ ਕੀ ਕਾਰਨ ਹੈਗਾ ਤੇ ਉਹਦਾ ਇਲਾਜ ਕੀ ਹੈਗਾ, ਆਪਾਂ ਦੱਸੀਏ ਮਾੜਾ ਜਿਹਾ ਉਹਨਾਂ ਨੂੰ। ਹਾਂਜੀ, ਇੱਥੇ 2-3 ਚੀਜ਼ਾਂ ਨੇ। ਹਾਰਟ ਬੀਟ ਤੇਜ਼ ਹੋਣ ਦੇ ਕਈ ਟ੍ਰਿਗਰ ਫੈਕਟਰਸ ਹੁੰਦੇ ਨੇ। ਟ੍ਰਿਗਰ ਫੈਕਟਰ ਹੁੰਦੇ ਨੇ ਜਿਹੜੀ ਚੀਜ਼ ਹੋਏ ਤੇ ਉਹਦੇ ਨਾਲ ਹਾਰਟ ਬੀਟ ਤੇਜ਼ ਹੋ ਸਕਦੀ ਹੈ। ਜਿਵੇਂ ਕਿ ਫੋਰ ਐਗਜ਼ਾਮਪਲ ਕਈ ਵਾਰ ਤਾਂ ਏਦਾਂ ਵੀ ਹੁੰਦਾ ਕਿ ਮੁੰਡਾ ਕੁੜੀ ਨੂੰ ਵੇਖਦਾ ਤਾਂ ਹਾਰਟ ਬੀਟ ਤੇਜ਼ ਹੋ ਜਾਂਦੀ ਹੈ, ਹੈਨਾ। ਜੀ ਕਿਵੇਂ ਉਹ ਨਰਵਸ ਹੋ ਜਾਂਦਾ ਹੈ ਕਿ ਮੈਂ ਕਿੱਦਾਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਾਂਗਾ ਇਹਨਾਂ ਦੇ ਅੱਗੇ, ਹੈਨਾ। ਇਸੇ ਤਰ੍ਹਾਂ ਜੇ ਆਪਾਂ ਕੋਈ ਸਪੀਚ ਦੇਣੀ ਹੈ, ਸਟੇਜ ਤੇ ਜਾਣਾ, ਤਾਂ ਹਾਰਟ ਬੀਟ ਫਾਸਟ ਹੋ ਜਾਂਦੀ ਹੈ, ਬੋਡੀ ਨਰਵਸ ਹੋ ਜਾਂਦੀ ਹੈ ਬੋਡੀ, ਕਿ ਆਪਾਂ ਨੂੰ ਆਪਣਾ ਬੈਸਟ ਦੇਣਾ ਤੇ ਕਿੱਦਾਂ ਮੈਂ ਦੇ ਪਾਵਾਂਗਾ ਕਿ ਨਹੀਂ ਦੇ ਪਾਵਾਂਗਾ, ਘਬਰਾਹਟ ਜੀ ਹੋ ਜਾਂਦੀ ਹੈ, ਹੈਨਾ। ਇਸੇ ਤਰ੍ਹਾਂ ਸਟ੍ਰੈਸ, ਕਿ ਜਦ ਸਾਨੂੰ ਪੜ੍ਹਾਈ ਕਰਨੀ ਹੈ ਜਾਂ ਕੋਈ ਆਫਿਸ ਤੋਂ ਕੰਮ ਆਇਆ ਤੇ ਉਸ ਵੇਲੇ ਵੀ ਸਾਨੂੰ ਸਟ੍ਰੈਸ ਪੈਣਾ ਸ਼ੁਰੂ ਹੋ ਜਾਂਦਾ, ਹਾਰਟ ਬੀਟ ਵਗੈਰਾ ਤੇਜ਼ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇ ਕੋਈ ਡਰਾਵਣੀ ਮੂਵੀ ਵੇਖੀਏ ਤਾਂ ਹਾਰਟ ਬੀਟ ਫਾਸਟ ਹੋ ਜਾਂਦੀ ਹੈ। ਜਾਂ ਫਿਰ ਅਸੀਂ ਰੌਕ ਮਿਊਜ਼ਿਕ ਸੁਣੀਏ, ਜਿਹੜੇ ਘਟੀਆ ਪੰਜਾਬੀ ਸੌਂਗਸ ਨੇ, ਜਿਹੜੇ ਜਿਨ੍ਹਾਂ ਦੀ ਬੀਟਸ ਬਹੁਤ ਫਾਸਟ ਹੁੰਦੀਆਂ ਨੇ, ਉਹ ਵੀ ਸਾਡੇ ਹਾਰਟ ਬੀਟ ਤੇਜ਼ ਕਰ ਦਿੰਦੀਆਂ ਨੇ। ਇਹ ਜਿਹੜੀ ਚੀਜ਼ਾਂ ਨੇ ਮੈਂ ਐਗਜ਼ਾਮਪਲ ਨਾਲ ਸਮਝਾ ਰਿਹਾ ਕਿ ਇਹਨਾਂ ਕਰਕੇ ਹਾਰਟ ਬੀਟ ਤੇਜ਼ ਹੋ ਜਾਂਦੀ ਹੈ। ਲੇਕਿਨ ਜੇ ਉਹਨਾਂ ਦਾ ਹਾਰਟ ਬੀਟ ਰੈਗੂਲਰਲੀ ਤੇਜ਼ ਰਹਿੰਦੀ ਹੈ, ਕਾਫੀ ਟਾਈਮ ਤੋਂ ਤੇਜ਼ ਰਹਿ ਰਹੀ ਹੈ, ਇਸ ਨਾਲ ਉਹਨਾਂ ਨੂੰ ਤਕਲੀਫ ਹੋ ਰਹੀ ਹੈ, ਨੀਂਦ ਨਹੀਂ ਆ ਰਹੀ, ਨੀਂਦ ਸੌਣ ਵਿੱਚ ਦਿੱਕਤ ਆ ਰਹੀ ਹੈ, that means ਕਿ ਤੁਹਾਡੀ ਜਿਹੜੀ ਡਾਈਟ ਐਂਡ ਲਾਈਫਸਟਾਈਲ ਹੈ ਉਹ ਠੀਕ ਨਹੀਂ ਹੈਗਾ, ਜਿਸ ਕਰਕੇ ਤੁਹਾਡਾ ਹਾਰਟ ਤੁਹਾਨੂੰ ਦੱਸ ਰਿਹਾ ਹੈ ਕਿ ਇੱਥੇ
ਬੋਡੀ ਵਿੱਚ ਨਿਊਟ੍ਰੀਐਂਟਸ ਜਿਹੜੇ ਹੈਗੇ ਤੇ ਉਹ ਸਹੀ ਤਰੀਕੇ ਨਾਲ ਨਹੀਂ ਪਹੁੰਚ ਰਹੇ, ਤੇ ਤੁਹਾਨੂੰ ਆਪਣੇ ਆਪ ਨੂੰ ਬਰੀਥਿੰਗ ਐਕਸਰਸਾਈਜ਼ ਦੇ ਨਾਲ ਆਪਣਾ ਸਟ੍ਰੈਸ ਮੈਨੇਜਮੈਂਟ ਕਰਨਾ ਪਊਗਾ, ਤੇ ਡਾਈਟ ਦੇ ਨਾਲ ਆਪਣੇ ਹਾਰਟ ਨੂੰ, ਆਪਣੀ ਬੋਡੀ ਨੂੰ ਨਿਊਟ੍ਰੀਸ਼ਨਸ ਪਹੁੰਚਾਣੇ ਪੈਣਗੇ, ਤੇ ਇਹ ਪ੍ਰੋਬਲਮ ਠੀਕ ਹੋ ਜਾਏਗੀ। ਠੀਕ ਹੈ, ਠੀਕ ਹੈ। ਤੇ ਜੇ ਹੁਣ ਆਪਾਂ ਲਗਾਤਾਰ, ਤੁਸੀਂ ਦੱਸਿਆ ਕਿ ਜੇ ਹਾਰਟ ਬੀਟ ਇਦਾਂ ਵੱਧਦੀ ਰਹੇ ਤੇ ਨੁਕਸਾਨ ਕੀ ਹੋ ਸਕਦੇ ਨੇ ਫਿਰ? ਇਹਦਾ ਨੁਕਸਾਨ ਇਹ ਹੋ ਸਕਦਾ ਹੈ ਕਿ ਚੱਕਰ ਆਉਣੇ, ਡਿਜ਼ੀਨੈਸ ਹੋਣੀ, ਤੇ ਐਜ਼ ਅ ਰਿਜ਼ਲਟ ਅੱਗੇ ਜਾ ਕੇ ਹਾਰਟ ਵੀਕ ਹੋ ਜਾਏਗਾ, ਵੀਕ ਹੋਏਗਾ ਤੇ ਅੱਗੇ ਜਾ ਕੇ ਜਲਦੀ ਸਟ੍ਰੋਕ ਪੈ ਸਕਦਾ ਹੈ, ਹੈਮਰੇਜ ਹੋ ਸਕਦੀ ਹੈ। ਲੇਕਿਨ ਇਹ ਏਦਾਂ ਨਹੀਂ, ਇੰਨੀ ਛੇਤੀ ਨਹੀਂ ਹੁੰਦਾ, ਇਹ ਲੌਂਗ ਟਰਮ ਪ੍ਰੋਸੈਸ ਹੈਗਾ। ਜੇ ਅਸੀਂ ਹੁਣੇ ਹੀ ਠੀਕ ਕਰ ਲਈਏ ਇਹਨੂੰ ਤੇ ਫਿਰ ਕੋਈ ਦਿੱਕਤ ਨਹੀਂ ਹੈਗੀ। ਠੀਕ ਹੈ, ਠੀਕ ਹੈ। ਸੋ ਦਰਸ਼ਕੋ, ਤੁਸੀਂ ਵੀ ਆਪਣਾ ਸਵਾਲ ਪੁੱਛ ਸਕਦੇ ਹੋ, ਕਮੈਂਟ ਬਾਕਸ ਦੇ ਵਿੱਚ ਆਪਣਾ ਕੋਈ ਸਵਾਲ ਜਿਹੜਾ ਹੈਗਾ ਰੱਖ ਦਿਓ, ਤੇ ਅਸੀਂ ਲਾਈਵ ਡਿਸਕਸ ਕਰਾਂਗੇ, ਉਹਦੇ ਉੱਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਾਲਸ ਤੁਹਾਡੀਆਂ ਲੈਣ ਦੀ ਵੀ ਕੋਸ਼ਿਸ਼ ਕਰਾਂਗੇ। ਕੁਝ ਕੁ ਹਫ਼ਤਿਆਂ ਤੱਕ ਆਪਾਂ ਸਾਰੀ ਜਿਹੜੀ ਹੈ ਟੈਕਨੀਕਲ ਸੈਟਅਪ ਕਰਕੇ ਉਸ ਤੋਂ ਬਾਅਦ ਤੁਹਾਡੀਆਂ ਕਾਲਸ ਵੀ ਲਿਆ ਕਰਾਂਗੇ। ਪਰ ਫਿਲਹਾਲ ਕਮੈਂਟ ਬਾਕਸ ਦੇ ਵਿੱਚ ਤੁਸੀਂ ਜਾ ਕੇ ਆਪਣਾ ਸਵਾਲ ਰੱਖ ਸਕਦੇ ਹੋ, ਤੇ ਉਹਦਾ ਜਵਾਬ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ, ਯਾਨੀ ਕਿ ਕਮਲਪ੍ਰੀਤ ਸਿੰਘ ਹੋਰੀ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਸੋ ਤੁਸੀਂ ਜਿਵੇਂ ਦੱਸਿਆ ਕਿ ਪ੍ਰੋਪਰ ਲਾਈਫਸਟਾਈਲ ਨੂੰ ਚੇਂਜ ਕਰਨਾ ਪਊਗਾ ਜੇਕਰ ਤੁਸੀਂ ਆਪਣਾ ਬਲੱਡ ਪ੍ਰੈਸ਼ਰ, ਹਾਰਟ ਬੀਟ ਜਾਂ ਫਿਰ ਬਲੌਕੇਜ ਜਿਹੜੀ ਹੈ ਉਹਨੂੰ ਦੂਰ ਕਰਨਾ ਹੈ। ਸੋ ਹੁਣ ਹੈਲਥੀ ਲਾਈਫਸਟਾਈਲ ਹੈ ਕੀ ਹੈ? ਦਿਨ ਕਿਵੇਂ ਚੜ੍ਹਨਾ ਚਾਹੀਦਾ, ਉਸ ਤੋਂ ਬਾਅਦ 12 ਕਿਵੇਂ ਵੱਜਣੇ ਚਾਹੀਦੇ, 2 ਕਿਵੇਂ ਵੱਜਣੇ ਚਾਹੀਦੇ, 4 ਸ਼ਾਮ ਕਿਵੇਂ ਹੋਣੀ ਚਾਹੀਦੀ, ਤੇ ਰਾਤ ਕਿਵੇਂ ਹੋਣੀ ਚਾਹੀਦੀ ਹੈ। ਸੋ ਇਹ ਕਿਸ ਤਰ੍ਹਾਂ ਦੀ ਡਾਈਟ ਜਾਂ ਫਿਰ ਕਿਸ ਤਰ੍ਹਾਂ ਦਾ ਜਿਹੜਾ ਲਾਈਫਸਟਾਈਲ ਹੈਗਾ ਹੋਣਾ ਚਾਹੀਦਾ, ਜਿਹਦੇ ਨਾਲ ਆ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ? ਜੀ ਬਿਲਕੁਲ। ਇੱਥੇ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜੇ ਕਿਸੇ ਨੂੰ ਬੀਪੀ ਆ ਗਿਆ ਹੈ ਉਹ ਕਿੱਦਾਂ ਬਚੇ, ਤੇ ਪ੍ਰੀਵੈਂਸ਼ਨ ਵਾਸਤੇ ਵੀ ਆਪਾਂ ਗੱਲ ਕਰਾਂਗੇ। ਤਾਂ ਪਹਿਲਾਂ ਤਾਂ ਬੀਪੀ ਤੁਹਾਨੂੰ ਹੈ ਕਿ ਨਹੀਂ ਹੈਗਾ, ਉਹ ਸਮਝੋ ਕਿ ਜੇ ਤੁਹਾਡਾ 150 ਤੋਂ ਉੱਤੇ ਆ ਰਿਹਾ ਬੀਪੀ, ਤਾਂ ਤੁਸੀਂ ਕਹਿ ਸਕਦੇ ਹੋ ਕਿ ਹਾਂ ਮੈਨੂੰ ਬੀਪੀ ਦੀ ਥੋੜੀ ਜਿਹੀ ਪ੍ਰੋਬਲਮ ਹੈਗੀ ਆ। ਜੇ 150 ਤੋਂ ਥੱਲੇ ਹੈਗਾ, 150 ਤੋਂ ਥੱਲੇ ਆ, ਤੇ ਫਿਰ ਕੋਈ ਬੀਪੀ ਦੀ ਪ੍ਰੋਬਲਮ ਨਹੀਂ ਹੈਗੀ। ਪਰ ਹਾਂ, ਅਗਰ ਤੁਹਾਨੂੰ ਥਕਾਨ ਵਗੈਰਾ ਹੋ ਰਹੀ ਹੈ, ਦੈਟ ਮੀਨਸ ਤੁਹਾਡੀ ਬੋਡੀ ਦੇ ਅੰਦਰ ਕੋਈ ਪ੍ਰੋਬਲਮ ਹੈਗੀ, ਜਿਸ ਕਰਕੇ ਉਹ ਤੁਹਾਨੂੰ ਹੋ ਰਹੀ ਹੈ, ਤੇ ਉਹਨੂੰ ਠੀਕ ਕਰਨਾ ਪਏਗਾ। ਤੇ ਉਹਨੂੰ ਠੀਕ ਕਰਨ ਦਾ ਜਿਹੜਾ ਤਰੀਕਾ ਹੈ ਉਹ ਅੱਜ ਆਪਾਂ ਗੱਲ ਕਰਾਂਗੇ, ਉਹ ਕਿੱਦਾਂ ਕਰਨਾ ਆ। ਸੋ ਪਹਿਲਾਂ ਤਾਂ ਆਪਾਂ ਜਿਹੜੀ ਬੀਪੀ ਦੀ ਮੈਡੀਸਿਨਸ ਨੇ ਉਹਨਾਂ ਤੋਂ ਬਚੀਏ। ਜੇ ਸਾਡਾ ਬੀਪੀ 120 130 ਆਉਂਦਾ ਹੈ ਤੇ ਆਪਾਂ ਬਿਲਕੁਲ ਦਵਾਈਆਂ ਨੂੰ ਛੱਡ ਸਕਦੇ ਹਾਂ, ਕਿਉਂਕਿ ਇਹ ਪਾਇਆ ਗਿਆ ਸੀਗਾ ਕੋਕਰੇਨ ਦੇ ਵਿੱਚ ਰਿਪੋਰਟ ਵਿੱਚ, ਅਗਰ 160 ਤੋਂ ਥੱਲੇ ਕਿਸੇ ਦਾ ਬੀਪੀ ਹੈਗਾ ਤੇ ਫਿਰ ਵੀ ਉਹ ਦਵਾਈਆਂ ਖਾ ਰਿਹਾ ਹੈ, ਤੇ ਉਹ ਬਿਲਕੁਲ ਵੇਸਟ ਹੈਗੀ, ਉਹਨੂੰ ਕੋਈ ਹੈਲਪ ਨਹੀਂ ਕਰ ਰਹੀ। ਤੇ ਜੇ ਸਾਈਡ ਇਫੈਕਟ ਉਹਦੇ ਆ ਰਹੇ ਨੇ ਤੇ ਉਹ ਵੀ ਦਿੱਕਤ ਕਰਨ ਵਾਲੇ ਨੇ। ਤੇ ਸਭ ਤੋਂ ਵੱਡੀ ਗੱਲ ਮੈਨਸ ਵਾਸਤੇ, ਬॉयਜ਼ ਵਾਸਤੇ ਮੈਂ ਦੱਸ ਰਿਹਾ ਕਿ ਬॉयਜ਼ ਵਾਸਤੇ ਖਾਸ ਗੱਲ ਇਹ ਹੈਗਾ ਕਿ ਜਦ ਵੀ ਕੋਈ ਬੀਪੀ ਦੀ ਮੈਡੀਸਿਨ ਖਾਂਦਾ ਹੈ, ਉਹਦਾ ਇੱਕ ਸਾਈਡ ਇਫੈਕਟ ਹੁੰਦਾ ਹੀ ਹੁੰਦਾ ਹੈ, ਉਹ ਹੈ ਇਰੈਕਟਾਈਲ ਡਿਸਫੰਕਸ਼ਨ। ਯਾਨੀ ਕਿ ਬਲੱਡ ਦਾ ਜਿਹੜਾ ਪ੍ਰੈਸ਼ਰ ਹੈਗਾ ਉਹ ਘਟਾਉਣ ਨਾਲ, ਦਵਾਈ ਦੇ ਨਾਲ, ਜਿਹੜਾ ਸਾਡੀ ਰਿਪਰੋਡਕਟਿਵ ਆਰਗਨ ਹੈਗੀ, ਪੈਨਿਸ ਹੈਗੀ, ਉੱਥੇ ਜਿਹੜਾ ਇਰੈਕਸ਼ਨ ਹੁੰਦਾ ਆ, ਉਹਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਜੇ ਲਗਾਤਾਰ ਬੰਦਾ ਬੀਪੀ ਦੀ ਦਵਾਈਆਂ ਲੈਂਦਾ ਰਵੇ। ਇਹ ਫਾਈਂਡ ਕੀਤਾ ਗਿਆ ਸੀਗਾ, ਮੈਂ ਇੱਕ ਮਿੰਟ ਚੈੱਕ ਕਰਦਾ ਕਿਹੜੇ ਰਿਪੋਰਟ ਵਿੱਚ ਸੀਗਾ ਇਹ। ਜੇ ਮੈਂ ਸਾਹਮਣੇ ਲਿਖਿਆ ਨਹੀਂ ਹੋਇਆ, ਮੈਂ ਤੁਹਾਨੂੰ ਬਾਅਦ ਇਹ ਦੱਸੂਗਾ ਕਿ ਵੀ ਕਿਹੜੇ ਰਿਪੋਰਟ ਵਿੱਚ ਪਾਇਆ ਗਿਆ ਸੀ ਕਿ ਐਨੀ ਡਰਗ ਇੰਟਰਫੀਅਰਿੰਗ ਵਿਦ ਬਲੱਡ ਪ੍ਰੈਸ਼ਰ ਮੈਕੈਨਿਜ਼ਮ ਵਿਲ ਕਾਜ਼ ਇਰੈਕਟਾਈਲ ਡਿਸਫੰਕਸ਼ਨ। ਇਸ ਤੋਂ ਇਲਾਵਾ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਪਾਇਆ ਗਿਆ ਸੀਗਾ ਕਿ ਜੇ ਕਿਸੇ ਦਾ ਵੀ ਡਾਇਸਟੋਲਿਕ ਪ੍ਰੈਸ਼ਰ ਯਾਨੀ ਕਿ ਥੱਲੇ ਵਾਲਾ 100 ਤੋਂ ਥੱਲੇ ਹੈਗਾ ਤੇ ਉਹਨੂੰ ਦਵਾਈ ਦਾ ਕੋਈ ਫਾਇਦਾ ਨਹੀਂ ਹੈਗਾ। ਤੇ ਇੱਕ ਲੈਂਸੈਟ 2016 ਵਿੱਚ ਰਿਪੋਰਟ ਆਈ ਸੀਗੀ ਕਿ ਅਗਰ ਕਿਸੇ ਦਾ ਬਲੱਡ ਪ੍ਰੈਸ਼ਰ 120/70 ਆ ਰਿਹਾ ਹੈ ਤੇ ਉਹ ਫਿਰ ਵੀ ਦਵਾਈਆਂ ਖਾ ਰਿਹਾ ਹੈ, ਤੇ ਦੈਟ ਮੀਨਸ ਕਿ ਉਹਦੀ ਮਰਨ ਦੀ ਚਾਂਸ ਤੇ ਉਹਦੀ ਹਾਰਟ ਅਟੈਕ ਦੀ ਚਾਂਸ ਜ਼ਿਆਦਾ ਹੋਏਗੀ ਇਨਸਟੈਡ ਆਫ ਕਿ ਜਿਹੜਾ ਦਵਾਈ ਨਹੀਂ ਖਾ ਰਿਹਾ। ਅੱਛਾ ਜੀ, ਕੀ ਬਾਤ ਹੈ, ਕੀ ਬਾਤ ਹੈ। ਸੋ ਇਹ ਦਵਾਈਆਂ ਦੇ ਉੱਤੇ ਲਾ ਕਿਉਂ ਦਿੱਤਾ ਜਾਂਦਾ? ਜੇਕਰ ਆਪਾਂ ਇਹ ਗੱਲ ਕਹਿੰਦੇ ਆ ਵੀ ਭਾਈ ਇੰਨਾ ਕੁ ਠੀਕ ਆ, ਇੰਨਾ ਕੁ ਜਾਇਜ਼ ਹੈਗਾ, ਫਿਰ ਦਵਾਈਆਂ ਦੇ ਉੱਤੇ ਲਾ ਕੇ ਤਾਂ ਬੰਦੇ ਨੂੰ ਤਾਂ ਫਿਰ ਮਾਰਨ ਵਾਲੇ ਪਾਸੇ ਨੂੰ, ਮੌਤ ਵਾਲੇ ਪਾਸੇ ਨੂੰ ਤੋਰਿਆ ਜਾ ਰਿਹਾ ਵੀ ਚੱਲ ਭਾਈ ਪੈ ਜਾ ਰਸਤੇ ਆਈ ਤੋਂ, ਤੇ ਹੋਰ 4-5 ਸਾਲ 7 ਸਾਲ ਜਿਹੜੇ ਹੈਗੇ ਆ ਉਹ ਦਵਾਈਆਂ ਖਾ ਕੇ ਕੱਢ ਲੈ, ਤੇ ਉਸ ਤੋਂ ਬਾਅਦ ਤਾਂ ਐਂਡ ਹੈ ਹੀ ਆ ਫਿਰ। ਜੀ ਬਿਲਕੁਲ। ਇੱਥੇ ਮੈਂ ਤੁਹਾਨੂੰ ਬਿਜ਼ਨਸ ਦਾ ਤਰੀਕਾ ਦੱਸਦਾ ਹਾਂ। ਬਿਜ਼ਨਸ ਦਾ ਤਰੀਕਾ ਕਿੱਦਾਂ ਹੁੰਦਾ ਆ? ਅੱਜ ਕੱਲ ਕੀ ਹੈ ਕਿ ਮਾਰਕੀਟਿੰਗ ਵਾਸਤੇ ਹਰ ਚੀਜ਼ ਫ੍ਰੀ ਵਿੱਚ, ਪਹਿਲਾਂ ਫ੍ਰੀ ਵਿੱਚ ਦਿੱਤੀ ਜਾਂਦੀ ਹੈ। ਫ੍ਰੀ ਹੈਲਥ ਚੈੱਕਅਪ ਕਰਾ ਲਓ ਜੀ, ਫ੍ਰੀ ਇਹ ਕਰਾ ਲਓ, ਉਹ ਕਰਾ ਲਓ, ਆਪਾਂ ਚੈੱਕਅਪ ਕਰਾਉਣ ਚਲੇ ਜਾਂਦੇ ਆ। ਉੱਥੇ ਸ਼ੂਗਰ ਟੈਸਟ ਹੋਊਗਾ, ਸਾਡਾ ਬੀਪੀ ਟੈਸਟ ਹੋਊਗਾ, ਸਾਡਾ ਥਾਇਰੋਇਡ ਹੋਏਗਾ, ਹੋਰ 4-5 ਟੈਸਟ ਹੋਣਗੇ। ਕਿਸੇ ਨਾ ਕਿਸੇ ਜਗ੍ਹਾ ਵਿੱਚ ਆਪਾਂ ਫੜੇ ਜਾਵਾਂਗੇ, ਕਿਉਂਕਿ ਜਿਵੇਂ ਮੈਂ ਦੱਸਿਆ ਕਿ ਅੰਕੜੇ ਉਹਨਾਂ ਨੇ ਘਟਾਏ ਹੋਏ ਨੇ, ਸ਼ੂਗਰ ਦੇ ਵੀ ਘਟਾ ਲਏ, ਬੀਪੀ ਦੇ ਵੀ ਘਟਾ ਲਏ। ਇਹ ਇਸ ਤਰ੍ਹਾਂ ਹੋ ਗਿਆ ਜਿਵੇਂ ਫੁੱਟਬਾਲ ਦਾ ਮੈਚ ਹੋ ਰਿਹਾ ਤੇ ਗੋਲ ਪੋਸਟ ਛੋਟਾ ਕਰ ਦਿੱਤਾ, ਤੁਸੀਂ ਕਦੇ ਗੋਲ ਮਾਰ ਹੀ ਨਹੀਂ ਪਾਓਗੇ। ਦੈਟ ਮੀਨਸ ਕਿ ਤੁਸੀਂ ਕਦੀ ਹੈਲਦੀ ਨਿਕਲ ਹੀ ਨਹੀਂ ਪਾਓਗੇ, ਕਿਤੇ ਨਾ ਕਿਤੇ ਫਸਾ ਲੈਣਗੇ। ਹੁਣ ਕੋਈ ਨਾ ਕੋਈ ਗੋਲੀ ਦੇ ਦੇਣਗੇ। ਮੰਨ ਲਓ ਤੁਹਾਨੂੰ ਬੀਪੀ ਵਿੱਚ ਫਸ ਗਏ, ਪੰਜਾਬ ਪੁਲਿਸ ਵਾਲਾ ਹੀ ਹਾਲ ਹੈ ਵੀ ਕੋਈ ਨਾ ਕੋਈ ਉਹਨਾਂ ਨੇ ਕਰਕੇ ਤੁਹਾਨੂੰ ਅੰਦਰ ਜਿਹੜਾ ਸੁੱਟਣਾ ਤੇ ਸੁੱਟ ਹੀ ਦੇਣਾ, ਵੀ ਜੇ ਕਿਤੇ ਥੋੜੀ ਬਹੁਤੀ ਪੁੜੀ ਭੁੱਕੀ ਦੀ ਪਾਣੀ ਉਹ ਪਾ ਕੇ ਉਹਨਾਂ ਨੇ ਸੁੱਟ ਹੀ ਦੇਣਾ ਅੰਦਰ ਤੁਹਾਨੂੰ। ਹਾਂ, ਉਹੀ ਗੱਲ ਆ, ਹੈ ਨਾ। ਸੋ ਕਿਤੇ ਨਾ ਕਿਤੇ ਮੰਨ ਲਓ ਤੁਸੀਂ ਬੀਪੀ ਵਿੱਚ ਫੜੇ ਗਏ, ਹੈ ਨਾ, ਬੀਪੀ ਦੀ ਤੁਸੀਂ ਗੋਲੀਆਂ ਲੈਣੀ ਸ਼ੁਰੂ ਕਰ ਦਿੱਤੀਆਂ। ਹੁਣ ਹੋਏਗਾ ਕਿ ਜਦ ਤੁਸੀਂ ਲਗਾਤਾਰ 3-4 ਸਾਲ ਤੱਕ ਬੀਪੀ ਦੀ ਗੋਲੀ ਖਾਂਦੇ ਰਹੋਗੇ ਤਾਂ ਤੁਹਾਨੂੰ ਡਾਇਬੀਟੀਜ਼ ਨਾਲ ਹੋ ਜਾਏਗੀ, ਫਿਰ ਉਸ ਨਾਲ ਕੋਲੇਸਟ੍ਰੋਲ ਹੋਰ ਸ਼ੁਰੂ ਹੋ ਜਾਏਗਾ। ਤਾਂ ਕਰਦੇ ਕਰਾਉਂਦੇ ਤੁਸੀਂ ਇਹਨੂੰ ਟ੍ਰਾਇੰਗਲ ਆਫ ਡੈਥ ਕਹਿੰਦੇ ਹੈਗੇ, ਜਿਵੇਂ ਤੁਸੀਂ ਇੱਕ ਲੈ ਲਈ ਤੇ 2 ਦਿਨ ਨਾਲ ਹੋਰ ਆ ਜਾਣਗੀਆਂ, ਕਰਦੇ ਕਰਦੇ ਤੁਸੀਂ ਕਮਜ਼ੋਰ ਪੈ ਜਾਓਗੇ। ਸੋ ਇਹ ਤਰੀਕਾ ਕਿਉਂ ਕੀਤਾ ਜਾਂਦਾ ਹੈ? ਕਿਉਂਕਿ ਜੇ ਤੁਸੀਂ ਹੈਲਦੀ ਹੋਵੋਗੇ ਤਾਂ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੈ ਹੈਲਦੀ ਦਾ। ਜੇ ਤੁਸੀਂ ਬਿਮਾਰ ਹੋਗੇ ਤਾਂ ਦਵਾਈਆਂ ਵੇਚ ਕੇ ਉਹ ਪੈਸੇ ਕਮਾ ਸਕਦੇ ਆ। ਸੋ ਆਪਣੇ ਬਿਜ਼ਨਸ ਦੇ ਚੱਕਰ ਵਿੱਚ ਉਹ ਤੁਹਾਡੀ ਜਾਨ ਦੇ ਪਿੱਛੇ ਪਏ ਹੋਏ ਆ।
ਸੋ ਜੇ ਤੁਸੀਂ ਚਾਹੁੰਦੇ ਆ ਬਚਣਾ ਤੇ ਤੁਹਾਨੂੰ ਆਪਣੇ ਆਪ ਨੂੰ ਐਜੂਕੇਸ਼ਨ ਲੈਣਾ ਹੀ ਪਊਗਾ, ਇਹ ਸੈਲਫ ਐਜੂਕੇਟ ਕਰਨਾ ਹੀ ਪਊਗਾ। ਅਦਰਵਾਈਜ਼ ਕੋਈ ਅੱਜ ਦੇ ਜ਼ਮਾਨੇ ਵਿੱਚ ਕਿਸੇ ਹੋਰ ਦੇ ਉੱਤੇ ਬਿਨਾਂ ਸੋਚੇ ਸਮਝੇ, ਬਿਨਾਂ ਰਿਸਰਚ ਕੀਤੇ ਭਰੋਸਾ ਕਰਨਾ, ਇਹਦਾ ਮੂਰਖ ਵਾਲੀ ਹੀ ਗੱਲ ਹੈਗੀ ਆ। ਮਤਲਬ ਕਿ ਛੋਟੀ ਛੋਟੀ ਪ੍ਰੋਬਲਮ ਤੇ ਡਾਕਟਰਾਂ ਦੇ ਕੋਲ ਜਾਣਾ ਇਹ ਕੋਈ ਸਹੀ ਨਹੀਂ ਹੈਗਾ। ਮਤਲਬ ਤੁਹਾਡੇ ਕਹਿਣ ਦਾ ਕਿ ਉਹਦਾ ਆਪ ਸਾਨੂੰ ਸਮਝਣਾ ਪਊਗਾ ਵੀ ਆਖਰ ਸਾਡੀ ਬਾਡੀ ਦੇ ਵਿੱਚ ਹੋ ਕੀ ਰਿਹਾ, ਇਹ ਮਤਲਬ ਕਿ ਇਸ ਤਰ੍ਹਾਂ ਆਪਾਂ ਨੂੰ ਚੱਲਣਾ ਚਾਹੀਦਾ। ਬਿਲਕੁਲ ਬਿਲਕੁਲ, ਆਪਾਂ ਨੂੰ ਆਪ ਨੂੰ ਹੀ ਸਮਝਣਾ ਪਊਗਾ, ਕਿੱਦਾਂ ਆਪਣਾ ਇਲਾਜ ਆਪਣੇ ਘਰੇ ਵਿੱਚ ਹੀ ਕਰਨਾ ਪਊਗਾ। ਤੇ ਇਹ ਜਿਹੜੀ ਮੈਂ ਤੁਹਾਨੂੰ ਡਾਈਟ, ਹਾਂਜੀ ਇੱਕ ਸਵਾਲ ਹੋਰ ਆ ਰਿਹਾ, ਆਪਾਂ ਨਾਲ ਨਾਲ ਗੱਲਬਾਤ ਕਰਦੇ ਜਾਂਦੇ ਹਾਂ, ਸਵਾਲ ਲੈ ਲੈਣੇ। ਕਹਿੰਦੇ ਐਸਿਡ ਦੀ ਪ੍ਰੋਬਲਮ ਹੈ, ਜਿਹੜਾ ਐਸਿਡ ਅੰਦਰ ਬਣਦਾ, ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਬੀਪੀ ਦੇ ਨਾਲ, ਹਾਰਟ ਬਲੋਕੇਜ ਦੇ ਨਾਲ ਇਹਦਾ ਕੋਈ ਸੰਬੰਧ ਹੈਗਾ? ਜਿਹੜਾ ਐਸਿਡ ਬਹੁਤ ਬਣਨ ਲੱਗ ਪੈਂਦਾ ਕਈਆਂ ਦੇ, ਤੇ ਉਹ ਕਿਉਂ ਬਣਦਾ ਹੈ, ਉਹਦਾ ਵੀ ਆਪਾਂ ਥੋੜੀ ਜਿਹੀ ਗੱਲਬਾਤ ਕਰ ਲਈਏ। ਐਸਿਡ ਦਾ ਚੱਕਰ ਇਹ ਹੁੰਦਾ ਆ ਕਿ ਜਦ ਅਸੀਂ ਕੋਈ ਵੀ ਚੀਜ਼ ਅੰਦਰ ਖਾਂਦੇ ਆ ਤੇ ਅੰਦਰ ਜਾ ਕੇ ਜਦੋਂ ਪ੍ਰੋਪਰਲੀ ਡਾਈਜੈਸਟ ਨਹੀਂ ਹੋ ਪਾਉਂਦੀ, ਉੱਥੇ ਹੀ ਰਹਿ ਜਾਂਦੀ ਹੈ ਤੇ ਉਹ ਸੜਨ ਲੱਗ ਪੈਂਦੀ ਹੈ। ਸੜਨ ਕਰਕੇ ਉਹਦੇ ਵਿੱਚ ਗੈਸ ਬਣਦਾ ਹੈ, ਐਸਿਡ ਬਣਦਾ ਹੈ। ਇਹੀ ਐਸਿਡ ਜਿਹੜਾ ਹੈਗਾ ਇਹਦੇ ਤੋਂ ਉੱਤੇ ਨੂੰ ਆਉਂਦਾ ਹੈ, ਜਿਹਨੂੰ GERD ਕਹਿੰਦੇ ਆ, ਗੈਸਟ੍ਰੋਇਜ਼ੋਫੈਗਲ ਰਿਫਲਕਸ ਡਿਜ਼ੀਜ਼। ਇਹ ਸਾਨੂੰ ਇੱਥੇ ਹਾਰਟ ਵਾਲੇ ਏਰੀਆ ਵਿੱਚ ਜਾ ਕੇ ਦਰਦ ਕਰਦਾ ਹੈ ਤੇ ਸਾਨੂੰ ਲੱਗਦਾ ਹੈ ਕਿ ਬਈ ਸਾਨੂੰ ਹਾਰਟ ਅਟੈਕ ਆ ਗਿਆ। ਅਸਲ ਵਿੱਚ ਉਹ ਹਾਰਟ ਅਟੈਕ ਨਹੀਂ ਹੁੰਦਾ, ਉਹ ਸਾਡਾ ਗੈਸ ਦਾ ਹੀ, ਐਸਿਡਿਟੀ ਦਾ ਹੀ ਪੇਨ ਹੁੰਦਾ ਆ। ਤੇ 99% ਕੇਸ ਵਿੱਚ ਅਸੀਂ ਦੇਖਿਆ ਕਿ ਉਹ ਹਾਰਟ ਦਾ ਪੇਨ ਨਹੀਂ ਹੈ, ਉਹ ਸਾਡੀ ਗੈਸ ਜਿਹੜੀ ਹਾਰਟ ਵੱਲ ਆ ਰਹੀ ਸੀ ਉਹਦਾ ਪੇਨ ਹੈਗਾ। ਅਗਰ ਤੁਸੀਂ ਹਸਪੀਟਲ ਚਲੇ ਗਏ ਤੇ ਤੁਹਾਨੂੰ ਉਹ ਹਾਰਟ ਅਟੈਕ ਦਾ ਪੇਸ਼ੈਂਟ ਦੱਸ ਕੇ ਤੁਹਾਡਾ ਆਪਰੇਸ਼ਨ ਕਰ ਦੇਣਗੇ। ਤਾਂ ਇਸ ਤੋਂ ਬੈਟਰ ਹੈ ਆਪਣੇ ਆਪ ਨੂੰ ਐਜੂਕੇਟਡ ਰੱਖੋ, ਤੇ ਉਹ ਜਿਹੜਾ ਐਸਿਡ ਬਣਨਾ ਹੈ ਉਹਨੂੰ ਕਿਵੇਂ ਠੀਕ ਕਰਨਾ ਹੈ, ਅੱਜ ਆਪਾਂ ਗੱਲ ਕਰਾਂਗੇ ਉਸ ਦੇ ਬਾਰੇ। ਡਾਈਟ ਪਲਾਨ, ਉਹ ਸਾਰੀ ਜਿਹੜੀ ਇੱਕ ਡਾਈਟ ਆ, ਉਸ ਇੱਕ ਡਾਈਟ ਨਾਲ ਕੀ ਹੋਊਗਾ, ਤੁਹਾਡੇ ਅੰਦਰ ਡਾਈਜੈਸ਼ਨ ਪ੍ਰੋਪਰ ਹੋਣ ਲੱਗ ਪਏਗੀ, ਤੁਸੀਂ ਰਾਈਟ ਕਾਈਂਡ ਆਫ ਫੂਡ ਖਾਓਗੇ, ਐਜ਼ ਅ ਰਿਜ਼ਲਟ ਉਹ ਖਾਣਾ ਸੜੇਗਾ ਨਹੀਂ, ਉਹਦੇ ਵਿੱਚ ਗੈਸ ਨਹੀਂ ਬਣੇਗੀ, ਐਸਿਡ ਨਹੀਂ ਬਣੇਗਾ, ਤੇ ਉਹ ਐਸਿਡ ਦੀ ਪ੍ਰੋਬਲਮ ਵੀ ਨਹੀਂ ਹੋਏਗੀ, ਬੀਪੀ ਦੀ ਪ੍ਰੋਬਲਮ ਵੀ ਨਹੀਂ ਹੋਏਗੀ, ਤੇ ਸ਼ੂਗਰ ਦੀ ਪ੍ਰੋਬਲਮ ਵੀ ਨਹੀਂ ਹੋਏਗੀ। ਅੱਛਾ, ਓਕੇ, ਹਾਂ ਠੀਕ ਹੈ। ਸੋ ਸਾਡਾ ਇਹ ਜਿਹੜੀ ਡਾਈਟ ਆ, ਇਹ ਆਪਾਂ ਇਕੱਲੇ ਫੋਲੋ ਨਹੀਂ ਕਰਦੇ। ਅੱਜ ਤੱਕ ਬਹੁਤ ਵੱਡੇ ਵੱਡੇ ਡਾਕਟਰ ਜਿਹੜੇ ਹੈਗੇ, ਇਵਨ ਵਾਈਟ ਹਾਊਸ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਜਿਹੜੇ ਡਾਕਟਰ ਹੁੰਦੇ ਆ, ਜਿਵੇਂ ਕਿ ਡੀਨ ਔਰਨਿਸ਼ ਜੀ ਹੋ ਗਏ, ਜੀ ਐਸਐਲਸਟੀਨ ਹੋ ਗਏ, ਡਾਕਟਰ ਟਿਮ ਕੋਲਿਨ ਕੈਂਪਬੈਲ ਹੋ ਗਏ, ਅੱਜ ਡਾਕਟਰ ਵਿਸ਼ਵਰੂਪ ਰॉय ਚੌਧਰੀ ਇੰਡੀਆ ਵਿੱਚ ਕਰਦੇ ਪਏ ਨੇ, ਹੋਰ ਬਹੁਤ ਸਾਰੇ ਡਾਕਟਰਸ ਆਲਰੇਡੀ ਕਰ ਚੁੱਕੇ ਆ, ਪਰ ਇਹ ਬਹੁਤ ਘੱਟ ਹੁੰਦੇ ਆ ਇਹ ਡਾਕਟਰ। ਲੇਕਿਨ ਯੂਜ਼ੂਅਲੀ ਜਿਹੜੇ ਮੋਸਟ ਆਫ ਦਾ ਮੈਡੀਕਲ ਜਿਹੜੇ ਸਟੂਡੈਂਟਸ ਹੁੰਦੇ ਆ, ਕਿਉਂਕਿ ਜੋ ਜਿਸ ਤਰ੍ਹਾਂ ਉਹਨਾਂ ਨੂੰ ਮੈਡੀਕਲ ਸਕੂਲ ਵਿੱਚ ਪੜਾਇਆ ਜਾਂਦਾ ਹੈ, ਉਹ ਉਸੇ ਦਵਾਈਆਂ ਵਾਲੀ ਪੜ੍ਹਾਈ ਨੂੰ ਲੈ ਕੇ ਚੱਲਦੇ ਆ, ਤੇ ਐਜ਼ ਅ ਰਿਜ਼ਲਟ ਦਵਾਈਆਂ ਖਿਲਾ ਕੇ ਜਾਣੇ ਅਣਜਾਣੇ ਵਿੱਚ ਉਹ ਪੇਸ਼ੈਂਟ ਦਾ ਨੁਕਸਾਨ ਕਰਕੇ ਆਪਣੇ ਪੈਸੇ ਬਣਾਉਣ ਦੇ ਚੱਕਰ ਵਿੱਚ ਹੁੰਦੇ ਆ। ਬੜਾ ਵੱਡਾ ਧੰਦਾ ਚੱਲ ਰਿਹਾ। ਆਪਾਂ ਇਹ ਮੰਨ ਕੇ ਚੱਲੀਏ ਵੀ ਜਿਹੜਾ ਦਵਾਈਆਂ ਦਾ ਝੱਟ, ਆਪਾਂ ਸਾਡੇ ਤਾਂ ਆਮ ਪਿੰਡਾਂ ਦੇ ਵਿੱਚ ਪੰਜਾਬ 'ਚ ਇਹੀ ਹੁੰਦਾ ਨਾ ਵੀ ਸਾਡੀਆਂ ਜਿਹੜੀਆਂ ਬਜ਼ੁਰਗ ਔਰਤਾਂ ਨੇ ਖਾਸ ਤੌਰ ਦੇ ਉੱਤੇ, ਉਹ ਬਹੁਤ ਜਿਹੜੀਆਂ ਦਵਾਈਆਂ ਦੇ ਉੱਤੇ, ਗੋਲੀਆਂ ਦੇ ਉੱਤੇ, ਪੱਤਿਆਂ ਦੇ ਉੱਤੇ ਲੱਗੀਆਂ ਹੁੰਦੀਆਂ। ਮਤਲਬ ਕਿ ਉਹ ਚੀਜ਼ ਭਾਵੇਂ ਉਹਨਾਂ ਨੂੰ ਕੁਛ ਵੀ ਪਾ ਕੇ ਦੇ ਦਿਓ, ਭਾਵੇਂ ਫਿੱਕੀਆਂ ਗੋਲੀਆਂ ਦੇ ਦਿਓ ਉਹਨਾਂ ਨੂੰ, ਤੇ ਉਹਨਾਂ ਨੂੰ ਲੱਗਦਾ ਵੀ ਇਹਦੇ ਨਾਲ ਇਲਾਜ ਮੇਰਾ ਹੋ ਗਿਆ, ਡਾਕਟਰ ਸਾਹਿਬ ਨੇ ਆ ਗੋਲੀਆਂ ਦਿੱਤੀਆਂ। ਜੇਕਰ ਕੋਈ ਡਾਕਟਰ ਉਹਨਾਂ ਨੂੰ ਗੋਲੀ ਕੋਈ ਪੱਤਾ ਦਵੇ, ਕੋਈ ਨਾ ਮੈਡੀਸਿਨ ਦਵੇ, ਉਹਨੂੰ ਲੱਗਦਾ ਵੀ ਇਹ ਡਾਕਟਰ ਜਿਹੜਾ ਝੂਠਾ ਹੈਗਾ। ਸੋ ਇਹਨੂੰ ਮਤਲਬ ਪਤਾ ਕੁਛ ਨਹੀਂ, ਇਹਦੇ ਕੋਲ ਐਵੇਂ ਹੀ ਬੈਠ ਗਿਆ ਆ ਕੇ ਇਹ ਦੁਕਾਨ ਖੋਲ ਕੇ ਜਾਂ ਆਪਣਾ ਹਸਪੀਟਲ। ਸੋ ਆਪਾਂ ਨੂੰ ਦਵਾਈਆਂ ਦੇ ਨਾਲ ਜਿਹੜਾ ਹੈਗਾ ਇੱਕ ਸੰਤੁਸ਼ਟੀ ਜੀ ਮਿਲਦੀ ਹੈ। ਸਾਡੀ ਮਾਨਸਿਕਤਾ ਸ਼ਾਇਦ ਇਹੋ ਜਿਹੀ ਬਣ ਚੁੱਕੀ ਹੈ। ਹੁਣ ਆਪਾਂ ਆਮ ਦੇਖਦੇ ਹਾਂ ਵੀ ਬੁਖਾਰ ਹੋ ਗਿਆ, ਸਾਡੇ ਆਮ ਹੀ ਜੇ ਕਿਸੇ ਨੂੰ ਦੱਸ ਦਈਏ ਭਾਈ ਬੁਖਾਰ ਜਾ ਹੋਇਆ, ਉਹ ਕਹਿੰਦਾ ਡਾਕਟਰ ਕੋਲ ਜਾ, ਆ ਫਲਾਨੀ ਜਿਹੜੀ ਇਹ ਟੈਬਲੇਟ ਹੈ, ਪੈਰਾਸੀਟਾਮੋਲ ਲੈ ਲੈ, ਆ ਲੈ ਲੈ, ਫਲਾਨੀ ਚੀਜ਼ ਲੈ, ਉਹਦਾ ਠੀਕ ਹੋ ਜਾਏਗਾ। ਸੋ ਇਹ ਚੀਜ਼ਾਂ ਆਮ ਨੇ ਸਾਡੇ ਵਿੱਚ ਵੀ ਜੇ ਬੁਖਾਰ ਹੋਇਆ ਸੀ ਤਾਂ ਤੂੰ ਡਾਕਟਰ ਦੇ ਕੋਲ ਕਿਉਂ ਨਹੀਂ ਗਿਆ, ਘਰ ਹੀ ਬੈਠਾ ਹੋਇਆ। ਕਈ ਤਾਂ ਇਸ ਤਰ੍ਹਾਂ ਵੀ ਕਹਿਣ ਲੱਗ ਪੈਂਦੇ। ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਅਗਰ ਬੁਖਾਰ ਦੀ ਗੋਲੀ ਖਾਓਗੇ ਤਾਂ ਤੁਸੀਂ 7 ਦਿਨਾਂ ਵਿੱਚ ਠੀਕ ਹੋਗੇ, ਲੇਕਿਨ ਅਗਰ ਤੁਸੀਂ ਗੋਲੀ ਨਹੀਂ ਖਾਓਗੇ ਤਾਂ ਤੁਸੀਂ 1 ਵੀਕ ਵਿੱਚ ਠੀਕ ਹੋ ਜਾਓਗੇ। ਅੱਛਾ, ਕਹਿਣ ਦਾ ਮਤਲਬ ਕਿ 7 ਦਿਨ ਹੀ ਲੱਗਣਗੇ ਉਹ ਦਵਾਈ ਦੇ ਨਾਲ ਵੀ ਤੇ ਬਿਨਾਂ ਦਵਾਈ ਤੋਂ ਵੀ, ਤੇ ਬਲਕਿ ਜਿਹੜੇ ਦਵਾਈ ਦੇ ਨਾਲ ਸਾਈਡ ਇਫੈਕਟ ਨਾਲ ਹੋਰ ਆ ਜਾਣਗੇ, ਹੈਨਾ। ਸੋ ਇੱਕ ਸਿੰਪਲ ਐਗਜ਼ਾਮਪਲ ਦਿੰਦਾ ਤੁਹਾਨੂੰ ਪੈਰਾਸੀਟਾਮੋਲ ਦਾ, ਜਿਹੜੀ ਵੀ ਥੋੜਾ ਦਰਦ ਹੋਇਆ ਨਹੀਂ, ਥੋੜਾ ਜਿਹਾ ਫੀਵਰ ਹੋਇਆ ਨਹੀਂ, ਤੇ ਪੈਰਾਸੀਟਾਮੋਲ ਨਾਲ ਖਾ ਲਈ। ਹੁੰਦਾ ਕੀ ਹੈ, ਅਕੋਰਡਿੰਗ ਟੂ ਦਾ ਯੂਰੋਪੀਅਨ ਜਰਨਲ ਆਫ ਪੇਨ 2014 ਦੀ ਰਿਪੋਰਟ ਹੈਗੀ ਕਿ ਪੈਰਾਸੀਟਾਮੋਲ ਜਿਹੜੀ ਹੈਗੀ ਇਹ ਵਨ ਆਫ ਦਾ ਲੀਡਿੰਗ ਕਾਜ਼ਸ ਆਫ ਲੀਵਰ ਫੇਲਿਅਰ ਹੈਗੀ। ਓਕੇ, ਅੱਛਾ ਜੀ। ਹਾਂ, ਸੋ ਮੈਡੀਕਲ ਇੰਡਸਟਰੀ ਵਿੱਚ ਇੱਕ ਬਹੁਤ ਵੱਡਾ ਜਿਹੜਾ ਸਬਸਟੈਂਸ ਹੈ ਇਹ ਪੈਰਾਸੀਟਾਮੋਲ, ਇਹਦੇ ਨਾਲ ਬਹੁਤ ਲੋਕਾਂ ਦੀ ਲੀਵਰ ਫੇਲ ਹੁੰਦੀ ਹੈ। ਲੇਕਿਨ ਤੁਹਾਡੀ ਅਗਰ ਲੀਵਰ ਫੇਲ ਹੋ ਕੇ ਡਾਕਟਰ ਇਹ ਨਹੀਂ ਕਹੇਗਾ ਕਿ ਤੁਹਾਨੂੰ ਪੈਰਾਸੀਟਾਮੋਲ ਨਾਲ ਹੋਈ ਸੀਗੀ, ਤੁਹਾਨੂੰ ਲੀਵਰ ਦੀ ਪਰੇਸ਼ਾਨੀ ਸੀ ਕਿ ਇਸ ਕਰਕੇ ਹੋ ਗਿਆ। ਹੁਣ ਰੀਜ਼ਨ ਕੀ ਹੈ ਉਹਦਾ? ਰੀਜ਼ਨ ਇਹ ਹੈ ਕਿ ਜਦ ਸਾਨੂੰ ਬੁਖਾਰ ਹੁੰਦਾ ਹੈ, ਕਫ ਹੁੰਦੀ ਹੈ, ਹੈਡੇਕ ਹੁੰਦਾ ਹੈ, ਇਸ ਬੋਡੀ ਦਾ ਇੱਕ ਸਿਸਟਮ ਹੈ ਸਾਨੂੰ ਦੱਸਣ ਦਾ ਕਿ ਤੁਹਾਨੂੰ ਰੈਸਟ ਦੀ ਲੋੜ ਹੈ, ਕਿ ਤੁਹਾਡੇ ਅੰਦਰ ਇਸ ਟਾਈਮ ਅਸੀਂ ਬੋਡੀ ਨੂੰ ਸਫਾਈ ਕਰ ਰਹੇ ਹਾਂ, ਆਪਣੇ ਆਪ ਨੂੰ ਰੈਸਟ ਦਿਵੋ, ਆਪਣੇ ਇਮਿਊਨ ਸਿਸਟਮ ਨੂੰ ਵਧਾਓ ਤਾਂ ਕਿ ਅਸੀਂ ਚੰਗੀ ਤਰ੍ਹਾਂ ਸਫਾਈ ਕਰ ਸਕੀਏ। ਕੋਈ ਪ੍ਰੋਬਲਮ ਆਈ ਹੋਈ ਹੈ ਬੋਡੀ ਦੇ ਅੰਦਰ, ਜਾਂ ਤਾਂ ਕੋਈ ਬੈਕਟੀਰੀਆ ਹੋ ਸਕਦਾ ਹੈ ਜਾਂ ਫਿਰ ਅੰਦਰ ਕਚਰਾ ਜਮਾ ਹੋ ਸਕਦਾ ਹੈ, ਜਿਵੇਂ ਆਪਾਂ ਦੀਵਾਲੀ ਵਿੱਚ ਪੂਰੀ ਤਰ੍ਹਾਂ ਆਪਾਂ ਘਰ ਨੂੰ ਸਾਫ਼ ਕਰਦੇ ਹਾਂ ਚੰਗੀ ਤਰ੍ਹਾਂ, ਸੋਫੇ ਉਠਾ ਕੇ, ਉਸ ਤਰ੍ਹਾਂ ਹੋ ਸਕਦਾ ਹੈ। ਹੁਣ ਉਸ ਵੇਲੇ ਅਸੀਂ ਸੋਚਦੇ ਹਾਂ ਕਿ ਹੈਡੇਕ ਹੋ ਰਿਹਾ ਹੈ ਤੇ ਇਹ ਪੇਨ ਕਿਲਰ ਲੈ ਬਗੈਰ ਮੇਰਾ ਕੰਮ ਚੱਲੂਗਾ ਨਹੀਂ, ਅਸੀਂ ਪੇਨ ਕਿਲਰ ਲੈ ਲੈਂਦੇ ਹਾਂ। ਹੁਣ ਉਹ ਪੇਨ ਕਿਲਰ ਕੀ ਕਰਦੇ ਆ, ਉਹ ਸਾਡੇ ਪੇਨ ਨੂੰ
ਜਿਹੜਾ ਪੇਨ ਦਾ ਕਾਰਨ ਸੀਗਾ, ਜਿਹੜਾ ਘਾਵ ਬਣਿਆ ਹੋਇਆ ਜਾਂ ਬੋਡੀ ਵਿੱਚ ਕਚਰਾ ਜਮਾ ਹੋ ਗਿਆ, ਉਹਨੂੰ ਠੀਕ ਨਹੀਂ ਕਰਦਾ। ਉਹ ਸੈਂਸੇਸ਼ਨ ਕੱਟ ਦਿੰਦਾ ਹੈ ਕਿ ਬਈ ਪਤਾ ਹੀ ਨਾ ਲੱਗੇ ਕਿ ਪੇਨ ਆ ਰਿਹਾ ਹੈ। ਐਜ਼ ਅ ਰਿਜ਼ਲਟ ਅਸੀਂ ਆਪਣਾ ਫਿਰ ਕੰਮ ਕਰਨ ਲੱਗ ਪੈਂਦੇ ਆ, ਫਿਰ ਆਪਾਂ ਭੱਜ ਦੌੜ ਕਰਨ ਲੱਗ ਪੈਂਦੇ ਆ, ਜਿਹਦੇ ਨਾਲ ਉਹ ਘਾਵ ਜਾਂ ਪਰੇਸ਼ਾਨੀ ਵੱਧਦੀ ਜਾਂਦੀ ਹੈ, ਉਹ ਸਫਾਈ ਨਹੀਂ ਹੋ ਪਾਉਂਦੀ, ਜਿਸ ਕਰਕੇ ਅੰਦਰੂਨੀ ਜਿਹੜੀ ਚੋਟ ਹੈਗੀ ਉਹ ਵੱਧਦੀ ਜਾਂਦੀ ਹੈ। ਜਿਵੇਂ ਕਿ ਫੋਰ ਐਗਜ਼ਾਮਪਲ ਅਰਥਰਾਈਟਿਸ ਦੀ ਗੱਲ ਕਰੀਏ, ਅਰਥਰਾਈਟਿਸ ਸਾਡੇ ਗੋਡਿਆਂ ਵਿੱਚ ਅੰਦਰ ਜਿਹੜੇ ਇਨਫਲੇਮੇਸ਼ਨ ਹੈਗੀ, ਯਾਨੀ ਕਿ ਅੰਦਰ ਕੀ ਕਹਿ ਲਓ ਘਾਵ ਹੈਗੇ, ਹੁਣ ਅਸੀਂ ਪੇਨ ਕਿਲਰ ਖਾ ਕੇ ਉਹਦੀ ਸੈਂਸੇਸ਼ਨ ਕੱਟ ਦਿੰਦੇ ਆ ਕਿ ਪਤਾ ਹੀ ਨਾ ਲੱਗੇ ਪੇਨ ਹੈ, ਲੇਕਿਨ ਘਾਵ ਤਾਂ ਨਹੀਂ ਠੀਕ ਹੋਇਆ, ਉਹ ਤਾਂ ਵੱਧਦਾ ਜਾ ਰਿਹਾ ਹੈ। ਫਿਰ ਜਦੋਂ ਆਖਿਰਲਾ ਸਟੇਜ ਆ ਜਾਏਗਾ, ਬਿਲਕੁਲ ਬੈੱਡ ਤੇ ਪੈ ਜਾਏਗਾ ਬੰਦਾ, ਫਿਰ ਸੋਚੇਗਾ ਕਿ ਹੁਣ ਮੈਂ ਕੀ ਕਰਾਂ, ਹੁਣ ਤਾਂ ਸਾਰੇ ਪੇਨ ਕਿਲਰ ਫੇਲ ਹੋ ਚੁੱਕੇ ਆ ਜੀ। ਸੋ ਜੇ ਪਹਿਲੇ ਦਿਨ ਹੀ ਆਪਾਂ ਆਪਣੇ ਲਾਈਫ ਸਟਾਈਲ ਨੂੰ ਠੀਕ ਕਰਕੇ ਉਹ ਘਾਵ ਨੂੰ ਠੀਕ ਕਰ ਲੈਂਦੇ ਤਾਂ ਆਪਾਂ ਇਸ ਚੱਕਰ ਵਿੱਚ ਕਦੀ ਪੈਂਦੇ ਹੀ ਨਹੀਂ, ਪੈਣਾ ਹੀ ਨਹੀਂ ਸੀਗਾ। ਬਿਲਕੁਲ ਵਾਕਿਆ ਹੀ। ਸੋ ਦੋਸਤੋ, ਜਿਹੜੀਆਂ ਗੱਲਾਂ ਅੱਜ ਦੱਸੀਆਂ ਜਾ ਰਹੀਆਂ ਇਸ ਪ੍ਰੋਗਰਾਮ ਦੇ ਵਿੱਚ, ਇਹ ਨਹੀਂ ਕਿ ਸੁਣ ਕੇ ਪ੍ਰੋਗਰਾਮ ਤਾਂ ਇਸ ਤੋਂ ਬਾਅਦ ਇਹਨੂੰ ਭੁੱਲ ਜਾਣਾ, ਇਸੇ ਤਰ੍ਹਾਂ ਵਸਾਰ ਦੇਣਾ ਵੀ ਚਲੋ ਅਗਲੀ ਚੀਜ਼ ਸੁਣਦੇ ਆ, ਕੋਈ ਹੋਰ ਗੱਲਬਾਤ ਕਰਦੇ ਆ। ਸਾਡਾ ਮਕਸਦ ਇਹ ਹੈ ਕਿ ਜਾਗਰੂਕਤਾ ਪੈਦਾ ਕਰਨੀ। ਹਰ ਇੱਕ ਇਨਸਾਨ ਜਿਹੜਾ ਹੈ ਉਹ ਜਦੋਂ ਤੱਕ ਜਾਗਰੂਕ ਨਹੀਂ ਹੁੰਦਾ ਤਾਂ ਉਹ ਇਹਨਾਂ ਬਿਮਾਰੀਆਂ ਤੋਂ ਨਹੀਂ ਬਚ ਸਕਦਾ, ਉਹ ਚਾਹੇ ਸਰੀਰਕ ਹੋਣ, ਮਾਨਸਿਕ ਹੋਣ, ਜਾਂ ਫਿਰ ਸਾਡੇ ਆਲੇ ਦੁਆਲੇ ਹੋਰ ਵੀ ਤਾਣਾ ਬਾਣਾ ਜਿਹੜਾ ਬਣਿਆ ਹੋਇਆ ਉਹ ਆਪਾਂ ਸਾਰੇ ਜਾਣਦੇ ਹੀ ਹਾਂ। ਜਿੰਨੀ ਦੇਰ ਅਸੀਂ ਜਾਗਰੂਕ ਨਹੀਂ ਹੁੰਦੇ ਤਾਂ ਉਹਨੂੰ ਆਪਾਂ ਆਪਣੇ ਸਮਾਜ ਨੂੰ ਕਦੇ ਵੀ ਸਹੀ ਦਿਸ਼ਾ ਵਿੱਚ ਨਹੀਂ ਲਿਜਾ ਸਕਦੇ, ਚਾਹੇ ਬੋਡੀ ਹੈ ਚਾਹੇ ਸਮਾਜ ਹੈ। ਸੋ ਇਸ ਕਰਕੇ ਹਰ ਚੀਜ਼ ਨੂੰ ਪਹਿਲਾਂ ਆਪਣੇ ਅੰਦਰ ਘੋਖ ਕਰੋ ਕਿ ਆਖਰ ਬਿਮਾਰੀ ਦਾ ਕਾਰਨ ਕੀ ਬਣਿਆ, ਆਹ ਚੀਜ਼ ਜੇਕਰ ਹੋਈ ਹੈ ਤਾਂ ਇਹਦਾ ਕਾਰਨ ਕੀ ਹੈ। ਕਾਰਨ ਲੱਭਣ ਤੋਂ ਬਿਨਾਂ ਅਸੀਂ ਡਾਕਟਰ ਦੇ ਕੋਲ ਜਾ ਕੇ ਉਸਦੀ ਦਵਾਈ ਲੈ ਲੈਂਦੇ ਆ, ਉਹ ਪ੍ਰੋਸੈਸ ਜਿਹੜਾ ਹੈ ਅੰਦਰ ਚੱਲ ਰਿਹਾ ਹੁੰਦਾ ਉਹ ਰੁਕ ਜਾਂਦਾ ਤੇ ਉਹ ਫਿਰ ਉਹਦੇ ਸਾਈਡ ਇਫੈਕਟ ਹੀ ਹੁੰਦੇ ਨੇ, ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ। ਸੋ ਬਲੱਡ ਪ੍ਰੈਸ਼ਰ ਤੇ ਆਪਾਂ ਵਾਪਸ ਆਈਏ ਦੋਸਤੋ। ਕੋਈ ਸਵਾਲ ਹੋਵੇ ਕਮੈਂਟ ਬਾਕਸ ਦੇ ਵਿੱਚ ਛੱਡ ਦਿਓ, ਆਪਾਂ ਉਹਦੇ ਉੱਤੇ ਗੱਲ ਕਰਦੇ ਹਾਂ। ਲਾਈਵ ਪ੍ਰੋਗਰਾਮ ਸਾਡਾ ਚੱਲ ਰਿਹਾ, ਸੋ ਤੁਹਾਡੇ ਸਵਾਲਾਂ ਦੇ ਜਵਾਬ ਵੀ ਅਸੀਂ ਦੇਵਾਂਗੇ। ਸੋ ਬਲੱਡ ਪ੍ਰੈਸ਼ਰ ਦੇ ਉੱਤੇ ਦੁਬਾਰਾ ਜੇਕਰ ਆਪਾਂ ਵਾਪਸ ਆਈਏ ਕਿ ਆਪਾਂ ਉੱਥੇ ਆਉਣੇ ਆ ਕਿ ਡਾਈਟ ਕਿਹੋ ਜਿਹੀ ਚਾਹੀਦੀ ਹੈ, ਕਿਹੋ ਜਿਹਾ ਲਾਈਫ ਸਟਾਈਲ ਚਾਹੀਦਾ ਜਿਹਦੇ ਨਾਲ ਇਹ ਪ੍ਰੋਬਲਮ ਜਿਹੜੀ ਹੈ ਸਾਨੂੰ ਨਾ ਆਵੇ। ਜਵਾਨ, ਬਜ਼ੁਰਗ, ਬੱਚਿਆਂ ਨੂੰ ਤਾਂ ਚਲੋ ਆਪਾਂ ਜੇ ਤੁਸੀਂ ਚਾਹੁੰਦੇ ਉਹਨਾਂ ਬਾਰੇ ਵੀ ਦੱਸਣਾ ਤਾਂ ਜ਼ਰੂਰ, ਮਤਲਬ ਕਿ ਕਿਵੇਂ ਇਸ ਬਿਮਾਰੀ ਤੋਂ, ਬਲੱਡ ਪ੍ਰੈਸ਼ਰ ਤੋਂ ਬਚਿਆ ਜਾ ਸਕਦਾ ਹੈ ਜੀ। ਸੋ ਇੱਥੇ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਬਲੱਡ ਪ੍ਰੈਸ਼ਰ ਹਾਈ ਹੋਣ ਦਾ ਮੇਨ ਜਿਹੜਾ ਕਾਰਨ ਹੈਗਾ ਉਹ ਸਾਡੀ ਨਾੜੀਆਂ ਵਿੱਚ ਬਲੌਕੇਜ ਜਾਂ ਫਿਰ ਖੂਨ ਦਾ ਗਾਣਾ ਹੋਣਾ ਆ। ਉਹ ਮੇਨ ਉਹਦਾ ਕਾਰਨ ਬਲੌਕੇਜ ਦਾ ਵੀ ਟੌਕਸਿਨਸ ਹੁੰਦੇ ਨੇ, ਜਿਹਨੂੰ ਆਪਾਂ ਸਾਇੰਟਿਫਿਕ ਭਾਸ਼ਾ ਵਿੱਚ DLS ਕਹਿੰਦੇ ਆ, ਡਾਇਆਕਸਿਨ ਲਾਈਕ ਸਬਸਟੈਂਸਸ। ਠੀਕ ਹੈ। ਇਹ ਡਾਇਆਕਸਿਨ ਲਾਈਕ ਸਬਸਟੈਂਸਸ ਸਾਡੀ ਬੋਡੀ ਦੇ ਅੰਦਰ ਜਾ ਕੇ ਨਾਈਟ੍ਰਿਕ ਆਕਸਾਈਡ ਦੀ ਪ੍ਰੋਡਕਸ਼ਨ ਨੂੰ ਘਟਾ ਦਿੰਦੇ ਆ, ਜਿਹੜੀ ਸਾਡੀ ਬੋਡੀ ਦੀ ਸਫਾਈ ਵਿੱਚ ਕੰਮ ਆਉਂਦੀ ਆ। ਸੋ ਹੁਣ ਸੋਲੂਸ਼ਨ ਹੈਗਾ ਇਸ ਡਾਇਆਕਸਿਨ ਨੂੰ ਘਟਾਉਣਾ ਤੇ ਨਾਈਟ੍ਰਿਕ ਆਕਸਾਈਡ ਨੂੰ ਵਧਾਉਣਾ। ਇਹ 1997 ਦੀ ਆਈ ਥਿੰਕ ਇਹ ਨੋਬਲ ਪ੍ਰਾਈਜ਼ ਵਿਨਿੰਗ ਸਾਇੰਸ ਹੈਗੀ ਕਿ ਜੇ ਸਾਡੀ ਬੋਡੀ ਦੀ ਨਾੜੀਆਂ ਵਿੱਚ ਨਾਈਟ੍ਰਿਕ ਆਕਸਾਈਡ ਪਾਸ ਕਰਾ ਦਿੱਤੀ ਜਾਵੇ, ਪ੍ਰੋਡਕਸ਼ਨ ਕਰ ਦਿੱਤਾ ਜਾਵੇ, ਤੇ ਜਿਹੜੀ ਵੀ ਬਲੌਕੇਜ ਹੈਗੀ ਉਹ ਆਪਣੇ ਆਪ ਖਤਮ ਹੋ ਜਾਊਗੀ। ਓਕੇ, ਠੀਕ ਹੈ। ਸੋ ਇਹ ਕਿਵੇਂ ਹੋਏਗਾ, ਨਾਈਟ੍ਰਿਕ ਆਕਸਾਈਡ ਕਿਵੇਂ ਪੈਦਾ ਹੋਏਗੀ? ਜਦ ਵੀ ਅਸੀਂ ਕੋਈ ਵੀ ਫੂਡ, ਗੋਡ ਮੇਡ ਫੂਡ, ਜਿਵੇਂ ਆਪਾਂ ਪੋਟਾਸ਼ੀਅਮ ਫੂਡ ਕਹਿੰਦੇ ਸੀਗੇ, ਉਹ ਜਦ ਆਪਾਂ ਖਾਂਦੇ ਆ ਤੇ ਸਾਡੀ ਬੋਡੀ ਦੇ ਵਿੱਚ ਨਾਈਟ੍ਰਿਕ ਆਕਸਾਈਡ ਦੀ ਪ੍ਰੋਡਕਸ਼ਨ ਹੋਣ ਲੱਗ ਪੈਂਦੀ ਹੈ। ਪਰ ਜੇ ਆਪਾਂ ਕੁਕਿੰਗ ਕਰਕੇ ਖਾਈਏ ਉਹਦੇ ਨਾਲ ਨਾਈਟ੍ਰਿਕ ਆਕਸਾਈਡ ਦੀ ਪ੍ਰੋਡਕਸ਼ਨ ਨਹੀਂ ਹੁੰਦੀ। ਤੇ ਜੇ ਆਪਾਂ ਰॉ ਫੂਡ ਖਾਵਾਂਗੇ, ਇਨਫ ਮਾਤਰਾ ਵਿੱਚ ਖਾਵਾਂਗੇ, ਇੰਨੀ ਨਾਈਟ੍ਰਿਕ ਆਕਸਾਈਡ ਬਣੇਗੀ ਕਿ ਹਾਰਟ ਡਿਜ਼ੀਜ਼ ਨੂੰ ਕਲੀਅਰ ਕਰ ਦੇਗੀ। ਸੋ ਹੁਣ ਇੱਕ ਸਿੰਪਲ ਮੈਂ ਪਲਾਨ ਦੱਸਦਾ ਆ, ਜਿਹੜਾ ਬੇਸਿਕ ਪਲਾਨ ਹੈਗਾ, ਜਿਹੜਾ ਹਰ ਕੋਈ ਫੋਲੋ ਕਰ ਸਕਦਾ ਹੈ, ਜ਼ਿਆਦਾ ਮਿਹਨਤ ਕਰਨ ਦੀ ਵੀ ਲੋੜ ਨਹੀਂ ਹੈਗੀ। ਉਹ ਇਹ ਹੈਗਾ ਕਿ ਦੁਪਹਿਰ ਦੇ 12 ਵਜੇ ਤੱਕ ਸਿਰਫ ਫਲ ਖਾਓ। ਓਕੇ, ਠੀਕ ਹੈ। ਕਿੰਨੇ ਫਲ ਖਾਣੇ ਆ? ਉਹ ਜਿੰਨੇ ਮਰਜ਼ੀ ਤੁਸੀਂ ਖਾ ਸਕਦੇ ਹੋ, ਲੇਕਿਨ ਇੱਕ ਮਿਨੀਮਮ ਅਮਾਉਂਟ ਹੈ ਕਿ ਇੰਨਾ ਤਾਂ ਖਾਣਾ ਹੀ ਖਾਣਾ ਹੈ। ਕਿੰਨਾ ਖਾਣਾ ਹੈ? ਜਿਵੇਂ ਮੰਨ ਲਓ ਮੇਰਾ weight ਹੈਗਾ 70 ਕਿਲੋ, ਤੇ 70 को गुणा करो 10 नाल, अच्छा 700 बन गया। बिल्कुल 700 ग्राम फ्रूट 12 बजे तक खाना ही खाना है। ठीक है। जे ज्यादा भुख लगे ज्यादा खा सकते हो। अच्छा हुण केड़ा फ्रूट खाना है? अंब खाना है, केला खाना है, सेब खाना है, संतरा खाना है, जेड़ा तुहानू पसंद है तुसीं ओह खा सकते हो। जिन्ने पसंद ने उन्ने खा सकते हो। सो जिवें मैं हुण एग्जांपल दिंदा, हुणे इंटरव्यू शुरू करन तो पहला इत्थे 11 बजे सीगे ते मैं 4 संतरे खा ले, ते हुण दोबारा भुख लगेगी तां फिर मैं 2 केले खा लांगा, फिर भुख लगेगी सेब खा लांगा। सो इस तरह 12 बजे तक आपां अपना फ्रूट्स ही खाने हैं, जिन्ने मर्जी खा सकते हैं। ठीक है। ਇਹਦਾ 2 ਕਾਰਨ ਮੇਨ ਜਿਹੜੇ ਹੈਗੇ ਉਹ ਇਹ ਹੈਗੇ ਕਿ ਸਵੇਰ ਦਾ ਜਿਹੜਾ ਵੇਲਾ ਹੈਗਾ ਉਸ ਵੇਲੇ ਸਾਡਾ ਸਟਮਕ ਖਾਲੀ ਹੁੰਦਾ ਹੈ, ਰੈਡੀ ਹੁੰਦਾ, ਤਿਆਰ ਹੁੰਦਾ ਹੈ ਫਸਟ ਚੀਜ਼ ਨੂੰ ਅਬਜ਼ਰਵ ਕਰਨ ਵਾਸਤੇ। ਹੁਣ ਜਦ ਅਸੀਂ ਇਹਦੇ ਵਿੱਚ ਕੋਈ ਐਸਾ ਫੂਡ ਪਾਉਂਦੇ ਆ ਜਿਹੜਾ ਡਾਈਜੈਸ਼ਨ ਕਰਨ ਵਿੱਚ ਹਾਰਡ ਹੈਗਾ ਤੇ ਫਿਰ ਉਹ ਤੁਹਾਨੂੰ ਸੁਸਤ ਬਣਾ ਦਿੰਦਾ ਆ, ਪਲੱਸ ਉਹ ਹੀਲਿੰਗ ਨਹੀਂ ਕਰਨ ਦਿੰਦਾ। ਜਿਹੜੇ ਫਰੂਟਸ ਨੇ ਇਹਦੇ ਵਿੱਚ ਫਾਈਬਰ ਵੀ ਜ਼ਿਆਦਾ ਹੈਗਾ, ਐਂਟੀਆਕਸੀਡੈਂਟ ਵੀ ਜ਼ਿਆਦਾ ਨੇ ਤੇ ਨਾਈਟ੍ਰਿਕ ਆਕਸਾਈਡ ਦੀ ਪ੍ਰੋਡਕਸ਼ਨ ਵੀ ਕਰਦੇ ਨੇ। ਪਲੱਸ ਜਿਹੜਾ ਰਾਤ ਨੂੰ ਆਪਾਂ ਸੁੱਤੇ ਸੀਗੇ ਉਸ ਵੇਲੇ ਬੋਡੀ ਦੀ ਸਫਾਈ ਹੋ ਰਹੀ ਸੀਗੀ, ਉਹ ਸਫਾਈ ਨੂੰ ਅਜੇ ਚੱਲਣ ਦਿੰਦੇ ਆ, ਕਿਉਂਕਿ ਇਹ ਵਾਲਾ ਜਿਹੜਾ ਫੂਡ ਹੈ ਫਟਾਫਟ ਡਾਈਜੈਸਟ ਹੁੰਦਾ ਹੈ ਤੇ ਬੋਡੀ ਆਪਣਾ ਕੰਮ ਡਾਈਜੈਸ਼ਨ ਤੋਂ ਹਟਾ ਕੇ ਆਪਣੇ ਆਪ ਨੂੰ ਹੀਲਿੰਗ ਵਿੱਚ ਵੀ ਲਗਾ ਸਕਦੀ ਹੈ। ਠੀਕ ਹੈ। ਸੋ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਚਾਹੀਦਾ ਵੀ ਆਪਾਂ ਜਿਹੜੀ ਮੇਨ ਗੱਲ ਸਾਡੇ ਵਿੱਚ ਹੈ ਕਿ ਆਪਾਂ ਆਪਣੀ ਡਾਈਟ ਜਿਹੜੀ ਹੈ ਉਹਨੂੰ ਸੈੱਟ ਕਰੀਏ ਵੀ ਭਾਈ ਜਿਹੜਾ
ਕਿਵੇਂ ਆਪਾਂ ਖਾਵਾਂ ਪੀਵਾਂਗੇ ਤੇ ਉਹਦੇ ਨਾਲ ਗੱਲਬਾਤ ਜਿਹੜੀ ਹੈ ਬਣਨੀ ਹੈ। ਜੇ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਭ ਤੋਂ ਪਹਿਲਾਂ ਫਰੂਟ ਦੀ ਜਿਹੜੀ ਤੁਸੀਂ ਗੱਲ ਕਹੀ ਹੈ, ਸੋ ਇੱਕ ਕੁਐਸਚਨ ਵੀ ਜਿਹੜਾ ਕਮੈਂਟ ਬਾਕਸ ਰਾਜਵੀਰ ਸਿੰਘ ਹੋਰਾਂ ਨੇ ਕੀਤਾ ਕਿ ਕਿਹੋ ਜਿਹਾ ਡਾਈਟ ਸਾਡਾ ਹੋਣਾ ਚਾਹੀਦਾ ਜਿਹੜਾ ਨਿੱਤ ਦਾ, ਯਾਨੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਵੀ ਕੀ ਖਾਣਾ। ਸੋ 12 ਵਜੇ ਤੱਕ ਤਾਂ ਫਰੂਟ ਹੋ ਗਿਆ ਮੰਨ ਲਓ, ਤੇ ਇਹਦੇ ਵਿੱਚ ਹੁਣ ਇੱਕ ਹੋਰ ਕੁਐਸਚਨ ਜੁੜ ਜਾਂਦਾ ਵੀ ਕਈ ਸਾਡੇ ਦਰਸ਼ਕ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੋਊਗੀ, ਉਹ ਕਹਿੰਦੇ ਵੀ ਫਰੂਟ ਮਿੱਠਾ ਹੁੰਦਾ, ਫਰੂਟ ਮਿੱਠਾ ਹੁੰਦਾ, ਸੇਬ ਕੇਲਾ ਵਗੈਰਾ ਕਈ ਨਹੀਂ ਖਾਂਦੇ ਜਿਹੜੇ ਸ਼ੂਗਰ ਵਾਲੇ ਹੈਗੇ ਆ, ਸੋ ਉਹਨਾਂ ਨੂੰ ਫਿਰ ਉਹ ਅਵੋਇਡ ਕਰਨਾ ਚਾਹੀਦਾ ਜਾਂ ਉਹ ਖਾ ਸਕਦੇ ਨੇ? ਬਹੁਤ ਵਧੀਆ ਸਵਾਲ ਹੈਗਾ। ਇੱਥੇ ਸਮਝਣ ਵਾਲੀ ਗੱਲ ਇਹ ਆ ਕਿ ਦੋ ਤਰ੍ਹਾਂ ਦੀ ਸ਼ੂਗਰ ਹੁੰਦੀ ਹੈ ਮੇਨਲੀ ਜਿਹੜੀ ਹੁੰਦੀ ਹੈ, ਇੱਕ ਹੁੰਦਾ ਫਰੂਕਟੋਸ, ਇੱਕ ਹੁੰਦਾ ਹੈ ਗਲੂਕੋਸ ਜੀ। ਠੀਕ ਹੈ। ਜਿਹੜੇ ਫਰੂਟਸ ਹੁੰਦੇ ਨੇ ਉਹਦੇ ਵਿੱਚ ਨਾ ਫਰੂਕਟੋਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਤੇ ਫਰੂਕਟੋਸ ਜਿਹੜਾ ਹੈਗਾ ਉਹ ਗਲੂਕੋਸ ਤੋਂ ਜ਼ਿਆਦਾ ਮਿੱਠਾ ਹੈਗਾ। ਸਹੀ ਹੈ, ਠੀਕ ਹੈ। ਜਿਵੇਂ ਮੈਂਗੋ ਹੋ ਗਿਆ, ਅੰਬ, ਜਿਵੇਂ ਬਨਾਨਾਸ ਹੋ ਗਏ, ਕੇਲੇ, ਇਹਨਾਂ ਵਿੱਚ ਫਰੂਕਟੋਸ ਦੀ ਮਾਤਰਾ ਬਹੁਤ ਹਾਈ ਹੁੰਦੀ ਹੈ। ਠੀਕ ਹੈ ਜੀ। ਸੋ ਮੈਂ ਐਗਜ਼ਾਮਪਲ ਦਿੰਦਾ, ਇੱਕ ਮੇਰੇ ਪੇਸ਼ੈਂਟ ਸੀਗੇ ਸਵਰਨ ਸਿੰਘ ਕਰਕੇ, ਪੰਜਾਬ ਵਿੱਚ, ਉਹਨਾਂ ਦੀ ਉਮਰ ਲਗਭਗ 62 ਸਾਲ ਸੀਗੀ। ਅੱਛਾ ਜੀ। ਉਹਨਾਂ ਦਾ ਮੈਨੂੰ ਆਇਆ ਫੋਨ ਕਿ ਭਈ ਮੈਨੂੰ ਸ਼ੂਗਰ ਹੋ ਗਈ ਹੈ, ਤੇ ਮੈਂ ਕਿਹਾ ਕਿੰਨੀ ਸ਼ੂਗਰ ਹੋ ਗਈ? ਕਹਿੰਦੇ 450 500 ਤੱਕ ਪਹੁੰਚ ਗਈ ਹੈ। ਠੀਕ ਹੈ। ਤੇ ਮੈਂ ਕਿਹਾ ਅੱਛਾ ਚਲੋ ਇਸ ਤਰ੍ਹਾਂ ਡਾਈਟ ਫੋਲੋ ਕਰੋ। ਉਹਨਾਂ ਨੇ ਸ਼ੁਰੂ ਕਰਤੀ। ਹੁਣ ਮੈਂ ਉਹਨਾਂ ਨੂੰ ਦੱਸਿਆ ਨਹੀਂ ਸੀ ਕਿਹੜਾ ਫਲ ਖਾਣਾ ਹੈ, ਕੀ ਖਾਣਾ। ਮੈਂ ਕਿਹਾ ਬਈ ਇੰਨੇ ਵਜੇ ਤੱਕ ਫਲ ਖਾਣੇ ਆ, ਇੰਨੇ ਵਜੇ ਸਲਾਦ, ਇੰਨੇ ਵਜੇ ਸਾਰੀ ਚੀਜ਼ਾਂ, ਤੇ ਉਹਨਾਂ ਨੇ ਕਰ ਲਿਆ। 1 ਮਹੀਨੇ ਬਾਅਦ ਮੈਨੂੰ ਫੋਨ ਆਇਆ, ਮੈਂ ਕਿਹਾ ਕਿ ਠੀਕ ਹੋ ਗਏ? ਕਹਿੰਦੇ ਹਾਂਜੀ ਠੀਕ ਹੋ ਗਿਆ। ਮੈਂ ਕਿਹਾ ਕੀ ਕੀਤਾ ਸੀ ਤੁਸੀਂ? ਕਹਿੰਦੇ ਕਿ ਸਵੇਰੇ ਉੱਠਿਆ ਮੈਂ, ਤੇ ਸਵੇਰੇ ਉੱਠ ਕੇ ਸੈਰ ਤੇ ਗਿਆ, ਸੈਰ ਕਰਕੇ ਫਿਰ ਮੈਂ 1 ਕਿਲੋ ਅੰਬ ਖਾਦੇ। ਓਕੇ। ਹਾਂ, ਫਿਰ ਉਹ ਠੀਕ ਹੋ ਗਏ। ਕਹਿੰਦੇ, ਮੈਂ ਕਿਹਾ ਹੁਣ ਸ਼ੂਗਰ ਕਿੰਨੀ ਆਉਂਦੀ ਹੈ? ਕਹਿੰਦੇ 120 130 ਇੰਨੀ ਆਉਂਦੀ ਹੈ, ਉਸ ਤੋਂ ਵੱਧ ਨਹੀਂ ਆਉਂਦੀ। ਮੈਂ ਕਿਹਾ ਕਮਾਲ ਹੋ ਗਈ, 1 ਕਿਲੋ ਅੰਬ ਖਾ ਕੇ ਤੁਹਾਡੀ ਸ਼ੂਗਰ 120 130 ਤੱਕ ਹੀ ਆ ਰਹੀ ਹੈ। ਦੈਟ ਮੀਨਸ ਕਿ ਜਿਹੜਾ ਸ਼ੂਗਰ ਹੈਗਾ ਉਹਦਾ ਰਿਲੇਸ਼ਨ ਜਿਹੜਾ ਹੈਗਾ ਮਿੱਠੇ ਫਲਾਂ ਨਾਲ ਨਹੀਂ ਹੈਗਾ, ਬਲਕਿ ਮੈਂ ਤਾਂ ਕਹਿੰਦਾ ਜਿਹੜੇ ਲੋਕੀ 1 ਕਿਲੋ 1.5 ਕਿਲੋ ਅੰਬ ਡੇਲੀ ਖਾਂਦੇ ਨੇ, ਉਹ ਕਦੀ ਸ਼ੂਗਰ ਦੇ ਪੇਸ਼ੈਂਟ ਰਹਿਣਗੇ ਨਹੀਂ 1 ਡੇਢ ਮਹੀਨੇ ਬਾਅਦ। ਅੱਛਾ ਜੀ, ਮਤਲਬ ਕਹਿਣ ਦਾ ਕਿ ਇਹ ਵੀ ਬਹੁਤ ਜ਼ਰੂਰੀ ਹੈ ਇਹ ਗੱਲਾਂ ਸਮਝਣੀਆਂ ਕਿ ਆਖਰ ਕੀ ਮਾਜਰਾ ਕੀ ਹੈ। ਸਿਰਫ ਇਹ ਨਹੀਂ ਕਿ ਜੋ ਆਪਾਂ ਨੂੰ ਦੱਸਿਆ ਜਾਂਦਾ ਉਹ ਸਾਰਾ ਕੁਝ ਸਹੀ ਹੁੰਦਾ, ਉਹਦੇ ਬਾਰੇ ਆਪ ਸੋਚਣਾ ਜਿਹੜਾ ਹੈ ਉਹ ਸਮੇਂ ਦੀ ਜ਼ਰੂਰਤ ਹੈਗੀ ਹੈ, ਤੁਹਾਡੇ ਕਹਿਣ ਦੇ ਮੁਤਾਬਕ ਇਹ ਗੱਲ। ਬਿਲਕੁਲ। ਜਿਹੜਾ ਜਿੱਦਾਂ ਮੈਂ ਦੱਸਿਆ ਫਰੂਟਸ ਵਿੱਚ ਫਰਕਟੋਸ ਨਾਮ ਦਾ ਜਿਹੜਾ ਹੈਗਾ ਸ਼ੂਗਰ ਜ਼ਿਆਦਾ ਹੁੰਦਾ ਹੈ, ਜਿਹੜਾ ਲਿਵਰ ਦੇ ਥਰੂ ਹੋ ਕੇ ਜਾਂਦਾ ਹੈ। ਐਜ਼ ਅ ਰਿਜ਼ਲਟ ਉਹ ਬਲੱਡ ਗਲੂਕੋਜ਼ ਜਿਹੜਾ ਆਪਣਾ ਉਹਦੇ ਵਿੱਚ ਆਉਂਦਾ ਖੂਨ ਵਿੱਚ, ਉਹਨੂੰ ਨਹੀਂ ਵਧਾਉਂਦਾ, ਸ਼ੂਟ ਨਹੀਂ ਕਰਦਾ, ਤੇ ਉਹਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਤੇ ਜੇ ਉਹਦੇ ਨਾਲ ਜੇ ਤੁਹਾਡਾ ਬਲੱਡ ਸ਼ੂਗਰ ਵਧਿਆ ਹੋਇਆ ਨਜ਼ਰ ਆ ਰਿਹਾ ਹੈ, ਲੇਕਿਨ ਉਹਦੇ ਨਾਲ ਡੈਮੇਜ ਨਹੀਂ ਹੋਊਗਾ। ਅੱਛਾ, ਇੱਕ ਸਵਾਲ ਕੰਪਨੀ ਜੀ ਆ ਰਿਹਾ ਕਿ ਸ਼ੁੱਡ ਵੀ ਯੂਜ਼ ਅਲਾਟ ਮਸਾਲਾ ਇਨ ਆਵਰ ਫੂਡ, ਮਤਲਬ ਕਿ ਮਸਾਲੇ ਕਿੰਨੇ ਕੁ ਆਪਾਂ ਨੂੰ ਜਿਹੜੇ ਫੂਡ ਦੇ ਵਿੱਚ ਜਦੋਂ ਪਕਾਉਂਦੇ ਆਪਾਂ, ਸਾਡੇ ਤਾਂ ਪੰਜਾਬੀਆਂ 'ਚ ਬਹੁਤ ਆਪਾਂ ਮਸਾਲੇ, ਕੋਈ ਕੀ ਕਹਿੰਦੇ ਹੁੰਦੇ, ਦੇਗੀ ਮਿਰਚ, ਕੋਈ ਕਿਚਨ ਕਿੰਗ, ਜਾਂ ਫਿਰ ਦੂਜੇ ਤੀਜੇ ਬਹੁਤ ਸਾਰੇ ਮਸਾਲੇ ਨੇ, ਸੋ ਆਪਾਂ ਨੂੰ ਕਿੰਨੇ ਕੁ ਯੂਜ਼ ਕਰਨੇ ਚਾਹੀਦੇ ਆ? ਆਪਾਂ ਨੂੰ ਮਾੜੇ ਮੋਟੇ ਵਰਤਨੇ ਤਾਂ ਗਲਤ ਨਹੀਂ ਹੈਗਾ, ਥੋੜਾ ਬਹੁਤ ਤਾਂ ਵਰਤਨੇ ਹੀ ਚਾਹੀਦੇ ਆ। ਸਵਾਦ ਥੋੜੀ ਚੀਜ਼ ਖਾਈਏ, ਜਿੰਨਾ ਸਵਾਦ ਲੱਗੂਗਾ ਉਹਨਾਂ ਖਾਣ ਦਾ ਜੀ ਵੀ ਕਰੂਗਾ, ਲੇਕਿਨ ਆਪਾਂ ਨੂੰ ਸਮਝਣ ਵਾਲੀ ਗੱਲ ਇਹ ਹੈ ਕਿ ਆਪਾਂ ਇੰਨਾ ਸਪਾਈਸੀ ਨਾ ਬਣਾ ਦਈਏ ਉਹਨੂੰ ਕਿ ਉਹ ਅੰਦਰ ਜਾ ਕੇ ਸਾਡੇ ਜਿਹੜੇ ਬੋਡੀ ਦੇ ਸਿਸਟਮ ਹੈਗਾ, ਫੂਡ ਪਾਈਪ ਹੈਗਾ, ਜਿਹੜੇ ਕੋਲੋਨ ਹੈਗਾ, ਉੱਥੇ ਜਾ ਕੇ ਖਰਾਬ ਨਾ ਕਰੇ। ਸੋ ਮਿਨੀਮਮ ਕੁਆਂਟੀਟੀ ਪਾਉਣੀ ਚਾਹੀਦੀ ਹੈ। ਤੇਲ ਵੀ ਘੱਟ ਵਰਤਣਾ ਚਾਹੀਦਾ, ਨਮਕ ਵੀ ਘੱਟ ਵਰਤਣਾ ਚਾਹੀਦਾ, ਤੇ ਨਮਕ ਵੀ ਸੇਂਧਾ ਨਮਕ ਵਰਤਣਾ ਚਾਹੀਦਾ ਹੈ। ਅੱਛਾ ਜੀ। ਮਤਲਬ ਕਹਿਣ ਦਾ ਕਿ ਮਸਾਲੇ ਵੀ ਚਲੋ ਠੀਕ ਹੈ, ਜਦੋਂ ਪਕਾ ਕੇ ਖਾਣੀ ਹੈ ਰੋਟੀ, ਚਲੋ ਸਵਾਦ ਨਾਲ ਖਾਣੀ ਹੈ ਤਾਂ ਫਿਰ ਥੋੜੇ ਬਹੁਤੇ ਖਾ ਸਕਦੇ ਆ। ਇਹ ਨਹੀਂ ਕਿ ਤੁਸੀਂ ਮਸਾਲੇ ਤੇ ਮਸਾਲਾ ਜਿਹੜਾ ਹੈ, ਤੁਹਾਡੀ ਜਿਹੜੀ ਸਬਜ਼ੀ ਜਿਹੜੀ ਤੁਸੀਂ ਕੋਈ ਵੀ ਪਕਾ ਰਹੇ ਹੋ, ਉਹਦਾ ਅਸਰ ਘੱਟ ਜਾਵੇ ਤੇ ਤੁਹਾਡਾ ਮਸਾਲਿਆਂ ਦਾ ਜ਼ਿਆਦਾ ਹੋ ਜਾਏ, ਤੇ ਉਹਦੇ ਨਾਲ ਵੀ ਫਿਰ ਮੈਨੂੰ ਲੱਗਦਾ ਵੀ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੋਣੀਆਂ ਬੋਡੀ ਦੇ ਵਿੱਚ। ਸੋ ਡਾਈਟ ਜਿਹੜੀ ਹੈ ਦਰਸ਼ਕੋ, ਇਹਦੇ ਵਿੱਚ ਦੱਸ ਰਹੇ ਆਪਾਂ ਵੀ ਭਾਈ ਕਿਹੋ ਜਿਹੀ ਡਾਈਟ ਲੈਣੀ ਚਾਹੀਦੀ ਹੈ, ਕਿਵੇਂ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਸਾਫ਼ ਸੁਥਰੀ ਕਹਿ ਲਈਏ ਵੀ ਜਿਹੜੀ ਖੁਰਾਕ ਸਾਡੀ ਹੈ ਉਹਦੇ ਨਾਲ ਆਪਾਂ ਕਿਵੇਂ ਹੈਲਦੀ ਰਹਿ ਸਕਦੇ ਹਾਂ। ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਦੱਸ ਸਕਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ, ਕੋਈ ਵੀ ਸਵਾਲ ਤੁਸੀਂ ਆਪਣਾ ਛੱਡ ਸਕਦੇ ਹੋ, ਆਪਾਂ ਉਹਦੇ ਉੱਤੇ ਗੱਲਬਾਤ ਕਰਨੀ ਹੈ। ਸੋ ਹੋਰ ਤੁਸੀਂ ਕੀ ਐਡ ਕਰਨਾ ਚਾਹੋਗੇ ਇਹਦੇ ਵਿੱਚ ਬਲੱਡ ਪ੍ਰੈਸ਼ਰ ਨੂੰ ਲੈ ਕੇ, ਹਾਈ ਲੋ ਕੀ ਹੱਲ ਨੇ, ਕੀ ਕੁਝ ਵੀ ਤੁਸੀਂ ਇਹਦੇ ਵਿੱਚ ਐਡ ਕਰਨਾ ਚਾਹੋ ਤਾਂ ਸਾਡੇ ਦਰਸ਼ਕਾਂ ਦੇ ਨਾਲ ਬੜੀ ਵਧੀਆ ਗੱਲ ਹੋਊਗੀ, ਜਿੰਨੀ ਵੀ ਆਪਾਂ ਜਾਣਕਾਰੀ ਇਸ ਪ੍ਰੋਗਰਾਮ ਰਾਹੀਂ ਪ੍ਰੋਵਾਈਡ ਕਰਵਾ ਸਕੀਏ। ਜੀ ਬਿਲਕੁਲ। ਅਤੇ ਆਪਾਂ ਡਾਈਟ ਦੀ ਮਾਰਨਿੰਗ ਦੀ ਗੱਲ ਕੀਤੀ ਹੈ ਕਿ ਸਵੇਰੇ ਕੀ ਕਰਨਾ ਹੈ। ਹਾਂਜੀ ਬਿਲਕੁਲ। 12 ਵਜੇ ਤੱਕ ਹੋ ਗਏ ਫਰੂਟਸ। ਹੁਣ 12 ਵਜੇ ਤੋਂ ਬਾਅਦ ਕੀ ਕਰਨਾ ਸਾਨੂੰ? ਹੁਣ ਲੰਚ ਦਾ ਟਾਈਮ ਆ ਗਿਆ ਹੈ। ਠੀਕ ਹੈ। ਲੰਚ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 2 ਵਜੇ ਦੇ ਵਿਚਕਾਰ ਕਰ ਲੈਣਾ। ਠੀਕ ਹੈ ਜੀ। ਇਹਦੇ ਵਿੱਚ ਕੀ ਖਾਣਾ ਹੈ? ਹਮੇਸ਼ਾ ਆਪਣੇ ਲੰਚ ਨੂੰ 2 ਪਲੇਟਸ ਵਿੱਚ ਰੱਖਣਾ, 2 ਪਲੇਟਸ। ਓਕੇ, ਠੀਕ ਹੈ। ਇੱਕ ਪਲੇਟ ਵਿੱਚ ਹੋਣਗੀਆਂ ਕੱਚੀ ਸਬਜ਼ੀਆਂ, ਸਲਾਦ। ਇੱਕ ਪਲੇਟ ਵਿੱਚ ਹੋਏਗੀ ਘਰ ਦੀ ਬਣੀ ਰੋਟੀ ਸਬਜ਼ੀ, ਵੈਜੀਟੇਰੀਅਨ। ਸਹੀ ਹੈ ਜੀ, ਠੀਕ ਹੈ। ਸਲਾਦ ਵਿੱਚ ਕੀ ਹੋਣਾ ਚਾਹੀਦਾ ਹੈ? ਉਹਦੇ ਵਿੱਚ 3-4 ਤਰ੍ਹਾਂ ਦੀ ਕੱਚੀ ਸਬਜ਼ੀ, ਜਿਵੇਂ ਖੀਰੇ, ਟਮਾਟਰ, ਮੂਲੀ, ਗਾਜਰ, ਪਿਆਜ਼ ਵੀ ਥੋੜਾ ਬਹੁਤ ਪਾ ਸਕਦੇ ਅਗਰ ਪਾਉਣ ਦਾ ਜੀ ਕਰੇ, ਹਰੇ ਪੱਤੇ, ਪਾਲਕ ਦੇ ਪੱਤੇ, ਮੂਲੀ ਦੇ ਪੱਤੇ, ਧਨੀਆ ਪੱਤੇ, ਪੁਦੀਨਾ ਦੇ ਪੱਤੇ, ਥੋੜਾ ਬਹੁਤ ਨਿੰਬੂ, ਕਾਲੀ ਮਿਰਚ, ਇਹ ਸਭ ਪਾ ਕੇ ਵਧੀਆ ਜਿਹਾ ਸਲਾਦ ਬਣਾ ਸਕਦੇ ਹੋ। ਠੀਕ ਹੈ।
ਇਹਦੀ ਮਿਨੀਮਮ ਕੁਆਂਟੀਟੀ ਜਿਹੜੀ ਹੈਗੀ ਹੈ ਉਹ ਸਾਡੀ ਬੋਡੀ weight into 5 ਹੋਣੀ ਚਾਹੀਦੀ ਹੈ। ਲਾਈਕ ਅਗਰ ਮੇਰਾ weight 80 ਕਿਲੋ ਹੈਗਾ, 80 into 5 ਯਾਨੀ 400, ਘੱਟੋ ਘੱਟ 400 ਗ੍ਰਾਮ ਤਾਂ ਇਹ ਹੋਣਾ ਹੀ ਚਾਹੀਦਾ ਹੈ। ਜੇ ਜ਼ਿਆਦਾ ਖਾਓਗੇ ਜ਼ਿਆਦਾ ਵਧੀਆ ਹੈ, ਲੇਕਿਨ ਘੱਟੋ ਘੱਟ ਇੰਨਾ ਹੋਣਾ ਚਾਹੀਦਾ ਹੈ। ਹੁਣ ਜਦ ਇੱਕ ਪਲੇਟ ਖਾ ਲਈ ਸਲਾਦ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸਲਾਦ ਨੂੰ ਚਬਾ ਚਬਾ ਕੇ ਖਾ ਲਿਆ, ਇਸ ਤੋਂ ਬਾਅਦ ਹੀ ਤੁਸੀਂ ਜਿਹੜੀ ਦੂਜੀ ਪਲੇਟ ਹੈ ਜਿਹਦੇ ਵਿੱਚ ਘਰ ਦਾ ਬਣਾ ਹੋਇਆ ਰੋਟੀ ਸਬਜ਼ੀ ਹੈ ਉਹ ਖਾਣੀ ਹੈ। ਏਦਾਂ ਨਾ ਹੋਵੇ ਕਿ ਪਹਿਲਾਂ ਤੁਸੀਂ ਪਹਿਲਾਂ ਰੋਟੀ ਸਬਜ਼ੀ ਖਾ ਲਓ ਫਿਰ ਸਲਾਦ ਖਾਓ, ਏਦਾਂ ਨਹੀਂ, ਪੁੱਠਾ ਕੰਮ ਹੋ ਜਾਏਗਾ ਇਹ। ਜਾਂ ਫਿਰ ਰੋਟੀ ਖਾਂਦੇ ਖਾਂਦੇ ਨਾਲ ਸਲਾਦ ਖਾਣਾ, ਇਹ ਵੀ ਨਹੀਂ ਕਰਨਾ। ਸਿਰਫ ਪਹਿਲਾਂ ਸਲਾਦ ਖਾਣਾ ਫਿਰ ਰੋਟੀ ਸਬਜ਼ੀ ਖਾਣੀ ਹੈ। ਠੀਕ ਹੈ, ਠੀਕ ਹੈ। ਮਤਲਬ ਸਲਾਦ ਆਪਾਂ ਆਮ ਦੇਖਦੇ ਹਾਂ ਵੀ ਆਪਾਂ ਕਈ ਵਾਰੀ ਨਾਲ ਖਾਂਦੇ ਆ ਜਾਂ ਫਿਰ ਬਾਅਦ ਵਿੱਚ ਵੀ ਖਾ ਲੈਂਦੇ ਆ। ਸੋ ਪਹਿਲਾਂ ਸਲਾਦ ਫਿਰ ਆਪਾਂ ਨੂੰ ਜਿਹੜਾ ਪ੍ਰਸ਼ਾਦਾ ਛਕਣਾ ਚਾਹੀਦਾ। ਬਿਲਕੁਲ, ਇਹਦਾ ਕਾਰਨ ਇਹ ਆ ਕਿ ਜਿਹੜਾ ਸਲਾਦ ਹੈਗਾ ਉਹਦੀ ਡਾਈਜੈਸਟਿਵ ਟਾਈਮ ਜਿਹੜਾ ਲੱਗਦਾ ਹੈ ਉਹ ਬਹੁਤ ਘੱਟ ਹੈ, ਉਹ ਛੇਤੀ ਤੋਂ ਛੇਤੀ ਪਾਸ ਹੋ ਕੇ ਨਿਕਲ ਜਾਂਦਾ ਹੈ। ਲੇਕਿਨ ਜਿਹੜਾ ਫੂਡ ਹੈਗਾ ਉਹਨੂੰ ਲੱਗਦੇ 4-5-6 ਘੰਟੇ ਲੱਗਦੇ ਆ ਡਾਈਜੈਸਟ ਹੋਣ ਵਿੱਚ। ਹੁਣ ਹੋਏਗਾ ਕਿ ਜੇ 4-5 ਘੰਟੇ ਵਾਲੀ ਚੀਜ਼ ਤੇ ਅੱਧੇ ਪੌਣੇ 1 ਘੰਟੇ ਵਾਲੀ ਚੀਜ਼ ਨੂੰ ਇਕੱਠੇ ਮਿਲਾ ਕੇ ਪਾ ਦਿੱਤਾ ਜਾਏਗਾ ਤੇ ਅੰਦਰ ਜਾ ਕੇ ਉਹ ਥੋੜਾ ਜਿਹਾ ਡਿਸਟਰਬੈਂਸ ਕ੍ਰੀਏਟ ਕਰੇਗਾ, ਜਿਹਦੇ ਨਾਲ ਗੈਸ ਵੀ ਹੋ ਸਕਦੀ ਹੈ। ਓਕੇ, ਠੀਕ ਹੈ। ਜਾਂ ਫਿਰ ਡਾਈਜੈਸਟਿਵ ਇਸ਼ੂਜ਼ ਆ ਸਕਦੇ ਆ। ਸੋ ਬੈਟਰ ਕੀ ਹੈ ਕਿ ਜਦੋਂ ਆਪਾਂ ਪਹਿਲਾਂ ਸਲਾਦ ਨੂੰ ਪਾਵਾਂਗੇ ਤੇ ਉਹ ਸਾਡੇ ਇੰਟੈਸਟਾਈਨ ਦੇ ਲੇਅਰਸ ਵਿੱਚ ਜਾ ਕੇ ਪੈ ਜਾਏਗਾ, ਜਿਹਦੇ ਨਾਲ ਕੀ ਹੋਏਗਾ ਕਿ ਜਿਹੜਾ ਆਉਣ ਵਾਲਾ ਪ੍ਰਸ਼ਾਦਾ ਹੈ ਉਹ ਵੀ ਚੰਗੀ ਤਰ੍ਹਾਂ ਡਾਈਜੈਸਟ ਹੋਣਾ ਸ਼ੁਰੂ ਹੋ ਜਾਏਗਾ। ਓਕੇ, ਅੱਛਾ। ਜਿਨ੍ਹਾਂ ਨੂੰ ਐਸਿਡ ਦੀ ਪ੍ਰੋਬਲਮ ਆਉਂਦੀ ਸੀਗੀ, ਗੈਸ ਦੀ ਪ੍ਰੋਬਲਮ ਆਉਂਦੀ ਸੀਗੀ, ਜਦੋਂ ਰੋਟੀ ਤੋਂ ਪਹਿਲਾਂ ਸਲਾਦ ਖਾਣਾ ਸ਼ੁਰੂ ਕਰ ਦੇਣਗੇ ਇੱਕ ਪਲੇਟ, ਤੇ ਉਹ ਪ੍ਰੋਬਲਮ ਠੀਕ ਹੋਣੀ ਸ਼ੁਰੂ ਹੋ ਜਾਏਗੀ। ਜੀ, ਬਹੁਤ ਵਧੀਆ ਜਾਣਕਾਰੀ ਜਿਹੜੀ ਹੈ ਇਹ ਤੁਸੀਂ ਪ੍ਰੋਵਾਈਡ ਕਰਵਾਈ ਹੈ। ਬਹੁਤ ਸਾਰੇ ਦਰਸ਼ਕੋ ਨੋਟ ਕਰ ਲਿਓ ਇਹ ਚੀਜ਼ਾਂ। ਇਹ ਪ੍ਰੋਗਰਾਮ ਸਾਡਾ ਫੇਸਬੁੱਕ ਤੇ ਲੇਟਰ ਔਨ ਆਪਾਂ YouTube ਦੇ ਉੱਤੇ ਵੀ ਪ੍ਰਾਈਮ ਪੰਜਾਬ ਦੇ ਉੱਤੇ ਇਹਨੂੰ ਅਪਲੋਡ ਕਰ ਦਿਆਂਗੇ। ਸੋ ਉੱਥੇ ਵੀ ਤੁਸੀਂ ਜਦੋਂ ਮਰਜ਼ੀ ਜਾ ਕੇ ਇਹ ਚੀਜ਼ ਜਿਹੜੀ ਹੈ ਇਹ ਪ੍ਰੋਗਰਾਮ ਦੇ ਰੂਪ ਦੇ ਵਿੱਚ ਤੁਸੀਂ ਇਹ ਗੱਲਾਂ ਦੇਖ ਸਕਦੇ ਹੋ। ਆਪਣੇ ਪਰਿਵਾਰ, ਆਪਣੇ ਬਜ਼ੁਰਗਾਂ ਨੂੰ ਜਿਹੜਾ ਹੈ ਤੁਸੀਂ ਦਿਖਾ ਸਕਦੇ ਹੋ। ਸੋ ਸਾਡਾ ਮਕਸਦ ਵੀ ਇਹ ਹੈ। ਸੋ ਆਪਣਾ ਕੋਈ ਵੀ ਤੁਹਾਡਾ ਸਵਾਲ ਹੋਵੇ ਛੱਡ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ। ਸੋ ਇੱਕ ਸਵਾਲ ਹੋਰ ਆ ਰਿਹਾ ਜੀ ਫੈਟੀ ਲੀਵਰ ਦਾ। ਆਪਾਂ ਵੈਸੇ ਤਾਂ ਇਹ ਪਰ ਪ੍ਰੋਗਰਾਮ ਆਪਾਂ ਇੱਕ ਚੀਜ਼ ਲੈਨੇ ਆ, ਪਰ ਜੇ ਸਵਾਲ ਆ ਹੀ ਰਹੇ ਨੇ ਤੇ ਆਪਾਂ ਚਲੋ ਇਹਦੇ ਉੱਤੇ ਗੱਲ ਕਰ ਹੀ ਲੈਨੇ ਆ। ਫੈਟੀ ਲੀਵਰ ਦੀ ਪ੍ਰੋਬਲਮ ਜਿਹੜੀ ਹੈ ਉਹ ਕੀ ਹੈ ਤੇ ਕਿਵੇਂ ਇਹਨੂੰ ਆਪਾਂ ਠੀਕ ਕਰ ਸਕਦੇ ਹਾਂ, ਕਿਉਂ ਹੁੰਦੀ ਹੈ? ਥੋੜਾ ਜਿਹਾ ਇਹਦੇ ਉੱਤੇ ਆਪਾਂ ਸੰਖੇਪ ਦੇ ਵਿੱਚ ਸ਼ਾਰਟ ਦੇ ਵਿੱਚ ਦੱਸ ਦਈਏ। ਫੈਟੀ ਲਿਵਰ, ਜਿੱਦਾਂ ਮੈਂ ਦੱਸਿਆ ਕਿ ਸਾਡੀ ਡਾਈਟ ਐਂਡ ਲਾਈਫ ਸਟਾਈਲ ਜਿਹੜੀ ਹੈ ਕਿ ਥੋੜੀ ਠੀਕ ਨਹੀਂ ਹੈਗੀ। ਹੁੰਦਾ ਕੀ ਹੈ ਕਿ ਹਰ ਬੋਡੀ ਵਿੱਚ ਕੋਈ ਨਾ ਕੋਈ ਆਰਗਨ ਜਿਹੜਾ ਹੈਗਾ ਉਹ ਹਰ ਕਿਸੇ ਦਾ ਵੀਕ ਹੁੰਦਾ ਹੈ। ਫੋਰ ਐਗਜ਼ਾਮਪਲ, ਅਗਰ ਮੰਨ ਲਓ ਤੁਹਾਡਾ ਲਾਈਫ ਸਟਾਈਲ ਖਰਾਬ ਹੈਗਾ ਤੇ ਜ਼ਰੂਰੀ ਨਹੀਂ ਕਿ ਤੁਹਾਨੂੰ ਫੈਟੀ ਲੀਵਰ ਹੋਏ। ਹੋ ਸਕਦਾ ਤੁਹਾਨੂੰ ਡਾਇਬੀਟੀਜ਼ ਹੋ ਜਾਏ, ਹੋ ਸਕਦਾ ਤੁਹਾਨੂੰ ਹਾਈਪਰਟੈਂਸ਼ਨ ਦੀ ਪ੍ਰੋਬਲਮ ਆਉਣ ਲੱਗ ਜਾਏ, ਹੋ ਸਕਦਾ ਤੁਹਾਡੀ ਸਕਿਨ ਥੋੜੀ ਰਿੰਕਲਡ ਹੋ ਜਾਵੇ, ਹੋ ਸਕਦਾ ਤੁਹਾਡੇ ਵਾਲ ਸਫੇਦ ਹੋਣ ਲੱਗ ਪੈਣ, ਹੋ ਸਕਦਾ ਤੁਹਾਨੂੰ ਪਿਸ਼ਾਬ ਜ਼ਿਆਦਾ ਆਉਣ ਲੱਗ ਪਵੇ। ਜਿਹੜੀ ਤੁਹਾਡੀ ਬੋਡੀ ਦਾ ਆਰਗਨ ਥੋੜਾ ਕਮਜ਼ੋਰ ਹੈਗਾ ਉਹਦੇ ਵਿੱਚ ਜਾ ਕੇ ਟੌਕਸਿਨ ਇਕੱਠੇ ਹੁੰਦੇ ਆ, ਉੱਥੇ ਦੇ ਸਿੰਪਟਮ ਆਉਣ ਲੱਗ ਪੈਂਦੇ ਆ। ਜੇ ਕਿਸੇ ਦੀ ਲਿਵਰ ਥੋੜੀ ਜਿਹੀ ਵੀਕ ਹੈਗੀ ਤੇ ਲਿਵਰ ਵਿੱਚ ਉਹ ਫੈਟ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹ ਟੌਕਸਿਨ ਡਿਪੋਜ਼ਿਟ ਹੋਣੇ ਸ਼ੁਰੂ ਹੋ ਜਾਂਦੇ, ਜਿਸ ਕਰਕੇ ਲਿਵਰ ਆਪਣਾ ਫੰਕਸ਼ਨ ਉਸ ਤਰ੍ਹਾਂ ਨਾਲ ਨਹੀਂ ਕਰ ਪਾਉਂਦੀ। ਦੂਜੀ ਚੀਜ਼ ਕੀ ਹੈ ਕਿ ਜੇ ਆਪਾਂ ਬਹੁਤ ਸਾਰੀ ਮੈਡੀਸਿਨ ਖਾਂਦੇ ਰਹੀਏ ਤੇ ਮੈਡੀਸਿਨ ਦੇ ਸਾਈਡ ਇਫੈਕਟ ਨਾਲ ਵੀ ਫਰਕ ਪੈਂਦਾ ਹੈ, ਤੇ ਨਾਲ ਐਕਸਰਸਾਈਜ਼ ਨਾ ਕਰਨ ਕਰਕੇ ਜਾਂ ਸ਼ਰਾਬ ਪੀਣ ਕਰਕੇ ਵੀ ਇਹ ਦਿੱਕਤ ਆ ਸਕਦੀ ਹੈ। तो जे अपना लाइफ स्टाइल सुधार कर लीए तो लीवर बहुत छेती ठीक होती है, क्योंकि लीवर बिल्कुल साडे स्टमक नाल कनेक्टेड है एंड लीवर बहुत छेती डाइट एंड लाइफ स्टाइल नाल ठीक हो जाती है, फैटी लीवर ठीक हो जाता है। ਤੇ ਇੱਕ ਸਵਾਲ ਹੋਰ ਆ ਰਿਹਾ ਜੀ ਕਿ ਦੇਸੀ ਘਿਓ ਜਿਹੜਾ ਆਪਣੇ ਆਮ ਘਰਾਂ ਦੇ ਵਿੱਚ ਹੁੰਦਾ ਹੈ, ਅਸੀਂ ਦੇਸੀ ਘਿਓ ਖਾ ਸਕਦੇ ਹਾਂ ਜਾਂ ਨਹੀਂ ਖਾ ਸਕਦੇ? ਉਹਦੇ ਉੱਤੇ ਹੁਣੇ ਆਪਾਂ ਆਵਾਂਗੇ, ਉਹਦੇ ਤੇ ਆਪਾਂ ਪੂਰੀ ਗੱਲ ਕਰਨੀ ਹੈ ਅਜੇ। ਤੇ ਆਪਾਂ ਹੁਣ ਡਾਈਟ ਤੇ ਆਈਏ, ਜਿਹੜੀ ਆਪਣੇ ਦੁਪਹਿਰ ਦਾ ਹੁਣ ਹੋ ਗਿਆ ਲੰਚ ਸਾਡਾ। ਬਿਲਕੁਲ ਲੰਚ ਵਿੱਚ ਹੁਣ ਕੀ ਕਰਨਾ ਹੈ ਕਿ ਸਲਾਦ ਪਹਿਲਾਂ ਖਾ ਲਿਆ, ਫਿਰ ਰੋਟੀ ਸਬਜ਼ੀ ਖਾ ਲਈ। ਹੁਣ ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ ਕਿ ਰੋਟੀ ਸਬਜ਼ੀ ਦੇ ਨਾਲ ਪਾਣੀ ਨਹੀਂ ਪੀਣਾ। ਅੱਛਾ ਜੀ। ਆਪਾਂ ਕੀ ਕਰਦੇ ਹਾਂ, ਇੱਥੇ ਰੋਟੀ ਖਾਈ ਨਾਲ ਪਾਣੀ ਪੀਤਾ, ਰੋਟੀ ਖਾਈ ਪਾਣੀ ਪੀਤਾ, ਏਦਾਂ ਨਹੀਂ ਕਰਨਾ। ਤੇ ਨਾ ਹੀ ਰੋਟੀ ਖਾਣ ਤੋਂ ਬਾਅਦ ਵੀ ਪਾਣੀ ਨਹੀਂ ਪੀਣਾ। ਅਜੇ ਘੰਟਾ ਕੁ ਠਹਿਰ ਜਾਣਾ ਆਪਾਂ ਨੂੰ। ਰੋਟੀ ਖਾ ਲਈ, ਮੰਨ ਲਓ ਤੁਸੀਂ 1 ਵਜੇ ਤੱਕ ਰੋਟੀ ਸਮਾਪਤ ਹੋ ਗਈ, ਤੇ 1 ਵਜੇ ਤੋਂ ਬਾਅਦ 1 ਘੰਟਾ ਠਹਿਰ ਕੇ 2 ਵਜੇ ਪਾਣੀ ਪੀਣਾ ਹੈ। ਓਕੇ। ਉਹ ਇਸ ਕਰਕੇ ਕਿ ਜਦ ਆਪਾਂ ਰੋਟੀ ਖਾਂਦੇ ਆ ਉਸ ਵੇਲੇ ਸਾਡੀ ਜਠਰ ਵਿੱਚ ਅਗਨੀ ਹੁੰਦੀ ਹੈ, ਡਾਈਜੈਸਟਿਵ ਫਾਇਰ ਹੁੰਦੀ ਹੈ, ਜਿਹੜੀ ਰੋਟੀ ਨੂੰ ਪਚਾਉਂਦੀ ਹੈ। ਜੇ ਆਪਾਂ ਉੱਥੇ ਪਾਣੀ ਪਾ ਦਈਏ ਤੇ ਉਹ ਅੱਗ ਠੰਡੀ ਹੋ ਜਾਂਦੀ ਹੈ, ਫਿਰ ਉਹ ਪਾਣੀ ਉਸ ਤਰ੍ਹਾਂ ਡਾਈਜੈਸਟ ਨਹੀਂ ਹੁੰਦਾ, ਗੈਸ ਬਣਦੀ ਹੈ। ਇਸੇ ਕਰਕੇ ਹੀ ਫੈਟੀ ਲੀਵਰ ਤੇ ਇਸ ਤਰ੍ਹਾਂ ਦੀ ਪਰੇਸ਼ਾਨੀਆਂ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਓਕੇ, ਠੀਕ ਹੈ ਜੀ, ਠੀਕ ਹੈ। ਸੋ ਪਾਣੀ ਜਿਹੜਾ ਹੈ ਇਹ ਇੱਕ ਕਹਿੰਦੇ ਵੀ ਨਾਲ ਜਿਹੜਾ ਰੋਟੀ ਦੇ ਜਾਂ ਕਈ ਸਾਡੇ ਜਿਹੜੇ ਦੋਸਤ ਮਿੱਤਰ ਨੇ ਉਹਨਾਂ ਨੂੰ ਇਹ ਵੀ ਆਦਤ ਹੈਗੀ ਆ ਵੀ 1-2 ਗਰਾਹੀਆਂ ਜਿਹੜੀਆਂ ਹੈਗੀਆਂ ਉਹ ਛਕੀਆਂ ਤੇ ਉਸ ਤੋਂ ਬਾਅਦ ਘੁੱਟ ਕੇ ਪਾਣੀ ਦਾ ਪੀ ਲਿਆ, ਇਹ ਵੀ ਆਦਤ ਹੈਗੀ ਆ। ਸੋ ਇਹ ਵੀ ਇਹਦਾ ਮਤਲਬ ਵੀ ਠੀਕ ਨਹੀਂ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਬਿਲਕੁਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਫਿਰ ਆਪਾਂ ਹੁਣ ਸ਼ਾਮ ਦੀ ਗੱਲ ਕਰੀਏ। ਸ਼ਾਮ ਨੂੰ ਅਗਰ ਮੰਨ ਲਓ ਹਲਕੀ ਫੁਲਕੀ ਭੁੱਖ ਲੱਗੇ, ਕੁਝ ਖਾਣ ਦਾ ਜੀ ਕਰੇ, ਉਹਦੇ ਵਿੱਚ ਚੰਗੀ ਚੀਜ਼ਾਂ ਖਾਣੀਆਂ ਨੇ, ਜਿਵੇਂ ਕਿ ਨਾਰੀਅਲ ਦੀ ਗਿਰੀ ਖਾ ਸਕਦੇ ਹੋ, ਸਪਰਾਊਟਸ ਖਾ ਸਕਦੇ ਹੋ, ਡਰਾਈ ਫਰੂਟਸ ਖਾ ਸਕਦੇ ਹੋ, ਜਾਂ ਫਿਰ ਤੁਸੀਂ ਕੋਈ ਸਬਜ਼ੀ ਦਾ ਜੂਸ ਬਣਾ ਕੇ ਪੀ ਸਕਦੇ ਹੋ, ਜਾਂ ਸੰਤਰੇ ਦਾ ਜੂਸ ਪੀ ਸਕਦੇ ਹੋ, ਜਾਂ ਫਿਰ ਨਾਰੀਅਲ ਪਾਣੀ ਪੀ ਸਕਦੇ ਹੋ, ਸਭ ਤੋਂ ਵਧੀਆ ਹੈਗਾ। ਤੇ ਇਸ ਤਰ੍ਹਾਂ ਦੇ ਸਨੈਕਿੰਗ ਆਈਟਮਸ ਹਮੇਸ਼ਾ ਕਰ ਸਕਦੇ ਹੋ, ਜਾਂ ਫਿਰ ਹਰਬਲ ਟੀ, ਤੁਲਸੀ, ਦਾਲਚੀਨੀ, ਲੌਂਗ, ਇਲਾਇਚੀ ਇਹ ਪਾ ਕੇ ਹਰਬਲ ਟੀ ਬਣਾ ਸਕਦੇ ਹੋ ਬਿਨਾਂ ਦੁੱਧ ਦੇ। ਅੱਛਾ, ਓਕੇ। ਤੇ ਬਿਨਾਂ ਚਾय ਪੱਤੀ ਦੇ। ਇਹ ਹੋ ਗਿਆ ਸਾਡੀ ਸਨੈਕਿੰਗ ਆਪਸ਼ਨਸ। ਹੁਣ ਰਾਤ ਨੂੰ ਅਗਰ ਖਾਣ ਦਾ ਜੀ ਕਰੇ, ਰਾਤ ਨੂੰ ਵੀ ਕੀ ਖਾਣਾ ਹੈ? ਰਾਤ ਨੂੰ ਜਿਵੇਂ ਅਸੀਂ ਲੰਚ ਕੀਤਾ ਸੀਗਾ ਉਸੇ ਤਰ੍ਹਾਂ ਡਿਨਰ ਕਰਨਾ ਹੈ। ਪਹਿਲਾਂ 1 ਪਲੇਟ ਸਲਾਦ ਖਾਣਾ ਹੈ, ਫਿਰ 1 ਪਲੇਟ ਰੋਟੀ ਸਬਜ਼ੀ ਖਾਣੀ ਹੈ।
ਸੋ ਇਸ ਤਰ੍ਹਾਂ ਸਾਡਾ ਇਹ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਰੂਟੀਨ ਹੋਏਗਾ, ਤੇ ਡਿਨਰ ਤੋਂ ਬਾਅਦ 15-20 ਮਿੰਟ ਜ਼ਰੂਰ ਸੈਰ ਕਰਨੀ ਹੈ। ਓਕੇ, ਠੀਕ ਹੈ, ਠੀਕ ਹੈ। ਇਸ ਤਰ੍ਹਾਂ ਦਾ ਅਗਰ ਆਪਾਂ ਰੂਟੀਨ ਰੱਖ ਲਾਂਗੇ ਤੇ ਸਾਡੀ ਜੋ ਵੀ ਬਿਮਾਰੀ ਹੋਏਗੀ, ਡਿਪੈਂਡਿੰਗ ਔਨ ਕਿੰਨੀ ਪੁਰਾਣੀ ਹੈਗੀ, 3-4 ਮਹੀਨਿਆਂ ਵਿੱਚ ਆਪੇ ਠੀਕ ਹੋਣੀ ਸ਼ੁਰੂ ਹੋ ਜਾਏਗੀ। ਹਾਂ, ਜੇ ਡਾਇਬੀਟੀਜ਼ ਹੈਗੀ, ਬੀਪੀ ਹੈਗੀ, ਜਾਂ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਥਾਈਰੋਇਡ ਦੀ, ਇਹ 3-4 ਮਹੀਨੇ ਵਿੱਚ ਪੂਰੀ ਤਰ੍ਹਾਂ ਠੀਕ ਹੋ ਜਾਏਗੀ ਜੇ ਆਪਾਂ ਇਸ ਤਰ੍ਹਾਂ ਦਾ ਰੂਟੀਨ ਫੋਲੋ ਕਰਨਾ ਸ਼ੁਰੂ ਕਰ ਦਈਏ। ਅੱਛਾ, ਸ਼ੂਗਰ ਵੀ ਤੇ ਜਿਹੜੀ ਹਾਰਟ ਦੀ ਜਾਂ ਜਿਹੜੀ ਆਪਾਂ ਕਹਿ ਲਈਏ ਵੀ ਬੀਪੀ ਦੀ ਪ੍ਰੋਬਲਮ ਹੈ ਜਾਂ ਹੋਰ ਇਹੋ ਜਿਹੀਆਂ, ਉਹ ਸਾਰੀਆਂ ਠੀਕ ਹੋ ਸਕਦੀਆਂ ਇਹ ਰੂਟੀਨ ਜੇਕਰ ਆਪਾਂ ਲੈ ਕੇ ਚੱਲਦੇ ਹਾਂ। ਬਿਲਕੁਲ ਠੀਕ ਹੋ ਜਾਣਗੀਆਂ, ਤੇ ਨਾਲ ਇੱਕ ਕੁਝ ਪਰਹੇਜ਼ ਰੱਖਣੇ ਨੇ ਜਿਹੜੇ ਹੁਣ ਆਪਾਂ ਗੱਲ ਕਰਦੇ ਹਾਂ ਜਿਹਦੇ ਬਾਰੇ, ਕਿ ਕੋਈ ਵੀ ਬਾਹਰ ਦਾ ਡੱਬਾਬੰਦ ਚੀਜ਼ ਨਹੀਂ ਖਾਣੀ, ਜਿਵੇਂ ਪੈਕੇਟ ਵਿੱਚ ਬੋਟਲ ਵਿੱਚ ਪੈਕ ਹੋ ਕੇ ਆਉਂਦੀ ਹੈ ਉਹ ਨਹੀਂ ਖਾਣਾ, ਜਿਵੇਂ ਪੀਜ਼ਾ, ਪੈਟੀਜ਼, 버ਗਰ, ਪਾਸਤਾ, ਕੁਰਕੁਰੇ, ਚਿਪਸ, ਨਮਕੀਨ, ਢੋਕਲੇ, ਇਡਲੀ, ਸਮੋਸੇ ਜਿਹੜੇ ਬਾਹਰੋਂ ਤੁਸੀਂ ਰੇਹੜੀ ਤੋਂ ਬਣਾਉਂਦੇ, ਇਹ ਸਾਰੀ ਚੀਜ਼ਾਂ ਨਹੀਂ ਲੈਣੀਆਂ। ਅੱਛਾ ਜੀ। ਹਾਂ, ਇਸ ਤੋਂ ਇਲਾਵਾ ਕੀ ਨਹੀਂ ਲੈਣਾ ਤੁਸੀਂ, ਦੁੱਧ ਦੀ ਕੋਈ ਚੀਜ਼ ਨਹੀਂ ਲੈਣੀ, ਦੁੱਧ, ਘਿਓ, ਮੱਖਣ, ਪਨੀਰ, ਦਹੀਂ, ਲੱਸੀ, ਇਹ ਚੀਜ਼ਾਂ ਨਹੀਂ ਲੈਣੀਆਂ। ਇਹਦਾ ਕਾਰਨ ਇਹ ਹੈ ਕਿ ਅੱਜ ਕੱਲ੍ਹ ਜਿਹੜਾ ਦੁੱਧ ਮਿਲ ਰਿਹਾ ਹੈ ਉਹ ਅਡਲਟਰੇਟਡ ਹੈਗਾ, ਬਹੁਤ ਮਿਲਾਵਟੀ ਹੈਗਾ। ਦੂਜੀ ਗੱਲ, ਉਹਦੇ ਵਿੱਚ ਇੰਜੈਕਸ਼ਨ ਲਗਾਏ ਜਾਂਦੇ ਆ ਜਿਸ ਕਰਕੇ ਉਹ ਤੁਹਾਡੀ ਬੋਡੀ ਨੂੰ ਵੀ ਡੈਮੇਜ ਕਰਦੇ ਆ। ਤੀਜੀ ਗੱਲ, ਅੱਜ ਕੱਲ੍ਹ ਅਸੀਂ ਮਿਹਨਤ ਨਹੀਂ ਕਰਦੇ, ਐਕਸਰਸਾਈਜ਼ ਨਹੀਂ ਕਰਦੇ, ਜਿਸ ਕਰਕੇ ਵੈਸੇ ਵੀ ਦੁੱਧ ਘਿਓ ਪਚਾਉਣਾ ਬਹੁਤ ਔਖਾ ਆ। ਜੇ ਤੁਹਾਨੂੰ ਬਿਲਕੁਲ ਪਿਓਰ ਦੇਸੀ ਗਾਂ ਦਾ ਮਿਲ ਵੀ ਰਿਹਾ ਹੈਗਾ ਤਾਂ ਵੀ ਤੁਸੀਂ ਲਓ, ਲੇਕਿਨ ਤਦ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹਨੂੰ ਪਚਾ ਸਕਦੇ, ਜੇ ਤੁਹਾਨੂੰ ਗੈਸ ਵਗੈਰਾ ਬਣਦੀ ਹੈ ਉਹਦੇ ਨਾਲ, ਤਾਂ ਤੁਸੀਂ ਉਹਨੂੰ ਅਵੋਇਡ ਕਰੋ, ਜ਼ਿਆਦਾ ਵਧੀਆ ਰਹੇਗਾ। ਇੱਕ ਤਾਂ ਇਹ ਚੀਜ਼ਾਂ ਹੋ ਗਈਆਂ। ਇਸ ਤੋਂ ਇਲਾਵਾ ਅੱਧਾ ਘੰਟੇ ਤੋਂ ਲੈ ਕੇ 1 ਘੰਟਾ ਧੁੱਪ ਵਿੱਚ ਡੇਲੀ ਬਹਿਣਾ ਜ਼ਰੂਰੀ ਹੈਗਾ। ਅੱਛਾ। ਹਾਂਜੀ, ਠੀਕ ਹੈ। ਤੇ ਇਸ ਤੋਂ ਇਲਾਵਾ ਜੇ 15-20 ਮਿੰਟ ਤੁਸੀਂ ਆਪਣੀ ਐਕਸਰਸਾਈਜ਼ ਕਰ ਸਕੋ, ਕੋਈ ਵੀ, ਚਾਹੇ ਯੋਗਾ, ਪ੍ਰਾਣਾਯਾਮ ਹੋ ਗਿਆ, ਜਾਂ ਬਾਹਰ ਨਿਕਲ ਕੇ ਕੁਝ ਕਰਨਾ, ਜੋ ਵੀ ਕਰ ਸਕੋ ਇਹ ਕਰੋ। ਸੋ ਇਹ ਸਾਰੀ ਚੀਜ਼ਾਂ ਜਦ ਤੁਸੀਂ ਕੰਪਲੀਟਲੀ ਫੋਲੋ ਕਰੋਗੇ ਤੇ ਕੋਈ ਵੀ ਬਿਮਾਰੀ ਮੈਨੂੰ ਲੱਗਦਾ ਨਹੀਂ ਜਿਹੜੀ ਠੀਕ ਨਹੀਂ ਹੋ ਸਕਦੀ। ਇੱਥੇ ਹੁਣ ਸਵਾਲ ਬੜਾ ਵੱਡਾ ਮੇਰੇ ਮਾਈਂਡ ਦੇ ਵਿੱਚ ਆ ਰਿਹਾ, ਤੇ ਸਾਡੇ ਦਰਸ਼ਕਾਂ ਦੇ ਵੀ ਆ ਰਿਹਾ ਹੋਊਗਾ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਵੀ ਇਹ ਰੂਟੀਨ ਜਿਹੜੀ ਆ ਥੋੜੀ ਆਪਾਂ ਕਹਿੰਦੇ ਵੀ ਡਿਫਿਕਲਟ ਹੈਗੀ ਹੈ। ਜੇ ਆਪਾਂ ਕਹੀਏ ਵੀ ਸਵੇਰੇ ਉੱਠ ਕੇ ਇਹਨਾਂ ਸਲਾਦ ਜਾਂ ਫਰੂਟ ਜ਼ਿਆਦਾ ਖਾਣਾ, ਉਸ ਤੋਂ ਬਾਅਦ ਸਲਾਦ ਕੱਟਣਾ, ਇੱਕ ਆਮ ਜਦੋਂ ਭੱਜ ਦੌੜ ਵਾਲੀ ਜ਼ਿੰਦਗੀ ਹੁੰਦੀ ਹੈ, ਜੇਕਰ ਵਿਦੇਸ਼ਾਂ ਦੇ ਵਿੱਚ ਵੀ ਆਪਾਂ ਗੱਲ ਕਰੀਏ, ਤਾਂ ਇਹ ਚੀਜ਼ਾਂ ਅਸੀਂ ਜੇਕਰ ਨਹੀਂ ਸਾਰੀਆਂ ਫੋਲੋ ਕਰ ਸਕਦੇ, ਮਤਲਬ ਕਹਿਣ ਦਾ ਵੀ 3 ਮਹੀਨੇ 4 ਤੁਸੀਂ ਕਿਹਾ ਵੀ ਉਹਦੇ ਵਿੱਚ ਬਿਮਾਰੀ ਠੀਕ ਹੋ ਜੂਗੀ, ਸੋ ਫਿਰ ਜੇ ਬਾਕੀ ਦੀ ਆਪਾਂ ਜ਼ਿੰਦਗੀ ਦੇ ਵਿੱਚ ਕਹੀਏ ਵੀ ਇਹਨੂੰ ਕਿਸ ਤਰ੍ਹਾਂ ਆਪਾਂ ਲੈ ਸਕਦੇ ਹਾਂ, ਤੇ ਜੇਕਰ ਇਹਨੂੰ ਕਰਦੇ ਆ ਤਾਂ ਬਹੁਤ ਵਿਅਸਤ ਹੋ ਜਾਵਾਂਗੇ, ਸਾਡੇ ਦੂਸਰੇ ਕੰਮ ਜਿਹੜੇ ਨੇ ਉਹ ਵੀ ਘਟਾਉਣੇ ਪੈਣਗੇ, ਸਾਨੂੰ ਪ੍ਰੋਪਰ ਟਾਈਮ ਦੇਣਾ ਪਊਗਾ ਇਹ ਚੀਜ਼ਾਂ ਨੂੰ ਲੈ ਕੇ। ਇਹਦੇ ਬਾਰੇ ਤੁਸੀਂ ਕੀ ਕਹਿੰਦੇ? ਇਹਦੇ ਬਾਰੇ ਮੈਂ ਆਪਣੇ ਐਗਜ਼ਾਮਪਲ ਤੋਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਇਹ ਇੰਨਾ ਔਖਾ ਨਹੀਂ ਹੈ ਜਿੰਨਾ ਨੂੰ ਲੱਗਦਾ ਆ। ਆਦਤ ਦੀ ਗੱਲ ਹੈ। ਹੁਣ ਜਿਹੜੇ ਆਪਾਂ ਰੋਟੀ ਬਣਾਉਂਦੇ ਆ, ਰੋਟੀ ਬਣਾਉਣ ਵਿੱਚ, ਪਕਾਉਣ ਵਿੱਚ 1 ਘੰਟਾ 1.5 ਘੰਟਾ ਦਾ ਮਾਤਾ ਲਗਾ ਦਿੰਦੀ ਹੈ। ਜੇ ਉਹ ਕੱਚਾ ਹੀ ਖਾਣਾ ਹੋਏ ਤੇ ਉਹ ਤਾਂ ਟਾਈਮ ਬਚ ਗਿਆ ਸਾਡਾ, ਹੈਨਾ। ਬਿਲਕੁਲ ਠੀਕ ਹੈ। ਹਾਂ, ਦੂਜੀ ਗੱਲ ਇਹ ਹੈ ਕਿ ਜੇ ਮੰਨ ਲਓ ਆਪਾਂ ਪੂਰੀ ਤਰ੍ਹਾਂ ਠੀਕ ਹੋ ਗਏ 3 ਮਹੀਨੇ ਬਾਅਦ, ਹੁਣ ਕੀ ਅਸੀਂ ਇਹੀ ਡਾਈਟ ਫੋਲੋ ਕਰਨੀ ਹੈ ਕਿ ਆਪਾਂ ਆਪਣੀ ਮਨਪਸੰਦ ਚੀਜ਼ਾਂ ਖਾ ਸਕਦੇ ਹਾਂ? ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਚੀਜ਼ਾਂ ਕਰਕੇ ਸਾਨੂੰ ਬਿਮਾਰੀ ਆਈ ਸੀ, ਜੇ ਆਪਾਂ ਦੁਬਾਰਾ ਉਹੀ ਖਾਣਾ ਸ਼ੁਰੂ ਕਰ ਦਾਂਗੇ ਤਾਂ ਫਿਰ ਬਿਮਾਰੀ ਆ ਜਾਊਗੀ, ਤੇ ਫਿਰ ਇਹਦਾ ਕੋਈ ਫਾਇਦਾ ਬਣਿਆ ਨਹੀਂ। ਤੇ ਸਮਝਣ ਵਾਲੀ ਗੱਲ ਇਹ ਹੈ, ਜੇ ਅਸੀਂ ਕਹਿੰਦੇ ਆ ਕਿ ਜੇ ਸਾਨੂੰ ਮਿੱਟੀ ਲੱਗੀ, ਆਪਾਂ ਗੰਦੇ ਹੋ ਗਏ, ਤਾਂ ਨਹਾ ਲਈ ਜਾ ਕੇ। ਹੁਣ ਆਪਾਂ ਕਿੰਨੀ ਵਾਰੀ ਨਹਾਣਾ ਹੈ? ਜਿੰਨੀ ਵਾਰ ਆਪਾਂ ਸਾਫ਼ ਰਹਿਣਾ ਚਾਹੁੰਦੇ ਉਨੀ ਵਾਰੀ ਨਹਾਣਾ ਹੈ। ਜੇ ਆਪਾਂ ਨਹੀਂ ਨਹਾਵਾਂਗੇ ਫਿਰ ਗੰਦੇ ਹੋ ਜਾਵਾਂਗੇ। ਸੋ ਇਸੇ ਤਰ੍ਹਾਂ ਆਪਾਂ ਨੂੰ ਇਸ ਤਰ੍ਹਾਂ ਦੀ ਡਾਈਟ ਲੈਣੀ ਹੀ ਪਊਗੀ, ਫਾਈਬਰ ਰਿਚ ਫੂਡ ਲੈਣਾ ਹੀ ਪਊਗਾ। ਲੇਕਿਨ ਜਦ ਪੂਰੀ ਤਰ੍ਹਾਂ ਠੀਕ ਹੋ ਜਾਈਏ, ਉਸ ਤੋਂ ਬਾਅਦ ਹਫ਼ਤੇ ਵਿੱਚ 1-2 ਦਿਨ ਆਪਾਂ ਬਾਹਰ ਦਾ ਖਾ ਵੀ ਲਈਏ, ਤਾਂ ਜਾਂ ਕੋਈ ਮਾੜੀ ਮੋਟਾ ਖਾ ਵੀ ਲਿਆ, ਟੇਸਟੀ ਚੀਜ਼ ਖਾ ਲਈ, ਉਹ ਕੋਈ ਨੁਕਸਾਨ ਨਹੀਂ ਕਰੋਗੇ। ਲੇਕਿਨ ਜੇ ਅਸੀਂ ਹੁਣੇ ਚੀਟ ਕਰ ਸਕਦੇ ਹੋ, ਤੁਸੀਂ ਚੀਟ ਕਰ ਸਕਦੇ ਹੋ ਕਿਤੇ ਨਾ ਕਿਤੇ, ਚੀਟਿੰਗ ਡਾਈਟ ਕਰ ਸਕਦੇ ਤਾਂ ਪੂਰੀ ਤਰ੍ਹਾਂ ਠੀਕ ਹੋ ਗਏ। ਏਦਾਂ ਨਹੀਂ ਕਿ ਅਜੇ ਕੱਲ ਸ਼ੁਰੂ ਕੀਤੀ ਹੈ ਤਾਂ ਪਰਸੋਂ ਚੀਟੇ ਵੀ ਆ ਗਿਆ, ਓਦਾਂ ਨਹੀਂ। ਬਿਲਕੁਲ ਬਿਲਕੁਲ ਠੀਕ ਹੈ। ਸੋ ਇੱਕ ਸਵਾਲ ਆ ਰਿਹਾ ਜੀ, ਐਵੋਕਾਡੋ ਦੀ ਕਿੰਨੀ ਕੁ ਮਾਤਰਾ ਆਪਾਂ ਕਹਿੰਦੇ ਸਲਾਦ ਦੇ ਵਿੱਚ ਲੈ ਸਕਦੇ ਹਾਂ? ਇਹ ਕੋਈ ਹੈ ਸਪੈਸੀਫਿਕ ਵੀ ਇੰਨੀ ਲੈਣੀ ਹੈ ਜਾਂ ਇੰਨੀ ਨਹੀਂ? ਹਾਂ, ਐਵੋਕਾਡੋ ਕੀ ਹੁੰਦਾ, ਥੋੜਾ ਭਾਰੀ ਹੁੰਦਾ ਆ। ਜੇ ਤੁਸੀਂ weight loss ਕਰਨ ਦੀ ਸੋਚਦੇ ਆ ਜਾਂ ਇਸ ਤਰ੍ਹਾਂ ਦੀ ਚੀਜ਼ਾਂ, ਤੇ ਦਿਨ ਵਿੱਚ ਆਪਾਂ 1-2 ਐਵੋਕਾਡੋ ਖਾ ਸਕਦੇ ਆ ਟੋਟਲ ਮਿਲਾ ਕੇ, ਤੇ 1-2 ਐਵੋਕਾਡੋ ਖਾਣਾ ਵਧੀਆ ਰਹਿੰਦਾ। ਅੱਛਾ ਜੀ, ਠੀਕ ਹੈ ਠੀਕ ਹੈ। ਸੋ ਨਾਲੋਂ ਨਾਲ ਵਿਟਾਮਿਨ 12 ਦੀ ਪ੍ਰੋਬਲਮ ਹੈ, ਵਿਟਾਮਿਨ B12 ਦੀ ਪ੍ਰੋਬਲਮ ਹੈ। ਸੋ ਇਹਦੇ ਬਾਰੇ ਜਰਾ ਦੱਸਿਓ, ਦੁਬਾਰਾ ਤੁਸੀਂ ਕਮੈਂਟ ਕਰ ਦਿਓ, ਇਹਦੇ ਬਾਰੇ ਸਮਝ ਨਹੀਂ ਲੱਗੀ ਮੈਨੂੰ ਕਿ ਹੈ ਕੀ ਹੈ, ਵਿਟਾਮਿਨ 12 ਦੀ ਪ੍ਰੋਬਲਮ ਹੈ ਜਾਂ ਕੀ ਤੁਸੀਂ ਕੁਝ ਲਿਖਿਆ? ਦੁਬਾਰਾ ਤੁਸੀਂ ਆਪਣਾ ਜਿਹੜਾ ਹੈਗਾ ਕੁਐਸਚਨ ਕਮੈਂਟ ਬਾਕਸ ਦੇ ਵਿੱਚ ਕੁਐਸਚਨ ਇਹਨਾਂ ਦਾ ਹੋਊਗਾ ਕਿ ਵਿਟਾਮਿਨ B12 ਜਿਹੜਾ ਹੁੰਦਾ ਹੈ ਉਹ ਸਾਡੇ ਨਰਵਸ ਸਿਸਟਮ ਵਾਸਤੇ ਬਹੁਤ ਜ਼ਰੂਰੀ ਹੈਗਾ, ਤੇ ਅੱਜਕੱਲ ਇੰਡੀਅਨਸ ਵਿੱਚ ਤੇ ਵਰਲਡ ਵਾਈਡ ਵੀ ਵੈਜੀਟੇਰੀਅਨਸ ਵਿੱਚ ਐਫੀਸ਼ੀਐਂਟ ਹੈਗਾ। ਇਹਨੂੰ ਸਮਝਣ ਵਾਸਤੇ ਇਹ ਸਮਝਣਾ ਪਏਗਾ ਕਿ ਇਸ ਕਰਕੇ ਡੈਫੀਸ਼ੀਐਂਟ ਹੈਗਾ ਕਿਉਂਕਿ ਜਦ ਆਪਾਂ ਭੋਜਨ ਪਕਾਉਂਦੇ ਆ ਉਹਦੇ ਵਿੱਚ ਜਿਹੜੇ ਗੁੱਡ ਬੈਕਟੀਰੀਆ ਨੇ ਉਹ ਮਰ ਜਾਂਦੇ ਆ, ਜਿਸ ਕਰਕੇ ਅੰਦਰ ਜਾ ਕੇ ਉਹ ਸਾਨੂੰ ਵਿਟਾਮਿਨ B ਨਹੀਂ ਮਿਲ ਪਾਉਂਦਾ। ਜਦੋਂ ਅਸੀਂ ਕੱਚਾ ਭੋਜਨ ਖਾਂਦੇ ਆ, ਜਿਵੇਂ ਕਿ ਖੀਰਾ, ਟਮਾਟਰ, ਪਿਆਜ਼ ਕੱਚੇ ਖਾਂਦੇ ਆ, ਉਹਦੇ ਅੰਦਰ ਇਸ ਤਰ੍ਹਾਂ ਦਾ ਬੈਕਟੀਰੀਆ ਲੱਗਿਆ ਹੁੰਦਾ ਹੈ ਜਿਹੜਾ ਅੰਦਰ ਜਾ ਕੇ ਵਿਟਾਮਿਨ B12 ਬਣਾਉਂਦਾ ਆ। ਜਦ ਅਸੀਂ ਕੱਚਾ ਭੋਜਨ ਖਾਣਾ ਸ਼ੁਰੂ ਕਰਦੇ ਹਾਂ ਤੇ ਆਪਣੇ ਆਪ ਉਹ ਵਿਟਾਮਿਨ B12 ਪੂਰਾ ਹੋਣਾ ਸ਼ੁਰੂ ਹੋ ਜਾਂਦਾ ਹੈ, ਤੇ ਕਿਉਂਕਿ ਅਸੀਂ ਕੁੱਕ ਨਹੀਂ ਕਰ ਰਹੇ, ਕੁੱਕ ਕਰਨ ਕਰਕੇ ਉਹ ਬੈਕਟੀਰੀਆ ਮਰਦਾ ਨਹੀਂ ਹੈ। ਦੂਜੀ ਚੀਜ਼ ਕੀ ਹੈ, ਇਸ ਨੂੰ ਵਧਾਉਣ ਵਾਸਤੇ ਸਭ ਤੋਂ ਵਧੀਆ ਚੀਜ਼ ਹੈਗੀ ਉਹ ਫਰਮੈਂਟਡ ਮਿਲਟਸ ਦੀ ਅੰਬਲੀ ਖਾਣਾ। ਇਹ ਹੁੰਦਾ ਕੀ ਹੈਗਾ, ਜਿਵੇਂ ਪੁਰਾਣੇ ਸਮੇਂ ਵਿੱਚ ਤੁਹਾਨੂੰ ਯਾਦ ਹੋਏਗਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਦਾਮਾ ਨਹੀਂ, ਮਹਾਰਾਜ ਸਾਹਿਬ ਭਾਈ ਲਾਲੋ ਜੀ ਦੇ ਘਰ ਗਏ ਸੀਗੇ, ਤੇ ਉੱਥੇ ਭਾਈ ਲਾਲੋ ਜੀ ਨੇ ਉਹਨਾਂ ਨੂੰ ਕੋਦਰੇ ਦੀ ਰੋਟੀ ਪ੍ਰਸ਼ਾਦਾ ਛਕਾਇਆ ਸੀਗਾ। ਬਿਲਕੁਲ ਬਿਲਕੁਲ। ਤੇ ਉੱਥੇ ਜਿਹੜਾ ਕੋਦਰੇ ਦਾ ਜਿਹੜਾ ਹੁੰਦਾ ਆ ਮਿਲਟਸ ਹੁੰਦਾ ਆ,
ਉਹਨੂੰ ਜਦ ਅਸੀਂ ਪਾਣੀ ਵਿੱਚ ਸੋਕ ਕਰਕੇ ਫਿਰ ਅਸੀਂ ਉਹਨੂੰ ਉਬਾਲਦੇ ਆ ਪਾਣੀ ਦੇ ਵਿੱਚ ਤੇ ਉਹਨੂੰ 8-10 ਘੰਟੇ ਰੱਖ ਦਿੰਦੇ ਆ ਤੇ ਉਹਦੇ ਵਿੱਚ ਜਿਹੜੇ ਹੈਗੇ ਗੁੱਡ ਬੈਕਟੀਰੀਆ ਬਣਨੇ ਸ਼ੁਰੂ ਹੋ ਜਾਂਦੇ ਆ। ਤੇ ਜਦ ਬਿਨਾਂ ਮਸਾਲੇ ਮੁਸਲੇ ਪਾਏ ਉਹਨੂੰ ਖਾ ਲੈਂਦੇ ਆ ਉਸਨੂੰ ਤੇ ਅੰਦਰ ਜਾ ਕੇ ਵਿਟਾਮਿਨ B12 ਬਣਾਉਂਦੇ ਆ। ਤੇ ਆਪਾਂ ਇਸ ਤਰ੍ਹਾਂ 1-1.5 ਮਹੀਨਾ ਕਰੀਏ ਤੇ ਸਾਡਾ B12 ਦੀ ਜਿਹੜੀ ਕਮੀ ਪੂਰੀ ਹੋ ਜਾਂਦੀ। ਠੀਕ ਹੈ, ਠੀਕ ਹੈ, ਠੀਕ ਹੈ। ਸੋ ਇਹਦੇ ਵਿੱਚ ਹੁਣ ਇੱਕ ਸਵਾਲ ਹੋਰ ਹੈ ਜੀ, ਮੈਂ ਚਾਹੁੰਦਾ ਕਿ ਆਪਾਂ ਨਾਲ ਲੈ ਲਈਏ, ਫਿਰ ਅਸੀਂ ਸਮਾਪਤੀ ਵਾਲੇ ਪਾਸੇ ਵੱਧ ਜਾਵਾਂਗੇ। ਕਹਿੰਦੇ ਵਿਟਾਮਿਨ D3 ਟੂਗੇਦਰ ਵਿਦ K2 ਔਰ ਓਨਲੀ D3, ਮਤਲਬ ਕਿ ਕਿਸ ਤਰ੍ਹਾਂ ਲੈ ਸਕਦੇ ਆ ਆਪਾਂ ਵਿਟਾਮਿਨਸ ਜਿਹੜੇ ਲੈਣੇ ਹੁੰਦੇ ਆ? ਵਿਟਾਮਿਨ ਮਿਨਰਲਸ ਕੋਈ ਲੈਣ ਦਾ ਫਾਇਦਾ ਨਹੀਂ ਹੁੰਦਾ ਟੈਬਲੇਟਸ ਦੇ ਫਾਰਮ ਵਿੱਚ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਆ, ਸਾਇੰਟਿਸਟ ਨੇ 20ਵੀਂ ਸਦੀ ਵਿੱਚ ਫਾਈਂਡ ਕੀਤਾ ਸੀਗਾ ਕਿ ਜਿਹੜੇ ਗ੍ਰੀਨ ਲੀਫੀ ਵੈਜੀਟੇਬਲ ਹੁੰਦੇ ਨੇ, ਜਿਵੇਂ ਪਾਲਕ ਹੋ ਗਿਆ, ਇਹਦੇ ਵਿੱਚ ਜਿਹੜੀ ਉਹ ਹੈਗੀ ਕੀ ਕਹਿੰਦੇ ਆ ਵਿਟਾਮਿਨ E ਹੈ, ਉਹ ਸਾਡੇ ਵਾਸਤੇ ਬਹੁਤ ਵਧੀਆ ਹੈਗਾ। ਤੇ ਉਹਨਾਂ ਨੇ ਕੀ ਕੀਤਾ ਕਿ ਉਸ ਪੱਤੇ ਵਿੱਚੋਂ ਉਹਨਾਂ ਨੇ ਵਿਟਾਮਿਨ E ਕੱਢ ਕੇ ਉਹਨਾਂ ਨੇ ਗੋਲੀ ਬਣਾਤੀ ਤੇ ਵੇਚਣੀ ਸ਼ੁਰੂ ਕਰਤੀ। ਕੁਝ ਸਾਲਾਂ ਬਾਅਦ ਸਟੱਡੀ ਹੋਈ ਤੇ ਇਹ ਪਾਇਆ ਗਿਆ ਕਿ ਵਿਟਾਮਿਨ E ਜਿਹੜਾ ਸਾਡੀ ਬਾਡੀ ਵਾਸਤੇ ਖਰਾਬ ਕਰ ਰਿਹਾ ਸਾਨੂੰ। ਓਕੇ, ਅੱਛਾ ਜੀ। ਪਹਿਲਾਂ ਪਾਇਆ ਗਿਆ ਸੀਗਾ ਵਿਟਾਮਿਨ E ਸਾਨੂੰ ਵਧੀਆ ਕਰ ਰਿਹਾ, ਫਿਰ ਪਾਇਆ ਗਿਆ ਵਿਟਾਮਿਨ E ਖਰਾਬ ਕਰ ਰਿਹਾ। ਕਾਰਨ ਕੀ ਸੀਗਾ? ਜਦ ਆਪਾਂ ਪਾਲਕ ਦੇ ਰੂਪ ਵਿੱਚ ਖਾ ਰਹੇ ਸੀਗੇ ਤੇ ਉਹ ਬਾਡੀ ਵਿੱਚ ਉਸ ਤਰ੍ਹਾਂ ਜਾ ਰਿਹਾ ਸੀ ਜਿਸ ਤਰ੍ਹਾਂ ਰੱਬ ਨੇ ਭੇਜਣਾ ਸੀਗਾ ਉਹਨੂੰ। ਜਦ ਆਪਾਂ ਗੋਲੀ ਦੇ ਰੂਪ ਵਿੱਚ ਖਾ ਰਹੇ ਸੀਗੇ ਉਹ ਜ਼ਿਆਦਾ ਮਾਤਰਾ ਵਿੱਚ ਜਾ ਰਿਹਾ ਸੀ ਜਿੰਨੀ ਸਾਨੂੰ ਲੋੜ ਨਹੀਂ ਸੀਗੀ, ਜਿਸ ਤਰ੍ਹਾਂ ਸਾਡੀ ਬਾਡੀ ਉਹਨੂੰ ਡਾਈਜੈਸਟ ਕਰ ਨਹੀਂ ਸਕਦੀ ਸੀਗੀ, ਜਿਸ ਕਰਕੇ ਸਾਨੂੰ ਨੁਕਸਾਨ ਹੋਣ ਲੱਗ ਪਿਆ। ਤੇ ਜਿਹੜੇ ਵੀ ਆਪਾਂ ਟੈਬਲੇਟ ਸਪਲੀਮੈਂਟਸ ਵਿੱਚ ਫਾਰਮ ਵਿੱਚ ਖਾਦੇ ਪਏ ਆ, ਇਹ ਅੰਦਰ ਜਾ ਕੇ ਨੁਕਸਾਨ ਕਰਦੇ ਆ ਤੇ ਜਿੰਨੀ ਮਾਤਰਾ ਚਾਹੀਦੀ ਹੈ ਉਸ ਤੋਂ ਵੱਧ ਪ੍ਰੋਵਾਈਡ ਕਰ ਦਿੰਦੇ ਆ। ਐਜ਼ ਅ ਰਿਜ਼ਲਟ ਬਾਡੀ ਵਾਸਤੇ ਇਹ ਵੀ ਇੱਕ ਡਾਇਆਕਸਿਨ ਲਾਈਕ ਸਬਸਟੈਂਸ ਬਣ ਜਾਂਦਾ ਹੈ, ਕੈਮੀਕਲ ਬਣ ਜਾਂਦਾ ਹੈ ਜਿਹੜਾ ਸਾਨੂੰ ਤਕਲੀਫ ਕਰਦਾ ਹੈ। ਤਰੀਕਾ ਕੀ ਹੈ ਵਿਟਾਮਿਨ D ਲੈਣ ਵਾਸਤੇ? ਹਰ ਰੋਜ਼ 1 ਘੰਟਾ ਸੂਰਜ ਦੇ ਥੱਲੇ ਬੈਠੋ, 3 ਮਹੀਨੇ ਵਿੱਚ ਤੁਹਾਡਾ ਵਿਟਾਮਿਨ D ਪੂਰਾ ਹੋ ਜਾਏਗਾ। ਅੱਛਾ, ਠੀਕ ਹੈ। ਤੇ ਜੇ ਹੁਣ ਆਪਾਂ ਮੰਨ ਲਓ ਕਈ ਮੁਲਕ ਐਸੇ ਵੀ ਹੈਗੇ ਜਿੱਥੇ ਧੁੱਪ ਚੜ੍ਹਦੀ ਨਹੀਂ, ਹੁਣ ਇੰਗਲੈਂਡ ਦੇ ਮੌਸਮ ਦੀ ਗੱਲ ਕਰੀਏ ਤਾਂ ਇਸ ਵਾਰ ਤਾਂ ਸਰਦੀਆਂ ਦੇ ਵਿੱਚ ਕੋਈ ਧੁੱਪ ਦੇਖਣ ਨੂੰ ਨਹੀਂ ਮਿਲੀ, ਤੇ ਹੁਣ ਵੀ ਆਪਾਂ ਕਹੀਏ ਕਿ ਮੌਸਮ ਖਰਾਬ ਹੈਗਾ, ਸੋ ਉੱਥੇ ਤਾਂ ਫਿਰ ਆਪਾਂ ਨੂੰ ਘੱਟੋ ਘੱਟ ਇੱਕ ਅੱਧੀ ਟੈਬਲੇਟ ਜਿਹੜੀ ਹੈ ਉਹ ਲੈ ਲੈਣੀ ਚਾਹੀਦੀ ਹੈ। ਤੁਹਾਡੇ ਮੁਤਾਬਕ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਠੰਡੇ ਦੇਸ਼ ਨੇ ਉਹਨਾਂ ਨੂੰ ਇਸ ਤਰ੍ਹਾਂ ਪ੍ਰਿਪੇਅਰ ਕਰਨਾ ਚਾਹੀਦਾ ਹੈ ਕਿ ਗਰਮੀਆਂ ਦੇ ਵੇਲੇ ਮਸ਼ਰੂਮ ਰੱਖਣੇ ਚਾਹੀਦੇ ਆ ਆਪਣੇ ਕੋਲ। ਮਸ਼ਰੂਮ ਨੂੰ ਧੁੱਪ ਵਿੱਚ ਸੁਕਾ ਲੈਣਾ ਚਾਹੀਦਾ ਹੈ। ਧੁੱਪ ਵਿੱਚ ਸੁਕਾਉਣ ਕਰਕੇ ਜਿਹੜੀ ਧੁੱਪ ਦੀ ਕਿਰਨਾਂ ਨੇ ਉਹ ਮਸ਼ਰੂਮ ਵਿੱਚ ਇਕੱਠੀਆਂ ਹੋ ਜਾਂਦੀਆਂ ਨੇ, ਉਹਨੂੰ ਡਰਾਈ ਕਰਕੇ ਆਪਾਂ ਸਰਦੀਆਂ ਵਿੱਚ ਖਾ ਸਕਦੇ ਹਾਂ, ਉਹਦੇ ਨਾਲ ਵਿਟਾਮਿਨ D ਦੀ ਕਮੀ ਪੂਰੀ ਹੋ ਜਾਏਗੀ। ਠੀਕ ਹੈ, ਠੀਕ ਹੈ, ਠੀਕ ਹੈ। ਸੋ ਟੈਬਲੇਟਸ ਨਾਲੋਂ ਇਹ ਜਿਹੜਾ ਦੇਸੀ ਤਰੀਕਾ ਹੈਗਾ ਆਪਣਾ, ਨੈਚੁਰਲ ਤਰੀਕਾ ਕਹੀਏ, ਕੁਦਰਤੀ, ਸੋ ਇਹ ਜ਼ਿਆਦਾ ਜਿਹੜਾ ਹੈ ਕਾਰਾਗਰ ਰਹੇਗਾ। ਸੋ ਆਪਾਂ ਹੁਣ ਪ੍ਰੋਗਰਾਮ ਦੀ ਸਮਾਪਤੀ ਕਰ ਦੇਣੀ। ਤੁਹਾਡਾ ਕੋਈ ਕੁਐਸਚਨ ਹੋਵੇ ਦਰਸ਼ਕੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ, ਜਾਂਦੇ ਜਾਂਦੇ ਆਪਾਂ ਉਹਦਾ ਵੀ ਜਵਾਬ ਦੇਵਾਂਗੇ। ਸੋ ਭਾਈ ਕਮਲਪ੍ਰੀਤ ਸਿੰਘ ਜੀ, ਅਖੀਰ ਦੇ ਵਿੱਚ ਆਪਣਾ ਅੱਜ ਦਾ ਮੇਨ ਜਿਹੜਾ ਮਜ਼ਮੂਨ ਸੀਗਾ ਬਲੱਡ ਪ੍ਰੈਸ਼ਰ ਨੂੰ ਲੈ ਕੇ, ਸੋ ਆਪਾਂ ਜੇਕਰ ਸਮਾਪਤੀ ਵੀ ਉਹਦੇ ਉੱਤੇ ਆ ਕੇ ਕਰਨੀ ਹੋਵੇ ਤਾਂ ਕੀ ਸਲਾਹ ਜਿਹੜੀ ਹੈ ਸਾਡੇ ਦਰਸ਼ਕਾਂ ਨੂੰ ਤੁਸੀਂ ਦੇਣੀ ਚਾਹੋਗੇ ਇਸ ਨੂੰ ਲੈ ਕੇ ਕਿ ਕਿਵੇਂ ਬਚਣਾ ਹੈ, ਕਿਵੇਂ ਆਪਾਂ ਤੰਦਰੁਸਤ ਰਹਿਣਾ ਹੈ? ਦੁਬਾਰਾ ਆਪਾਂ ਦੱਸ ਦਈਏ ਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ ਜੀ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਆ ਕਿ ਸਾਡੇ ਜਿਹੜਾ ਜੀਵਨ ਦਾ ਮਨੋਰਥ ਹੈ ਗੁਰਬਾਣੀ ਅਨੁਸਾਰ ਵਾਹਿਗੁਰੂ ਜੀ ਨੂੰ ਮਿਲਣਾ ਹੈਗਾ। ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਸਾਨੂੰ ਤੰਦਰੁਸਤ ਰਹਿਣਾ ਚਾਹੀਦਾ ਹੈ, ਤਾਂ ਹੀ ਅਸੀਂ ਨਾਮ ਜਪ ਸਕਦੇ ਹਾਂ, ਬਾਣੀ ਪੜ੍ਹ ਸਕਦੇ ਹਾਂ, ਸੰਗਤ ਕਰ ਸਕਦੇ ਹਾਂ ਤੇ ਜ਼ੋਰੋ ਸ਼ੋਰੋ ਨਾਲ ਆਪਾਂ ਆਪਣੇ ਜਿਹੜੇ ਜੀਵਨ ਦੇ ਵੀ ਕੰਮ ਹੈਗੇ ਤਾਂ ਹੀ ਕਰ ਸਕਦੇ ਹਾਂ। ਹੁਣ ਕੀ ਹੈ, ਆਪਾਂ 20-30 ਸਾਲ ਲਾ ਕੇ ਆਪਣਾ ਪੈਸਾ ਜੋੜਨ ਵਿੱਚ ਲਾ ਦਿੰਦੇ ਆ, ਆਪਣੇ ਸਿਹਤ ਵੱਲ ਧਿਆਨ ਦਿੰਦੇ ਨਹੀਂ ਆ। ਅੱਗੇ ਜਾ ਕੇ ਜਿਹੜਾ ਜਮਾ ਕੀਤਾ ਹੋਇਆ ਪੈਸਾ ਹੈ ਉਹ ਫਿਰ ਹਸਪਤਾਲਾਂ ਨੂੰ ਦਾਨ ਕਰਕੇ ਆ ਜਾਂਦੇ ਆ। ਤੇ ਇਸ ਤਰ੍ਹਾਂ ਕੀ ਫਾਇਦਾ ਹੋਇਆ ਸਾਨੂੰ ਇਤਨੀ ਮਿਹਨਤ ਕਰਨ ਦਾ ਕਿ ਅੱਗੇ ਲਾਈਫ ਦੀ ਜਿਹੜੀ ਅਖੀਰਲੇ 10 ਸਾਲ ਨੇ ਉਹ ਵੱਡੀ ਅਰਥਰਾਈਟਿਸ, BP, ਡਾਇਬੀਟੀਜ਼, ਹਾਰਟ ਕੈਂਸਰ ਤਾਂ ਹੁੰਦਾ ਨਹੀਂ, ਲੰਗ ਕੈਂਸਰ ਹੋ ਗਿਆ ਜਾਂ ਆਪਣਾ ਸਟਮਕ ਕੈਂਸਰ ਹੋ ਗਿਆ, ਬ੍ਰੇਨ ਕੈਂਸਰ ਹੋ ਗਿਆ, ਇਸ ਤਰ੍ਹਾਂ ਦੀ ਬਿਮਾਰੀਆਂ ਵਿੱਚ ਜੂਝਦੇ ਰਹੀਏ ਤੇ ਨਾ ਅਸੀਂ ਆਪਣੇ ਲਾਈਫ ਨੂੰ ਇੰਜੋਏ ਕੀਤਾ ਆਪਣੀ ਜਵਾਨੀ ਵਿੱਚ, ਨਾ ਇੰਜੋਏ ਕਰ ਪਾਈ ਆਪਣੇ ਬੁਢੇਪੇ ਵਿੱਚ। ਤੇ ਇਸ ਤਰ੍ਹਾਂ ਦੀ ਲਾਈਫ ਦਾ ਫਿਰ ਫਾਇਦਾ ਕੋਈ ਨਹੀਂ ਹੋ ਪਾਉਂਦਾ। ਸੋ ਆਪਾਂ ਨੂੰ ਕਰਨਾ ਕੀ ਹੈ, ਆਪਣੇ ਆਪ ਨੂੰ ਸਪਿਰਿਚੁਅਲੀ, ਮੈਂਟਲੀ ਐਂਡ ਫਿਜ਼ੀਕਲੀ ਫਿਟ ਰੱਖਣ ਵਾਸਤੇ, ਜਿਵੇਂ ਕਿ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਆ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਤੇ ਤਨ ਪੀੜੀਐ, ਮਨ ਮੈਂ ਚਲੇ ਵਿਕਾਰ, ਕਿ ਬਾਬਾ ਇਸ ਤਰ੍ਹਾਂ ਦਾ ਖਾਣਾ ਨਾ ਖਾਓ ਜਿਹਦੇ ਨਾਲ ਤੁਹਾਡੇ ਸਰੀਰ ਰੋਗੀ ਹੋ ਜਾਵੇ ਤੇ ਮਨ ਵਿੱਚ ਬਿਮਾਰੀਆਂ ਲੱਗ ਜਾਣ। ਸੋ ਇਸ ਕਰਕੇ ਸਾਤਵਿਕ ਭੋਜਨ ਛਕਿਆ ਜਾਵੇ, ਜਿਹਦੇ ਵਿੱਚ ਕੱਚਾ ਫੂਡ ਹੋ ਗਿਆ, ਡਰਾਈ ਫਰੂਟਸ ਹੋ ਗਏ, ਸਪਰਾਊਟਸ ਹੋ ਗਈਆਂ ਤੇ ਆਪਣਾ ਬਾਹਰ ਦੀ ਜਿਹੜੀ ਵੀ ਚੀਜ਼ਾਂ ਹੈਗੀਆਂ ਪੈਕ ਛੱਡਣੀਆਂ, ਇਹ ਸਾਰੀ ਚੀਜ਼ਾਂ ਛੱਡੀਆਂ ਜਾਣ ਤੇ ਚੰਗੀ ਆਪਣੇ ਆਪ ਨੂੰ ਧਿਆਨ ਲਗਾਇਆ ਜਾਏ, ਵਾਹਿਗੁਰੂ ਜੀ ਨੂੰ ਯਾਦ ਕੀਤਾ ਜਾਏ, ਬਾਣੀ ਪੜ੍ਹੀ ਜਾਏ, ਇਮਾਨਦਾਰੀ ਨਾਲ ਕੰਮ ਕੀਤਾ ਜਾਏ ਤੇ ਇਸ ਤਰ੍ਹਾਂ ਆਪਾਂ ਆਪ ਵੀ ਸੁਖੀ ਰਹਿ ਸਕਦੇ ਹਾਂ, ਦੂਜਿਆਂ ਨੂੰ ਵੀ ਸੁਖੀ ਰੱਖ ਸਕਦੇ ਹਾਂ। ਸੋ ਇਹੀ ਮੇਰਾ ਸਾਰਿਆਂ ਵਾਸਤੇ ਮੈਸੇਜ ਹੈਗਾ ਤੇ ਮੈਂ ਬਹੁਤ ਖੁਸ਼ ਹਾਂ ਕਿ ਭਾਈ ਦਲਜੀਤ ਸਿੰਘ ਜੀ ਇਜ਼ ਡੂਇੰਗ ਸਚ ਅ ਫੈਬੂਲਸ ਵਰਕ। ਰਾਈਟ ਪੰਜਾਬ TV ਬਹੁਤ ਚੰਗਾ ਕੰਮ ਕਰ ਰਿਹਾ ਹੈ। ਇਸ ਦਾ ਮੈਸੇਜ, ਹੈਲਥ ਦਾ ਮੈਸੇਜ ਸਾਰਿਆਂ ਲੋਕਾਂ ਤੱਕ ਲੈ ਕੇ ਜਾ ਰਿਹਾ ਆ ਤੇ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਭਾਈ ਦਲਜੀਤ ਸਿੰਘ ਜੀ ਦਾ। ਕਮਲਪ੍ਰੀਤ ਸਿੰਘ ਜੀ, ਅਖੀਰ ਦਾ ਇੱਕ ਕਮੈਂਟ ਆਇਆ ਸਾਨੂੰ, ਜੇਕਰ ਉਹਦੇ ਉੱਤੇ ਤੁਸੀਂ ਅੱਜ ਦੱਸ ਸਕਦੇ ਹੋ ਤਾਂ ਅਦਰਵਾਈਜ਼ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚੋਂ ਗੱਲ ਕਰਾਂਗੇ। ਹਰਨੀਆਂ ਦੀ ਪ੍ਰੋਬਲਮ ਜਿਹੜੀ ਹੁੰਦੀ ਹੈ ਕਹਿੰਦੇ ਉਹ ਕਿਵੇਂ ਠੀਕ ਹੋ ਸਕਦੀ, ਜੇ ਸੰਖੇਪ ਚ ਜਾਂਦੇ ਜਾਂਦੇ ਆਪਾਂ ਦੱਸ ਦਈਏ ਤਾਂ? ਇਹਦੇ ਬਾਰੇ ਮੈਂ ਸੋਚਿਆ ਸੀ ਸੰਖੇਪ ਵਿੱਚ ਦੱਸਣ ਤੋਂ ਵਧੀਆ ਹੋਊਗਾ ਕਿ ਆਪਾਂ ਇੱਕ ਸਪੈਸ਼ਲ ਪ੍ਰੋਗਰਾਮ ਕਰੂੰਗੇ, ਫਿਰ ਪੂਰੀ ਡਿਟੇਲ ਇਹਦੇ ਤੇ ਦੇ ਦੇਵਾਂਗੇ।
ਜਰੂਰ ਜਰੂਰ ਜਰੂਰ, ਬਿਲਕੁਲ। ਸੋ ਦਰਸ਼ਕੋ, ਬਹੁਤ ਧੰਨਵਾਦ ਕਰਦਾ ਮੈਂ, ਤੁਸੀਂ ਸਾਡੇ ਨਾਲ ਜੁੜੇ ਹੋ। ਪ੍ਰਾਈਡ ਪੰਜਾਬ ਟੀਵੀ ਦੀ ਟੀਮ ਦੀ ਕੋਸ਼ਿਸ਼ ਹਮੇਸ਼ਾ ਇਹ ਹੈ ਕਿ ਜਾਣਕਾਰੀ ਭਰਪੂਰ ਪ੍ਰੋਗਰਾਮ ਜਿਹਦੇ ਨਾਲ ਕਿਸੇ ਦਾ ਫਾਇਦਾ ਹੋ ਸਕੇ, ਨੁਕਸਾਨ ਨਾ ਹੋਵੇ, ਫਾਇਦਾ ਹੋ ਸਕੇ। ਸੋ ਐਸੇ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਅਸੀਂ ਲਈਏ, ਤੇ ਅਗਲੇ ਹਫਤੇ ਫਿਰ ਸੰਡੇ ਨੂੰ ਇਸੇ ਟਾਈਮ ਆਪਾਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਜਿਹੜਾ ਹੈ ਫਿਰ ਤੋਂ ਲੈ ਕੇ ਆਵਾਂਗੇ। ਹਮੇਸ਼ਾ ਦੀ ਤਰ੍ਹਾਂ ਕਮਲਪ੍ਰੀਤ ਸਿੰਘ ਹੋਰੀ ਕੈਨੇਡਾ ਦੀ ਧਰਤੀ ਤੋਂ ਸਾਡੇ ਨਾਲ ਜੁੜਨਗੇ, ਤੇ ਅਸੀਂ ਅਗਲੀਆਂ ਗੱਲਾਂ ਬਾਤਾਂ, ਅਗਲੀਆਂ ਹੋਰ ਜਿਹੜੀਆਂ ਸਰੀਰਕ ਬਿਮਾਰੀਆਂ ਨੇ ਉਹਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਗੱਲ ਕਰਾਂਗੇ। ਸੋ ਆ ਜਿਹੜੀਆਂ ਪਿਛਲੀਆਂ ਕਿਸ਼ਤਾਂ ਆਪਾਂ ਕੀਤੀਆਂ, ਤੇ ਇਹਨੂੰ ਸਾਂਭ ਕੇ ਰੱਖ ਲਓ। YouTube ਦੇ ਉੱਤੇ ਵੀ ਅਸੀਂ ਇਹਨੂੰ ਪਾ ਦਿੰਦੇ ਹੁੰਦੇ ਆ, Facebook ਦੇ ਉੱਤੇ ਤਾਂ ਹੈ ਹੀ ਹੈ ਨੇ। ਸੋ ਤੁਹਾਡਾ ਕੋਈ ਵੀ ਕੁਐਸਚਨ ਹੋਵੇ, ਤੁਸੀਂ ਚਾਹੁੰਦੇ ਹੋਵੋ ਕਿ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰੀਏ, ਇਸ ਬਿਮਾਰੀ ਦੇ ਬਾਰੇ ਗੱਲ ਕਰੀਏ, ਕੋਈ ਮਾਨਸਿਕ ਹੋਵੇ, ਸਰੀਰਕ ਹੋਵੇ, ਕੋਈ ਕਿਸੇ ਤਰ੍ਹਾਂ ਦੀ ਗੱਲ ਹੋਵੇ, ਤਾਂ ਤੁਸੀਂ ਕਮੈਂਟ ਜਿਹੜਾ ਹੈਗਾ ਉਹ ਕਰ ਸਕਦੇ ਹੋ। ਤੇ ਕਮਲਪ੍ਰੀਤ ਸਿੰਘ ਜੀ, ਜਾਂਦੇ ਜਾਂਦੇ ਮੈਂ ਚਾਹਾਂਗਾ ਕਿ ਆਪਣਾ ਵੀ ਜਿਹੜਾ ਪਤਾ, ਕੰਟੈਂਟ, ਕਿਸੇ ਤਰ੍ਹਾਂ ਕੋਈ ਸੰਪਰਕ ਕਰਨਾ ਚਾਹੁੰਦਾ ਹੋਵੇ ਤੁਹਾਡੇ ਨਾਲ, ਤੇ ਉਹਦੇ ਬਾਰੇ ਵੀ ਜਰੂਰ ਜਾਂਦੇ ਜਾਂਦੇ ਦੱਸ ਕੇ ਜਾਓ, ਤੇ ਫਿਰ ਆਪਾਂ ਸਮਾਪਤੀ ਕਰੀਏ। ਹਾਂਜੀ, ਸੋ ਇਫ ਸਮਨ ਵਾਂਟਸ ਟੂ ਕੰਟੈਕਟ ਮੀ, ਮੇਰੀ ਵੈਬਸਾਈਟ ਹੈਗੀ www.gosatvik.ca, GOSATVIK.ca। ਇਸ ਵੈਬਸਾਈਟ ਤੇ ਜਾਓਗੇ ਤੇ ਮੇਰਾ ਕੰਮ ਜਿਹੜਾ ਹੈਗਾ, ਮੈਂ ਕੀ ਡਾਈਟ ਦਿੰਦਾ ਆ, ਕਿਹੜੀ ਸਾਡੀ ਵੀਡੀਓਜ਼ ਹੈਗੀ ਐਜੂਕੇਸ਼ਨ ਬੇਸਡ, ਕਿਹੜੇ ਲੋਕ ਸਾਡੇ ਤੋਂ ਠੀਕ ਹੋ ਚੁੱਕੇ ਆ, ਸਾਡੀ ਵਰਕਸ਼ਾਪ ਟ੍ਰੇਨਿੰਗ ਜਿਹੜੀ ਹਰ ਮਹੀਨੇ ਹੁੰਦੀ ਹੈ। ਹੁਣ ਮੈਂ 27 ਮਾਰਚ ਨੂੰ ਜ਼ੂਮ ਸੈਸ਼ਨ ਕੰਡਕਟ ਕਰਨਾ ਹੈ, ਜਿਹਦੇ ਵਿੱਚ ਮੈਂ ਤੁਹਾਡੇ ਸਵਾਲਾਂ ਦੇ ਲਾਈਵ ਜਵਾਬ ਦਾਂਗਾ। ਤੁਸੀਂ ਉਸ ਮੀਟਿੰਗ ਨੂੰ ਜੁਆਇਨ ਕਰ ਸਕਦੇ ਹੋ, ਆਪਣੇ ਸਵਾਲ ਪੁੱਛ ਸਕਦੇ ਹੋ। ਉਹਦੇ ਵਿੱਚ ਡਾਇਬੀਟੀਜ਼, BP, ਥਾਇਰਾਇਡ ਕਿਵੇਂ ਠੀਕ ਕਰਨਾ ਹੈ ਉਹ ਸਿਖਾਇਆ ਜਾਊਗਾ। ਇਹ ਫ੍ਰੀ ਆਫ ਕਾਸਟ ਸੈਸ਼ਨ ਹੋਊਗਾ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਇਹ ਐਜੂਕੇਸ਼ਨ ਘਰ ਘਰ ਵਿੱਚ ਪਹੁੰਚੇ, ਹਰ ਕਿਸੇ ਨੂੰ ਆਪਣਾ ਡਾਕਟਰ ਖੁਦ ਬਣਨਾ ਪਊਗਾ। ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਚੱਲਦਾ ਪਿਆ ਹੈ, ਜੇ ਅਸੀਂ ਆਪਣੀ ਹੈਲਥ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਦੇ, ਤਾਂ ਸਾਨੂੰ ਕੋਈ ਨਾ ਕੋਈ ਡਰਾ ਕੇ, ਸਾਨੂੰ ਬਿਮਾਰੀ ਦਾ ਡਰ ਦੇ ਕੇ ਆਪਣਾ ਬਿਜ਼ਨਸ ਕਰੂਗਾ। ਤੋ ਇਸ ਤੋਂ ਬੈਟਰ ਹੈ ਕਿ ਆਪਾਂ ਪੰਥ ਦੀ ਸੇਵਾ ਵਾਸਤੇ ਆਪਣੇ ਸਿੰਘਾਂ ਨੂੰ ਤਿਆਰ ਰੱਖੀਏ ਕਿ ਉਹ ਆਪਣੇ ਆਪ ਨੂੰ ਠੀਕ ਕਰ ਸਕਣ। ਤੇ ਨਾਲ ਮੇਰਾ ਜਿਹੜਾ ਫੋਨ ਨੰਬਰ ਆ, ਉਹ ਮੇਰੀ ਵੈਬਸਾਈਟ ਦੇ ਉੱਤੇ ਹੈਗਾ gosatvik.ca, ਉੱਥੋਂ ਤੁਸੀਂ ਲੈ ਸਕਦੇ ਹੋ। ਮੇਰੇ ਨਾਲ ਸੰਪਰਕ ਕਰਨ ਦਾ ਸਭ ਤੋਂ ਬੈਸਟ ਤਰੀਕਾ ਹੈ ਈਮੇਲ ID, ਈਮੇਲ ਤੇ ਮੈਨੂੰ ਭੇਜ ਸਕਦੇ ਆ kamalpreetsingh@gosatvik.ca। ਸੋ ਮੈਂ ਤੁਹਾਡੇ ਸਵਾਲਾਂ ਨੂੰ ਜ਼ਰੂਰ ਜਵਾਬ ਦੇਵਾਂਗਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਪ੍ਰੋਗਰਾਮ ਦੀ ਸਮਾਪਤੀ ਹੈ ਜੀ, ਤੇ ਬੇਨਤੀ ਜਾਂਦੇ ਜਾਂਦੇ ਇਹ ਕਰਦਾ ਹਾਂ, ਪ੍ਰਾਈਡ ਪੰਜਾਬ ਟੀਵੀ ਨੂੰ YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰ ਲਓ, Facebook ਦੇ ਉੱਤੇ ਇਸ ਨੂੰ ਲਾਈਕ ਕਰ ਲਓ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਐਨਕਰੇਜਮੈਂਟ ਦੇ ਨਾਲ ਵਧੀਆ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਲਿਆ ਸਕੀਏ। ਬਹੁਤ ਧੰਨਵਾਦ, ਚੜ੍ਹਦੀ ਕਲਾ ਚ। ਵਾਹਿਗੁਰੂ ਜੀ ਕਾ ਖਾਲਸਾ।